आम आदमी पार्टी के प्रवक्ता की तरह गल करना चाहते हो ਤੁਸੀਂ करो। जे ਤਾਂ सवाल केंद्र सरकार ਨੂੰ ਪੁੱਛ ਲਓ ਫਿਰ ਤਾਂ ਸੂਬਾ ਸਰਕਾਰ ਦੇ ਬੁਲਾਰੇ ਹੋ ਜਾਂਦੇ ਆ। ਜੇ ਸੂਬਾ ਸਰਕਾਰ ਨੂੰ ਪੁੱਛ ਲਈਏ ਫਿਰ ਕੇਂਦਰ ਸਰਕਾਰ ਦੇ ਬੁਲਾਰੇ ਹੋ ਜਾਂਦੇ ਆ ਤੇ ਅਸੀਂ ਜਾਈਏ ਕਿੱਥੇ ਹੁਣ? ਪੱਤਰਕਾਰ ਜੇਲ੍ਹਾਂ 'ਚ ਜਿਹੜੇ ਕਹਿੰਦੇ ਸੀ 3 ਲੱਖ ਕਰੋੜ ਰੁਪਏ ਚੱਕ ਲਿਆ, ਬਾਕੀ ਸਰਕਾਰਾਂ ਨੇ ਇਹ ਕੀਤਾ ਉਹ ਕੀਤਾ, ਤੇ ਜੇ 40 ਹਜ਼ਾਰ ਕਰੋੜ ਰੁਪਇਆ ਇੱਕ ਸਾਲ ਦੇ ਵਿੱਚ ਬਾਕੀ ਸਰਕਾਰਾਂ ਨੇ ਚੱਕਿਆ ਹੁੰਦੇ ਤੇ ਅੱਜ ਕਿੰਨਾ ਕਰਜ਼ਾ ਹੋ ਜਾਣਾ ਸੀ। ਬਿਜਲੀ ਦੇ ਬਿੱਲ ਜ਼ੀਰੋ ਕਰਤੇ ਪਹਿਲੇ ਸਾਲ 'ਚ। ਕਿਹੜੀ ਸਰਕਾਰ ਹੈ ਜਿਹੜੀ ਪਹਿਲੇ ਸਾਲ ਦੇ ਵਿੱਚ ਇੰਨਾ ਕੁਝ ਡਿਲੀਵਰ ਕਰ ਗਈ? ਉਹ ਸਰੀਨ ਸਾਹਿਬ ਪੁੱਛ ਰਿਹਾ ਕਰਜ਼ਾ ਕਿੰਨਾ ਲਿਆ। ਕਿਸੇ ਪੋਲੀਟੀਕਲ ਪਾਰਟੀ ਦੀ ਚਿੰਤਾ ਦੇਖਦੇ ਆ ਕੀ ਚਿੰਤਾ ਹੁੰਦੀ ਆ ਕਿ ਕਿੱਥੇ ਅੱਗ ਲਾਈ ਜਾਏ, ਕਿੱਥੇ ਟੁੱਟਿਆ ਜਾਏ, ਕਿੱਥੇ ਗਵਰਨਰ ਨੂੰ ਭੇਜਦਾ ਜਾਏ, ਕਿੱਥੇ ਫਲਾਣੇ ਨੂੰ ਭੇਜਦਾ ਜਾਏ, ਕਿੱਥੇ ਪਾਕਿਸਤਾਨ ਦਾ ਨਾਂ ਲੈਤਾ ਜਾਏ, ਕਿੱਥੇ ਹੋਰ ਰੌਲਾ ਰੱਪਾ ਪਾ ਕੇ ਸਾਰੇ ਸਾਲ ਜਾਣੀ ਪੋਲੀਟੀਕਲ ਪਾਰਟੀਆਂ ਦਾ ਪ੍ਰੀ ਆਕੂਪੇਸ਼ਨ ਇਹ ਹੋ ਗਿਆ ਕਿ ਮੁੱਦੇ ਤੇ ਗੱਲ ਕਰੋ। ਗਵਰਨਰ ਸਾਹਿਬ ਕੋਲੇ ਪੁੱਛਣ ਦਾ ਅਧਿਕਾਰ ਹੈ, ਦੱਸਣਾ ਇਹਨਾਂ ਦਾ ਫਰਜ਼ ਹੈ। ਸੁਪਰੀਮ ਕੋਰਟ ਦੇ ਫੈਸਲੇ ਦਾ ਇਹਨਾਂ ਨੇ ਕੀਤਾ, ਜੇ ਤਾਂ ਫੈਸਲਾ ਇਹਨਾਂ ਦੇ ਹੱਕ 'ਚ ਆ ਗਿਆ ਇਹਨਾਂ ਨੇ ਕਹਿਣਾ ਠੀਕ ਹੈ ਜੀ, ਜੇ ਕਿਤੇ ਫੈਸਲਾ ਉਲਟ ਆ ਗਿਆ ਇਹਨੇ ਕਹਿਣਾ ਜੀ ਸੁਪਰੀਮ ਕੋਰਟ ਵੀ ਕੇਂਦਰ ਸਰਕਾਰ ਦੇ ਅਧੀਨ ਚੱਲ ਰਿਹਾ ਹੈ ਜੀ। ਇਹ ਵੀ ਇੱਕ ਦਿੱਲੀ ਮਾਡਲ ਹੈ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਨੇ ਲੋਕਾਂ ਦੀ ਸਿੰਪਥੀ ਵਿਨ ਕੀਤੀ, 2-3 ਵਾਰੀ ਸਰਕਾਰ ਬਣਾਈ, ਇਹੀ ਗੱਲ ਕਹਿ ਕੇ ਗਵਰਨਰ ਸਾਨੂੰ ਕੰਮ ਨਹੀਂ ਕਰਨ ਦਿੰਦਾ, ਕੇਂਦਰ ਸਰਕਾਰ ਦੇ ਇਸ਼ਾਰੇ ਤੇ ਗਵਰਨਰ ਇਹ ਕਰ ਰਿਹਾ, ਗਵਰਨਰ ਉਹ ਕਰ ਰਿਹਾ। ਸਾਨੂੰ ਇਹਦਾ ਰਾਜਨੀਤਿਕ ਤੌਰ ਤੇ ਪਾਰਟੀ ਨੂੰ ਭਗਵੰਤ ਮਾਨ ਹੋਣਾ ਇੱਕ ਫਾਇਦਾ ਹੈ ਕਿ ਮੁੱਦਿਆਂ ਤੋਂ ਗੱਲ ਹਟ ਕੇ ਹੋਰ ਹੀ ਕਿਤੇ ਚਰਚਾ ਚੱਲੀ ਰਹੀ, ਤਾਂ ਹੀ ਅਸੀਂ ਵੀ ਅੱਜ ਟਾਈਮ ਵੇਸਟ ਕਰ ਰਹੇ ਹਾਂ। ਮੈਂ ਪਤੰਦਰੋਂ ਤੁਹਾਨੂੰ ਦੱਸਣਾ ਚਾਹਨਾ ਕਿ ਜੇ ਅਸੀਂ ਸੰਵਿਧਾਨ ਦੀ ਪਾਲਣਾ ਕਰਦੇ ਹਾਂ, ਸੰਵਿਧਾਨ ਨੂੰ ਮੰਨਦੇ ਹਾਂ, ਤਾਂ ਹੀ ਅਸੀਂ ਸੁਪਰੀਮ ਕੋਰਟ ਗਏ ਹਾਂ। ਇਹ ਕਹਿੰਦੇ ਆ ਜੀ ਗਵਰਨਰ ਜੀ ਨੇ ਸਵਾਲ ਪੁੱਛੇ, ਉਹਨਾਂ ਦਾ ਤਰੀਕਾ ਤਾਂ ਦੇਖੋ ਤੁਸੀਂ। ਤੁਹਾਨੂੰ ਸੀਬੀਆਈ ਥੋੜੀ ਹੈ ਗਵਰਨਰ, ਈਡੀ ਨਹੀਂ ਹੈਗੀ, ਕੋਈ ਇਨਵੈਸਟੀਗੇਟਿੰਗ ਏਜੰਸੀ ਨਹੀਂ ਜਿਹੜੀ ਕਿ ਤੁਹਾਨੂੰ ਉੱਥੇ ਫੜ ਲੂਗੀ। ਫਾਰਮਲ ਗੱਲਾਂ ਦੇ ਫਾਰਮਲ ਜਵਾਬ ਦੇ ਕੇ ਗੱਲ ਨੂੰ ਖਤਮ ਰੱਖਦੇ। ਪੰਜਾਬ ਦੇ ਵਿੱਚ ਜੇ ਗਵਰਨਰ ਨੇ ਸਿੰਪਲ ਲੈਟਰ ਲਿਖ ਕੇ ਤੁਹਾਨੂੰ ਸਵਾਲ ਪੁੱਛ ਲਿਆ, ਤੁਸੀਂ ਜਵਾਬ ਦੇ ਦਿਓ, ਤੁਸੀਂ ਰੌਲਾ ਵਧਾਉਂਦੇ ਕਿਉਂ? ਇਹ ਕਹਿਣਗੇ ਗਵਰਨਰ ਨੂੰ ਅਸੀਂ ਮੰਨਦੇ ਹੀ ਇਹ ਕੱਲ ਨੂੰ ਕਹਿਣਗੇ ਅਸੀਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦੇ। ਗਵਰਨਰ ਸਾਹਿਬ ਇਹ ਭੁੱਲ ਗਏ ਕਿ ਉਹ ਨੋਮੀਨਲ ਕਨਸਟੀਟਿਊਸ਼ਨਲ ਹੈਡ ਹੈ। ਐਕਚੁਅਲੀ ਜਿਹੜੀ ਐਗਜ਼ੀਕਿਊਟਿਵ ਪਾਵਰ ਹੈ ਉਹ ਕੌਂਸਲ ਆਫ ਮਿਨਿਸਟਰਸ ਦੇ ਕੋਲੇ ਹੈ, ਜਿਹਦੀ ਜੋ ਕਿ ਚੀਫ ਮਿਨਿਸਟਰ ਸਾਹਿਬ ਹੈਡ ਕਰਦੇ ਆ ਜਿਹਨੂੰ। ਸਤਿ ਸ਼੍ਰੀ ਅਕਾਲ। ਦੀ ਸਪੋਕਸਮੈਨ ਡਿਬੇਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਪੰਜਾਬ 'ਚ ਇਸ ਵੇਲੇ ਬਜਟ ਸੈਸ਼ਨ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸੀ ਔਰ ਕਿਆਸ ਲਾਏ ਜਾ ਰਹੇ ਸੀ ਕਿਹੋ ਜਿਹਾ ਬਜਟ ਹੋਵੇਗਾ ਸਰਕਾਰ ਦਾ, ਕਿਉਂਕਿ ਪਹਿਲਾ ਫੁੱਲ ਫਲੈਜ ਬਜਟ ਇਹ ਸਰਕਾਰ ਦੇ ਵੱਲੋਂ ਦਿੱਤਾ ਜਾਣਾ ਸੀ ਔਰ ਉਸ ਤੋਂ ਪਹਿਲਾਂ ਹੀ ਇੱਕ ਚਰਚਾ ਛਿੜ ਪਈ, ਜਿਹੜੀ ਸਥਿਤੀ ਬਣ ਗਈ ਰਾਜਪਾਲ ਵਰਸਸ ਸਰਕਾਰ ਦੇ ਵੱਲੋਂ ਜਦੋਂ ਭੇਜਿਆ ਗਿਆ ਆਪਣੇ ਵੱਲੋਂ ਤਾਂ ਇੱਕ ਪ੍ਰੋਸੈਸ ਹੁੰਦਾ ਹੈ ਕਿ ਗਵਰਨਰ ਦੇ ਵੱਲੋਂ ਪਾਸ ਕੀਤਾ ਜਾਣਾ ਹੁੰਦਾ, ਉਹਦੇ ਪੜ੍ਹਨ ਤੋਂ ਬਾਅਦ ਜਿਹੜਾ ਹੈ ਬਜਟ ਨੂੰ ਮਨਜ਼ੂਰੀ ਮਿਲਦੀ ਹੈ, ਬਜਟ ਸ਼ੁਰੂ ਹੁੰਦਾ ਤੇ ਸਰਕਾਰ ਜਿਹੜੀ ਹੈ ਉਹ ਸੁਪਰੀਮ ਕੋਰਟ ਚਲੀ ਜਾਂਦੀ ਹੈ ਗਵਰਨਰ ਦੇ ਇਨਕਾਰੀ ਹੋਣ ਤੋਂ ਬਾਅਦ। ਇਹ ਸਥਿਤੀ ਪੰਜਾਬ ਦੇ ਵਿੱਚ ਸ਼ਾਇਦ ਪਹਿਲੀ ਦਫਾ ਬਣੀ ਹੈ, ਇਹ ਤੋਂ ਪਹਿਲਾਂ ਅਜਿਹੀ ਸਥਿਤੀ ਕਦੇ ਨਹੀਂ ਬਣੀ ਕਿ ਗਵਰਨਰ ਇਨਕਾਰੀ ਹੋ ਗਏ ਹੋਣ ਤੇ ਸਰਕਾਰ ਨੂੰ ਸੁਪਰੀਮ ਵੇ ਇਖਤਿਆਰ ਕਰਨਾ ਹੋਵੇ। ਸੋ ਇਸੇ ਨੂੰ ਲੈ ਕੇ ਅੱਜ ਇੱਕ ਚਰਚਾ ਮੁਨੱਕਦ ਕੀਤੀ, ਆਏ ਹੋਏ ਮਹਿਮਾਨਾਂ ਦਾ ਰਸਮੀ ਤਾਰੂਫ ਕਰਵਾਉਂਦੇ ਉਹਨਾਂ ਦਾ ਇਸਤਕਬਾਲ ਕਰਾਂਗੇ। ਸਾਡੇ ਨਾਲ ਕੰਵਰ ਹਰਪ੍ਰੀਤ ਸਿੰਘ ਕਾਂਗਰਸ ਤੋਂ ਸ਼ਰੀਫ ਲੈ ਕੇ ਜਨਾਬ, ਤੁਹਾਡਾ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ ਜਿਹੜੇ ਹੈ ਸਿਆਸੀ ਮਾਹਰ ਦੇ ਤੌਰ ਤੇ ਸਾਡੇ ਨਾਲ ਗੱਲਬਾਤ ਕਰਨਗੇ, ਤੁਹਾਡਾ ਸਵਾਗਤ ਹੈ। ਭਾਜਪਾ ਤੋਂ ਅਸ਼ੋਕ ਸਰੀਨ ਸਾਹਿਬ ਇਸਤਕਬਾਲ ਹੈ ਔਰ ਬਿਕਰਮਜੀਤ ਪਾਸੀ ਜੀ ਆਮ ਆਦਮੀ ਪਾਰਟੀ ਤੋਂ ਨੇ। ਪਾਸੀ ਸਾਹਿਬ ਤੁਹਾਡਾ ਜਿਉ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਇਹ ਸਥਿਤੀ ਬਣੀ ਕਿਉਂ, ਇਹਦਾ ਕਾਰਨ ਕੀ ਹੈ ਕਿ ਸਰਕਾਰ ਨੂੰ ਬਜਟ ਦੇ ਲਈ ਸੁਪਰੀਮ ਵੇ ਅਖਤਿਆਰ ਕਰਨਾ ਪਿਆ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹਦਾ ਕਾਰਨ ਤਾਂ ਉਹੀ ਹੈ ਜੋ ਗਵਰਨਰ ਸਾਹਿਬ ਆਪਣੀ ਪਾਵਰਸ ਨੂੰ ਐਕਸੀਡ ਕਰ ਰਹੇ ਹੈ। ਗਵਰਨਰ ਸਾਹਿਬ ਜਿਹੜਾ ਦਖਲਅੰਦਾਜ਼ੀ ਕਰ ਰਹੇ ਹੈ ਐਗਜ਼ੀਕਿਊਟਿਵ ਪਾਵਰਸ ਦੇ ਵਿੱਚ, ਇੱਕ ਚੁਣੀ ਹੋਈ ਸਰਕਾਰ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਗਵਰਨਰ ਸਾਹਿਬ ਇਹ ਭੁੱਲ ਗਏ ਕਿ ਉਹ ਨੋਮੀਨਲ ਕਨਸਟੀਟਿਊਸ਼ਨਲ ਹੈਡ ਹੈ। ਐਕਚੁਅਲੀ ਜਿਹੜੀ ਐਗਜ਼ੀਕਿਊਟਿਵ ਪਾਵਰ ਹੈ ਉਹ ਕੌਂਸਲ ਆਫ ਮਿਨਿਸਟਰਸ ਦੇ ਕੋਲੇ ਹੈ, ਜਿਹਦੀ ਜੋ ਕਿ ਚੀਫ ਮਿਨਿਸਟਰ ਸਾਹਿਬ ਹੈਡ ਕਰਦੇ ਆ ਜਿਹਨੂੰ। ਚੀਫ ਮਿਨਿਸਟਰ ਸਾਹਿਬ ਉਹਦੇ ਹੈਡ ਹੈ। ਇਹ ਜਿਹੜੀ ਬਣੀ ਹੈ ਸਥਿਤੀ, ਇਹਦੇ ਲਈ ਗਵਰਨਰ ਸਾਹਿਬ ਦੀ ਰਾਜਨੀਤਿਕ ਇੱਛਾ ਸ਼ਕਤੀ, ਪਿੱਛੇ ਵਿਰੋਧੀ ਪਾਰਟੀ ਦੀ ਸਾਜ਼ਿਸ਼, ਕੇਂਦਰ ਦੀ ਜਿਹੜੀ ਹੈ ਬੀਜੇਪੀ ਸਰਕਾਰ, ਉਹਦੇ ਵੱਲੋਂ ਪਰਦੇ ਪਿੱਛੇ ਖੇਲਿਆ ਜਾ ਰਿਹਾ ਖੇਲ। ਜਿੱਦਾਂ ਆਪਾਂ ਹੁਣੇ ਦੇਖ ਕੇ ਹਟੇ ਆ ਕਿ ਦਿੱਲੀ ਐਮਸੀਡੀ ਦੇ ਵਿੱਚ ਮੇਅਰ ਦੀ ਚੋਣ ਸਭ ਨੂੰ ਪਤਾ ਸੀ ਕਿ 134 ਜਿਹੜੇ ਆ ਆਮ ਆਦਮੀ ਪਾਰਟੀ ਦੇ ਜਿੱਤੇ ਆ, ਬੀਜੇਪੀ ਦੇ 104-5 ਜਿੱਤੇ ਆ।
ਕਿ ਮੇਅਰ ਆਮ ਆਦਮੀ ਪਾਰਟੀ ਦਾ ਬੰਦਾ ਹੈ, ਉੱਥੇ ਵੀ ਲੈਫਟੀਨੈਂਟ ਗਵਰਨਰ ਦੇ ਥਰੂ ਬੜਾ ਦਖਲਅੰਦਾਜ਼ੀ ਕੀਤੀ ਗਈ। ਅਖੀਰ ਸੁਪਰੀਮ ਕੋਰਟ ਜਾਣਾ ਪਿਆ। ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਫਿਰ ਉਸ ਤੋਂ ਬਾਅਦ ਚੋਣ ਹੋਈ ਤੇ ਮੇਅਰ ਫਿਰ ਆਮ ਆਦਮੀ ਪਾਰਟੀ ਦਾ ਬਣਿਆ। ਇਦਾਂ ਹੀ ਪੰਜਾਬ ਦੇ ਵਿੱਚ ਇਹ ਗਵਰਨਰ ਸਾਹਿਬ ਦੇ ਥਰੂ ਜਿਹੜਾ ਹੈ ਚੁਣੀ ਹੋਈ ਸਰਕਾਰ ਨੂੰ ਦਖਲਅੰਦਾਜ਼ੀ ਕਰਨ ਦੇ ਲਈ, ਉਹਦੇ ਕੰਮਾਂ ਦੇ ਵਿੱਚ ਉਹਨੂੰ ਡੀਰੇਲ ਕਰਨ ਦੇ ਲਈ ਗਵਰਨਰ ਸਾਹਿਬ ਦੀ ਜਿਹੜੀ ਸੱਤਾ ਦਾ ਪਰ ਪਾਸੀ ਸਾਹਿਬ ਇਦੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ, ਇਦੋਂ ਪਹਿਲਾਂ ਵੀ ਬਜਟ ਪੇਸ਼ ਹੁੰਦੇ ਰਹੇ ਆ, ਹਰ ਗੱਲ ਤੇ ਆਮ ਆਦਮੀ ਪਾਰਟੀ ਦੇ ਸਿੰਘ ਕਿਉਂ ਫਸਦੇ ਆ? ਦੇਖੋ ਜਿੱਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹੈ ਨਾ, ਮੈਨੂੰ ਪਤਾ ਕਿ ਅੱਜ ਹੋ ਸਕਦਾ ਕਾਂਗਰਸ ਦੇ ਦੁਆਰੇ ਗਵਰਨਰ ਸਾਹਿਬ ਦੇ ਹੱਕ 'ਚ ਬੋਲਣ, ਪਰ ਜਨਵਰੀ ਦੇ ਵਿੱਚ ਹੀ ਖੜਗੇ ਸਾਹਿਬ ਨੇ, ਆਵਾਜ਼ ਆ ਰਹੀ ਹੈ ਜੀ ਮੇਰੀ? ਹਾਂਜੀ ਆ ਰਹੀ ਹੈ। ਖੜਗੇ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਜਿਹੜੇ ਗਵਰਨਰ ਹੈ ਉਹ ਬੀਜੇਪੀ ਦੇ ਕਾਰਜਕਰਤਾਵਾਂ ਦੀ ਤਰ੍ਹਾਂ ਐਕਸ਼ਨ ਕਰ ਰਹੇ ਹੈ। ਪੱਛਮੀ ਬੰਗਾਲ ਦੇ ਵਿੱਚ ਤੁਸੀਂ ਦੇਖੋ, ਔਰ ਗਵਰਨਰ ਸਾਹਿਬ ਹੈ ਇਹ ਜਦੋਂ ਤਾਮਿਲਨਾਡੂ ਦੇ ਵਿੱਚ ਸੀ ਉੱਥੇ ਇਹਨਾਂ ਨੇ ਲਗਾਤਾਰ ਪਰੇਸ਼ਾਨ ਕੀਤਾ। ਉੱਥੇ ਅਕਤੂਬਰ ਦੇ ਵਿੱਚ ਇਹਨਾਂ ਨੇ ਕਹਿਤਾ ਸੀ ਕਿ ਇੱਥੇ ਤਾਂ ਵੀਸੀ ਦੀਆਂ ਪੋਸਟਾਂ ਵਿਕਦੀਆਂ ਤਾਮਿਲਨਾਡੂ ਦੇ ਵਿੱਚ। ਫਿਰ ਦਸੰਬਰ ਦੇ ਵਿੱਚ ਡੀਐਮਕੇ ਨੇ ਇਹਨਾਂ ਦੇ ਖਿਲਾਫ ਡੈਮੋਨਸਟ੍ਰੇਸ਼ਨ ਕੀਤੀ ਸੀ। ਟਾਈਮਜ਼ ਆਫ ਇੰਡੀਆ ਦੀ ਰਿਪੋਰਟਸ ਤੁਸੀਂ ਚੱਕ ਲਓ, ਇਹਨਾਂ ਦੇ ਖਿਲਾਫ ਜਿਹੜਾ ਹੈ 2-3 ਪਾਰਟੀਆਂ ਇਕੱਠੀਆਂ ਹੋ ਗਈਆਂ ਸੀ। ਸੋ ਇਹ ਉੱਥੇ ਵੀ ਪਰੇਸ਼ਾਨ ਕਰਦੇ ਰਹੇ ਹੈ, ਔਰ ਜਿਹੜੇ ਪੱਛਮੀ ਬੰਗਾਲ ਦੀ ਸਰਕਾਰ ਨੂੰ ਪਰੇਸ਼ਾਨ ਕਰਦੇ ਸੀ ਉਹਨਾਂ ਨੂੰ ਬੀਜੇਪੀ ਨੇ ਤੁਹਾਡਾ ਕਹਿਣ ਤੋਂ ਭਾਵ ਇਹ ਵੀ ਜਿੱਥੇ ਗੈਰ ਬੀਜੇਪੀ ਸਰਕਾਰ ਵਾਲੇ ਸੂਬੇ ਹੈ ਉੱਥੇ ਬੀਜੇਪੀ ਇਸੇ ਤਰੀਕੇ ਦੀਆਂ ਸਥਿਤੀਆਂ ਪੈਦਾ ਕਰਦੀ ਹੈ। ਮੈਂ ਸਰੀਨ ਸਾਹਿਬ ਤੋਂ ਪੁੱਛਣਾ ਚਾਹੁੰਦਾ, ਸਰੀਨ ਸਾਹਿਬ ਮਤਲਬ ਇਹ ਸਾਰੀ ਸੱਤਾ ਦੀ ਲਾਲਸਾ ਲਈ, ਸੱਤਾ ਦੀ ਭੁੱਖ ਹੈ ਵੀ ਜਿੱਥੇ ਸਾਡੀ ਸੱਤਾ ਨਹੀਂ ਹੈਗੀ ਉਹਨੂੰ ਉਸ ਸਟੇਟ ਨੂੰ ਡਿਸਟਰਬ ਕਰਕੇ ਰੱਖੋ। ਦੇਖੋ ਇਹ ਗੱਲਾਂ ਬਣਾਉਣ ਨੂੰ ਹੈ ਆਮ ਆਦਮੀ ਪਾਰਟੀ ਪ੍ਰੋਪਗੈਂਡਾ ਪੋਲਿਟਿਕਸ ਕਰਦੀ ਹੈ। ਰਾਜਸਥਾਨ 'ਚ ਵੀ ਹੈ, ਕਦੀ ਰਾਜਸਥਾਨ 'ਚ ਤਾਂ ਦਿੱਕਤ ਨਹੀਂ ਆਈ। ਤੁਸੀਂ ਸਾਰੇ ਮੇਰੇ ਤੋਂ ਸੀਨੀਅਰ ਬੈਠੇ ਹੋ, ਸਮਝਦਾਰ ਬੈਠੇ ਹੋ। ਸਤੰਬਰ 2022 'ਚ ਵੀ ਇਹਨਾਂ ਨੇ ਇਹ ਜੀ ਗੱਲ ਕੀਤੀ ਸੀ ਮਨਿੰਦਰ ਜੀ, ਉਦੋਂ ਇਜਲਾਸ ਬੁਲਾ ਲਿਆ ਸੀ ਉਹ 25-25 ਕਰੋੜ ਰੁਪਏ ਦਾ ਰੌਲਾ ਪਾ ਕੇ, ਉਹ ਨਾ ਮੁੜ ਕੇ 25 ਕਰੋੜ ਲੱਭਿਆ ਤੇ ਨਾ ਕੋਈ ਗੱਲ ਆਈ ਫੋਨ ਦੇ ਵਿੱਚ। ਇਹ ਜਿਹੜੀ ਗੱਲ ਹੈ, ਜਿਹੜੇ ਗਵਰਨਰ ਸਾਹਿਬ ਨੇ ਉਹਨਾਂ ਨੂੰ ਪੁੱਛਿਆ, ਦੱਸਣਾ ਇਹਨਾਂ ਦਾ ਫਰਜ਼ ਹੈ। ਜਿਹੜੇ ਸੁਪਰੀਮ ਕੋਰਟ ਗਏ ਹੈ, ਸੁਪਰੀਮ ਕੋਰਟ ਨੂੰ ਵੀ ਤਾਂ ਸਭ ਕੁਝ ਦੱਸਣਾ ਹੀ ਪੈਣਾ ਹੈ। ਸੁਪਰੀਮ ਕੋਰਟ ਨਹੀਂ, ਉਹ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਆ, ਤੁਹਾਨੂੰ ਜਵਾਬਦੇਹ ਨਹੀਂ ਹੈਗੇ। ਇਹ ਤਾਂ ਫਿਰ ਇਹ ਹੈ, ਇਹ ਤਾਂ ਕੱਲ ਕਹਿਣਗੇ ਗਵਰਨਰ ਨੂੰ ਅਸੀਂ ਮੰਨਦੇ ਹੀ ਨਹੀਂ, ਇਹ ਕੱਲ ਨੂੰ ਕਹਿਣਗੇ ਅਸੀਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦੇ। ਇਦਾਂ ਨਹੀਂ ਹੈ। ਇਹ ਪਹਿਲੀ ਵਾਰ ਸਰਕਾਰ ਜਾਏ, ਸਮਝਦੇ ਆ ਕਿ ਹਰ ਕਿਸੇ ਨੂੰ ਅਸੀਂ ਜਵਾਬ ਦਈਏ ਨਾ, ਕਿਸੇ ਨੂੰ ਦੱਸੀਏ ਨਾ ਅਸੀਂ ਖਰਚੇ ਕਿੱਥੇ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ, ਕਿੱਦਾਂ ਕਰ ਰਹੇ ਹਾਂ। ਲੋਕਾਂ ਜਿਹੜੇ ਕਰਜ਼ੇ ਲੈ ਰਹੇ ਹਾਂ ਅਸੀਂ 35,000 ਕਰੋੜ ਦਾ ਕਰਜ਼ਾ ਲੈ ਲਿਆ 10 ਮਹੀਨਿਆਂ 'ਚ, ਉਹਦੀ ਕੋਈ ਜਵਾਬਦੇਹੀ ਨਹੀਂ। ਇਹ ਸਾਰੀਆਂ ਪਾਰਟੀਆਂ ਤੇ ਰੋਕ ਲਾਉਂਦੇ ਰਹੇ। ਕਾਂਗਰਸ ਗਲਤ ਹੈ, ਅਕਾਲੀ ਦਲ ਗਲਤ ਹੈ, ਬੀਜੇਪੀ ਗਲਤ ਹੈ, ਅਸੀਂ ਇਕੱਲੇ ਸਹੀ ਹੈ। ਤੇ ਜਦੋਂ ਦੱਸਣ ਦੀ ਵਾਰੀ ਆਉਂਦੀ ਹੈ ਉਹ 25 ਕਰੋੜ ਵਾਲੇ ਐਮਐਲਏ ਵੀ ਕਿੱਥੇ ਪਤਾ ਨਹੀਂ ਚਲੇ ਗਏ ਇਹਨਾਂ ਦੇ, ਇਨਕੁਆਰੀ ਕਿੱਥੇ ਚਲੇਗੀ ਇਹਨਾਂ ਦੀ, ਜਿਹਦੇ ਕਰਕੇ ਇੱਡਾ ਹਾਉ ਹੱਲਾ ਬੁਲਾ ਕੇ ਇਜਲਾਸ ਬੁਲਾ ਲਿਆ। ਝੂਠੀ ਗੱਲ ਕਹਿ ਕੇ ਬਿਜਲੀ ਦੇ ਮਤੇ ਤੇ ਕਿਸਾਨਾਂ ਦੀ ਗੱਲ ਦਾ ਨਾਮ, ਪਰਾਲੀ ਦਾ ਨਾਮ ਲੈ ਕੇ ਇਹਨਾਂ ਨੇ ਇਜਲਾਸ ਬੁਲਾਇਆ। ਇਜਲਾਸ ਬੁਲਾ ਕੇ ਫਿਰ ਮਤਾ ਬਾਈਪਾਸ ਕਰਕੇ ਪਾਸ ਕੀਤਾ। ਝੂਠ ਹੈ ਨਾ। ਤੇ 1 ਕਰੋੜ ਰੁਪਇਆ ਲੱਗਦਾ ਜੀ ਮਿੰਟ ਦੇ, 1 ਮਿੰਟ ਦਾ ਲੱਖਾਂ ਰੁਪਇਆ ਖਰਚਾ ਹੈ। ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈ ਪੰਜਾਬ ਦੇ ਪੈਸੇ ਦਾ, ਕਿਉਂਕਿ ਇਹ ਸੱਤਾ 'ਚ ਮਸਤ ਹੈ। ਇਹ ਸਿਰਫ ਪ੍ਰੋਪਗੈਂਡਾ ਕਰਨ ਦੇ ਲਈ ਕਿ ਅਸੀਂ ਬੀਜੇਪੀ ਦੇ ਖਿਲਾਫ ਪ੍ਰੋਪਗੈਂਡਾ ਕਰੀਏ, ਕਿਉਂਕਿ ਅਸੀਂ ਜੋ ਵਾਅਦੇ ਕੀਤੇ ਉਹ ਤਾਂ ਡਿਲੀਵਰ ਨਹੀਂ ਕੀਤੇ। ਪੰਜਾਬ ਦੇ ਵਿੱਚ ਖਿਲਾੜੀ, ਵਪਾਰੀ ਲੋਕ ਮਰ ਰਹੇ ਹੈ, ਉਹਦੇ ਤੇ ਗੱਲ ਨਾ ਹੋਏ। ਨਹੀਂ, ਉਹ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੀ ਗੱਲ ਰੱਖੀ ਜਾਂਦੀ ਹੈ ਇਸ ਤਰੀਕੇ ਦੀ ਸੂਬਿਆਂ ਦੇ ਅੰਦਰ ਗਵਰਨਰ ਦੀ ਇੰਟਰਫੇਰੈਂਸ ਕਦੇ ਪਹਿਲਾਂ ਵੇਖਣ ਨੂੰ ਨਹੀਂ ਮਿਲੀ, ਖਾਸ ਕਰਕੇ ਜਿਹੜੀ ਹੁਣ ਇਹਨਾਂ ਦੇ ਰਜੀਮ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਵੀ ਇਹ ਸਾਰਾ ਕੁਝ ਗਵਰਨਰ ਜਿਹੜੇ ਨੇ ਉਹ ਬੀਜੇਪੀ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਆ। ਦੇਖੋ ਜੇ ਐਡ ਤੇ ਰੋਜ਼ ਦੇ ਕਰੋੜਾਂ ਰੁਪਏ ਖਰਚ ਹੋ ਰਹੇ, ਜੇ ਪੁੱਛ ਲਿਆ ਗਲਤ ਹੈ। ਗਵਰਨਰ ਸਾਹਿਬ ਨੇ ਕੋਈ ਘਰ ਤਾਂ ਕੁਝ ਲੈ ਨਹੀਂ ਜਾਣਾ ਆਪਣੇ। ਗਵਰਨਰ ਸਾਹਿਬ ਕੋਲੇ ਪੁੱਛਣ ਦਾ ਅਧਿਕਾਰ ਹੈ ਤੇ ਦੱਸਣਾ ਇਹਨਾਂ ਦਾ ਫਰਜ਼ ਹੈ। ਇਹ ਬਜਾਏ ਹਾਉ ਹੱਲਾ ਕਰਨ ਦੇ ਬਜਟ ਇਹਨਾਂ ਦਾ ਇੰਨਾ ਵਧੀਆ ਤੇ ਉਹਨਾਂ ਨੂੰ ਦੱਸ ਦੇਣ। ਔਰ ਸੁਪਰੀਮ ਕੋਰਟ ਨੇ ਵੀ, ਸੁਪਰੀਮ ਕੋਰਟ ਗਵਰਨਰ ਸਾਹਿਬ ਹੁਣ ਇੱਕ ਹੋਰ ਗੱਲ, ਸੁਪਰੀਮ ਕੋਰਟ ਦੇ ਫੈਸਲੇ ਦਾ ਇਹਨਾਂ ਨੇ ਕੀਤਾ, ਜੇ ਤਾਂ ਫੈਸਲਾ ਇਹਨਾਂ ਦੇ ਹੱਕ 'ਚ ਆ ਗਿਆ ਇਹਨਾਂ ਨੇ ਕਹਿਣਾ ਠੀਕ ਹੈ ਜੀ, ਜੇ ਕਿਤੇ ਫੈਸਲਾ ਉਲਟ ਆ ਗਿਆ ਇਹਨੇ ਕਹਿਣਾ ਜੀ ਸੁਪਰੀਮ ਕੋਰਟ ਵੀ ਕੇਂਦਰ ਸਰਕਾਰ ਦੇ ਅਧੀਨ ਚੱਲ ਰਿਹਾ ਹੈ ਜੀ। ਇਹਨਾਂ ਨੇ 2 ਮਿੰਟ ਨਹੀਂ ਲਾਣੇ।
ਚਲੋ ਠੀਕ ਹੈ, ਗਰਿਮਾ ਬਣੀ ਰਵੇ, ਠੀਕ ਹੈ। ਉਹਦੇ ਤੇ ਪੈਰਾ ਦਿੰਦੇ ਹਾਂ। ਅਸੀਂ ਕਹਿੰਦੇ ਅਸੀਂ ਕਿਸੇ ਪ੍ਰਕਾਰ ਦਾ ਵਾਦ ਵਿਵਾਦ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਨਾ ਹੋਵੇ। ਜਦੋਂ ਸੈਸ਼ਨ ਚੱਲੇ ਉਹ ਮਤਲਬ ਲੋਕਾਂ ਦੇ ਪੈਸੇ, ਚਲੋ ਠੀਕ ਹੈ, ਦੁਰਵਰਤੋਂ ਕਿਸੇ ਵੀ ਚੀਜ਼ ਦੀ ਨਾ ਹੋਵੇ, ਨਾ ਪਾਵਰ ਦੀ ਹੋਵੇ, ਨਾ ਪੈਸੇ ਦੀ ਹੋਵੇ, ਨਾ ਹੰਕਾਰ ਦੀ ਹੋਵੇ, ਨਾ ਕਿਸੇ ਹੋਰ ਸ਼ਕਤੀ ਦੀ। ਦੁਰਵਰਤੋਂ ਤਾਂ ਹੋਣੀ ਨਹੀਂ ਚਾਹੀਦੀ। ਜਵਾਬ ਦੇਣਾ ਚਾਹ ਰਿਹਾ। ਇੱਕ ਮਿੰਟ ਦੇ ਲਿਓ, ਪਹਿਲਾਂ ਮੈਂ ਬਾਕੀ ਬੁਲਾਰਿਆਂ ਦੇ ਜਵਾਬ ਲੈ ਲਾਂ। ਪਾਸੀ ਸਾਹਿਬ ਥੋੜਾ ਜਿਹਾ ਇਤਮਾਨਾਨ ਦੇ ਨਾਲ। ਹਰਪ੍ਰੀਤ ਜੀ, ਕੀ ਕਾਂਗਰਸ ਦੀ ਸਰਕਾਰ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਚੱਲਦੀ ਰਹੀ ਹੈ, ਮਿਲੀ ਭੁਗਤ ਚੱਲਦੀ ਰਹੀ ਹੈ? ਕੈਪਟਨ ਅਮਰਿੰਦਰ ਸਿੰਘ ਹੋਰਾਂ ਵੇਲੇ ਤਾਂ ਅਜਿਹਾ ਕੁਝ ਨਹੀਂ ਵੇਖਣ ਨੂੰ ਮਿਲਿਆ, ਚਾਹੇ ਉਹ 2002 ਵਾਲੇ ਰਜੀਮ ਦੀ ਗੱਲ ਕਰ ਲਈਏ, ਚਾਹੇ 17 ਵਾਲੇ ਦੀ ਗੱਲ ਕਰ ਲਈਏ, ਕਦੇ ਢੀਕਾ ਨਹੀਂ ਲੱਗਿਆ। ਵੇਖੋ ਗੱਲ ਇਹ ਹੈ ਧਾਲੀਵਾਲ ਸਾਹਿਬ, ਮਸਲਾ ਇਹ ਹੈ ਵੀ ਹਮੇਸ਼ਾ ਅਕਸਰ ਆਪਾਂ ਦੇਖਦੇ ਹਾਂ ਕਿ ਕੇਂਦਰ ਦੇ ਵਿੱਚ ਕਿਸੇ ਪਾਰਟੀ ਦੀ ਸਰਕਾਰ ਹੁੰਦੀ ਹੈ, ਸੂਬੇ 'ਚ ਕਿਸੇ ਪਾਰਟੀ ਦੀ ਸਰਕਾਰ ਹੁੰਦੀ ਹੈ, ਗਵਰਨਰ ਕੇਂਦਰ ਵੱਲੋਂ ਲਾਏ ਜਾਂਦੇ ਆ, ਸੂਬੇ ਦੀਆਂ ਸਰਕਾਰਾਂ ਜਿਹੜੀਆਂ ਉਹ ਕਿਉਂਕਿ ਉਹਨਾਂ ਦੀ ਵੱਖਰੀ ਆਈਡੀਓਲੋਜੀ ਔਰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਹੁੰਦੇ ਨੇ, ਕਈ ਵਾਰ ਕੇਂਦਰ ਸਰਕਾਰ ਨੂੰ ਮਨਜ਼ੂਰ ਨਹੀਂ ਹੁੰਦੇ। ਲੇਕਿਨ ਦੇਖੋ, ਜੇ ਤੁਸੀਂ ਸੱਚੇ ਹੋ, ਜੇਕਰ ਤੁਸੀਂ ਇਮਾਨਦਾਰ ਹੋ, ਤਾਂ ਤੁਹਾਨੂੰ ਗੱਲਾਂ ਦੇ ਜਵਾਬ ਦੇਣ ਤੋਂ ਭੱਜਣਾ ਨਹੀਂ ਚਾਹੀਦਾ। ਅਸਲ ਦੇ ਵਿੱਚ ਜੋ ਇਹ ਗਵਰਨਰ ਨਾਲ ਅੱਡ ਹੈ ਨਾ, ਮੈਂ ਸਮਝਦਾ ਧਾਲੀਵਾਲ ਸਾਹਿਬ ਇਹ ਵੀ ਦਿੱਲੀ ਮਾਡਲ ਹੈ। ਇਹ ਬਹੁਤ ਦਿੱਲੀ ਮਾਡਲ ਪ੍ਰਚਾਰ ਤੇ ਸੀ ਨਾ, ਇਹ ਵੀ ਇੱਕ ਦਿੱਲੀ ਮਾਡਲ ਹੈ, ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਨੇ ਲੋਕਾਂ ਦੀ ਸਿੰਪਥੀ ਵਿਨ ਕੀਤੀ, 2-3 ਵਾਰੀ ਸਰਕਾਰ ਬਣਾਈ, ਇਹੀ ਗੱਲ ਕਹਿ ਕੇ ਗਵਰਨਰ ਸਾਨੂੰ ਕੰਮ ਨਹੀਂ ਕਰਨ ਦਿੰਦਾ, ਕੇਂਦਰ ਸਰਕਾਰ ਦੇ ਇਸ਼ਾਰੇ ਤੇ ਗਵਰਨਰ ਇਹ ਕਰ ਰਿਹਾ, ਗਵਰਨਰ ਉਹ ਕਰ ਰਿਹਾ। ਸਾਨੂੰ ਮੈਂ ਕਹਿੰਦਾ ਕਰ ਰਿਹਾ ਹੋਊਗਾ, ਲੇਕਿਨ ਪੰਜਾਬ ਦੀ ਜਿਹੜੀ ਮਾਮਲਾ ਹੈ, ਪੰਜਾਬ ਦਾ ਜਿਹੜਾ ਕੇਸ ਹੈ ਉਹ ਬਿਲਕੁਲ ਡਿਫਰੈਂਟ ਹੈ। ਪੰਜਾਬ ਇੰਡੀਪੈਂਡੈਂਟ ਸਟੇਟ ਹੈ, ਦਿੱਲੀ ਪੂਰਨ ਸਟੇਟ ਨਹੀਂ ਹੈ। ਦਿੱਲੀ ਦੇ ਵਿੱਚ ਹੋ ਸਕਦਾ ਗਵਰਨਰ ਦਾ ਦਖਲ ਮੰਨਦੇ ਹਾਂ ਅਸੀਂ, ਪੰਜਾਬ 'ਚ ਇਹੋ ਜਿਹਾ ਕੁਝ ਨਹੀਂ ਹੈ। ਪੰਜਾਬ ਦੇ ਵਿੱਚ ਜੇ ਗਵਰਨਰ ਨੇ ਸਿੰਪਲ ਲੈਟਰ ਲਿਖ ਕੇ ਤੁਹਾਨੂੰ ਸਵਾਲ ਪੁੱਛ ਲਿਆ, ਤੁਸੀਂ ਜਵਾਬ ਦੇ ਦਿਓ। ਤੁਸੀਂ ਰੌਲਾ ਵਧਾਉਂਦੇ ਕਿਉਂ? ਤਰਾਸਦੀ ਹੈ। ਦੇਖੋ, ਇਹ ਬੜਾ ਅਨਫੋਰਚੂਨੇਟ ਹੈ ਕਿ ਐਡੇ ਪੂਰਨ ਬਹੁਮਤ ਦੀ ਸਰਕਾਰ ਹੋਵੇ ਜਿਹੜੀ ਪੰਜਾਬ ਨੇ ਕਦੇ ਵੀ ਨਹੀਂ ਦੇਖੀ। ਸਾਡੇ ਇੱਥੇ 91 MLA ਸ਼ਾਇਦ ਹੁੰਦੇ ਸੀ, 91 ਜਾਂ 92 MLA ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਰਲਾ ਕੇ ਉਦੋਂ ਇੱਕ ਵਾਰ ਇਹ ਸਰਕਾਰ ਐਡੇ ਪੂਰਨ ਬਹੁਮਤ ਦੀ ਬਣੀ ਸੀ, ਤੇ ਉਸ ਤੋਂ ਬਾਅਦ ਇਹ ਸਿੰਗਲ ਪਾਰਟੀ ਨੂੰ ਇੰਨੀ ਮੈਜੋਰਟੀ ਮਿਲੀ, ਕਦੀ ਹੋਇਆ ਨਹੀਂ ਪੰਜਾਬ 'ਚ। ਸੋ ਇਹ ਉਸ ਦੇ ਬਾਵਜੂਦ ਬੜਾ ਅਨਫੋਰਚੂਨੇਟ ਹੈ ਕਿ ਫਿਰ ਇੱਥੇ ਪੰਜਾਬ ਦੇ ਵਿੱਚ ਅਸੀਂ ਕਨਸਟੀਟਿਊਸ਼ਨਲ ਕ੍ਰਾਈਸਿਸ ਦੇਖ ਰਹੇ ਹਾਂ। ਤੇ ਇਹ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ? ਇਹਦੇ ਪਿੱਛੇ ਇਹਨਾਂ ਦੀਆਂ ਖੁਦ ਦੀਆਂ ਨਲਾਇਕੀਆਂ ਜ਼ਿੰਮੇਵਾਰ ਨੇ, ਇਹਦੇ ਪਿੱਛੇ ਇਹਨਾਂ ਦਾ ਗੈਰ ਤਜਰਬੇਕਾਰ ਹੋਣਾ ਜ਼ਿੰਮੇਵਾਰ ਹੈ। ਅਸਲ ਦੇ ਵਿੱਚ ਜਦੋਂ ਹਾਰਦੇ ਹੋਈਏ ਤੇ ਉਦੋਂ ਜਿਵੇਂ ਕਹਿੰਦੇ ਨੇ ਖੇਡ ਖਿਲਾਰ ਦੇਈਦੀ ਹੈ, ਰੌਲਾ ਪਾ ਲਈਦਾ, ਕਿਉਂਕਿ ਹਾਰਦੇ ਹੋ ਨਾ, ਆਪਾਂ ਝੂਠੇ ਆ। ਤੇ ਦੇਖੋ, ਮੈਂ ਤੁਹਾਨੂੰ ਤਜਰਬਾ ਤਾਂ ਕਰਕੇ ਆਊਗਾ ਹਰਪ੍ਰੀਤ ਜੀ, ਤਜਰਬਾ ਕਰਕੇ ਆਊਗਾ, ਲੇਕਿਨ ਜੋ ਗੱਲਾਂ ਕਰਕੇ ਆਏ ਸੀ ਵੀ ਸਾਨੂੰ ਤਾਂ ਸਾਰਾ ਕੁਝ ਪਤਾ ਹੈ, ਉਹਦਾ ਜਵਾਬ ਚਲੋ ਆਪਾਂ ਇਹ ਗੱਲ ਮੰਨ ਲੈਂਦੇ ਵੀ ਉਹਨਾਂ ਦਾ ਜਵਾਬ ਦੇਣਾ, ਧਾਲੀਵਾਲ ਸਾਹਿਬ ਇੱਕ ਤੁਹਾਨੂੰ ਮੈਂ ਗੱਲ ਦੱਸਾਂ, ਨਾ ਦੇਣਾ ਠੀਕ ਜਾਂ ਗਲਤ, ਪਰ ਕੀ ਉਹ ਇਸ ਤਰੀਕੇ ਦੀ ਦਖਲ ਅੰਦਾਜ਼ੀ ਕਰਨੀ ਜਿਸ ਦਾ ਜ਼ਿਕਰ ਸਰਕਾਰ ਕਰ ਰਹੀ, ਉਹ ਠੀਕ ਹੈ? ਬਿਲਕੁਲ ਬਿਲਕੁਲ, ਉਹ ਤੇ ਵੀ ਆਉਂਦੇ ਆ। ਮੈਂ ਇਹ ਤਾਂ ਨਹੀਂ ਕਹਿ ਰਿਹਾ ਵੀ ਗਵਰਨਰ ਸਾਹਿਬ ਜੋ ਕਰ ਰਹੇ ਨੇ ਉਹੀ ਸੋਰਾਂ ਵਾਲੇ ਠੀਕ ਹੈ। ਮੈਂ ਇਹ ਕਹਿ ਰਿਹਾ ਤੁਸੀਂ ਇਹਨਾਂ ਨੂੰ ਸਵਾਲ ਪੁੱਛ ਲਓ, ਇਹ ਕਹਿਣਗੇ ਤੁਹਾਨੂੰ ਜਵਾਬ ਦੇ ਨਹੀਂ। ਕੋਈ ਹੋਰ ਪੁੱਛ ਲਿਓ, ਕਹਿਣਗੇ ਤੁਹਾਨੂੰ ਜਵਾਬ ਦੇ ਨਹੀਂ। ਜਿਹੜਾ ਇਹਨਾਂ ਨੂੰ ਸਵਾਲ ਪੁੱਛੇਗਾ ਕਹਿਣਗੇ ਅਸੀਂ ਤੈਨੂੰ ਜਵਾਬ ਦੇ ਨਹੀਂ। ਤੇ ਫਿਰ ਤੁਸੀਂ ਪਤੰਦਰੋ ਜਵਾਬ ਦੇ ਕਿਹਨੂੰ ਹੋ? ਕਿਸੇ ਨੂੰ ਤਾਂ ਅਲਟੀਮੇਟਲੀ ਜਵਾਬ ਦੇ ਹੋਣਾ ਪੈਣਾ ਨਾ। ਅਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਆ, ਤੇ ਪੰਜਾਬ ਦੇ ਲੋਕ ਹੀ ਅਸੀਂ, ਸਾਨੂੰ ਜਵਾਬ ਦੇ ਨਹੀਂ, ਇਹ ਪੱਤਰਕਾਰਾਂ ਨੂੰ ਜਵਾਬ ਦੇ ਨਹੀਂ। ਤੇ ਮਤਲਬ ਕਿਹਨੂੰ ਜਵਾਬ ਦੇ ਨੇ? ਫਿਰ ਪੰਜਾਬ ਦਾ ਕਿਹੜਾ ਬੰਦਾ ਇਹੋ ਜਿਹਾ ਆਵੇ ਲਿਆ ਕੇ ਜਿਹਨੂੰ ਇਹਨਾਂ ਦੇ ਸਾਹਮਣੇ ਖੜਾ ਕੀਤਾ ਜਾਵੇ ਤੇ ਉਹਨੂੰ ਜਵਾਬ ਦੇਣਗੇ? ਯਾਰ ਕਿੰਨੀ ਨੌਨਸੈਂਸ ਹੈ। ਹਾਂਜੀ, ਕਹਿਣ ਤੋਂ ਭਾਵ ਐਰੋਗੈਂਟ ਰਵੱਈਆ ਨਹੀਂ, ਉਹ ਤੁਸੀਂ ਇਹਨੂੰ ਐਰੋਗੈਂਟ ਸਮਝਦੇ ਹੋ। ਮੈਂ ਕਹਿੰਦਾ ਝੂਠੇ ਨੇ, ਜਵਾਬ ਹੈ ਹੀ ਨਹੀਂ, ਜਵਾਬ ਹੈ ਨਹੀਂ, ਇਸ ਕਰਕੇ ਰੌਲਾ ਪਾ ਲੈਂਦੇ ਨੇ। ਲੋਕਾਂ ਦੀ ਝੂਠੀ ਸਿੰਪਥੀ ਵਿਨ ਕਰਨ ਲਈ ਕਹਿ ਦੇਣਗੇ ਜੀ ਸਾਨੂੰ ਇਹ ਨਹੀਂ ਕਰਨ ਦਿੱਤਾ ਜਾ ਰਿਹਾ, ਸਾਨੂੰ ਉਹ ਨਹੀਂ ਕਰਨ ਦਿੱਤਾ ਜਾ ਰਿਹਾ। ਤੁਸੀਂ ਇਹ ਹੁਣੇ ਗੱਲ ਚੱਲੀ ਸੀ ਕਿ ਇਹ ਕਿਹਾ ਗਿਆ ਸੀ ਇੱਥੇ ਕਿ ਦੇਖੋ ਇਹਨਾਂ ਨੇ ਜਿਹੜਾ ਰੌਲਾ ਪਾਇਆ ਸੀਗਾ ਉਹ ਕਿ ਸਾਡੇ MLA ਖਰੀਦੇ ਜਾ ਰਹੇ ਨੇ। ਤੁਸੀਂ ਦੱਸੋ ਧਾਲੀਵਾਲ ਸਾਹਿਬ, ਅੱਜ 11 ਮਹੀਨਿਆਂ ਤਾਂ ਗੱਲਾਂ ਸਾਰੀਆਂ ਕਲੀਅਰ ਹੋ ਗਈਆਂ। ਇਹਨਾਂ ਦੇ ਜਿਹੜੇ MLA ਸਰਪੰਚਾਂ ਦੀ ਬਾਹ ਮਰੋੜ ਕੇ 4-4 ਲੱਖ ਰੁਪਏ ਲੈਂਦੇ ਫੜੇ ਗਏ, ਜਿਹੜੇ ਆਇਲਸ ਸੈਂਟਰਾਂ ਤੋਂ ਲੱਖ ਰੁਪਏ ਉਗਰਾਹੀ ਕਰਦੇ ਫੜੇ ਗਏ, ਉਹ 25 ਕਰੋੜ ਨੂੰ ਲੱਤ ਮਾਰ ਦੇਣਗੇ। ਇਹ ਹੋ ਸਕਦਾ? ਇੱਥੋਂ ਤੱਕ ਬਿੱਲੀ ਥੱਲੇ ਬਾਹਰ ਵੈਸੇ ਹੀ ਆ ਗਈ ਹੈ। ਸਵਾਲ ਇਸ ਗੱਲ ਦਾ, ਹੁਣ ਤੁਸੀਂ ਇੱਕ ਸਵਾਲ ਪੁੱਛਿਆ ਸੀ ਵੀ ਗਵਰਨਰ ਸਾਹਿਬ ਜੋ ਕਰ ਰਹੇ ਨੇ। ਦੇਖੋ, ਗਵਰਨਰ ਸਾਹਿਬ ਪੰਜਾਬ ਦੀ ਜਿਹੜੀ ਹੈ ਨਾ ਸਥਿਤੀ ਨੂੰ, ਪੋਲੀਟੀਕਲ ਸਥਿਤੀ ਨੂੰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਸਿੱਧਾ ਦੋਸ਼ ਲਾਣਾ, ਭਾਵੇਂ ਕਿਸੇ ਨੂੰ ਚੰਗਾ ਲੱਗੇ ਤੇ ਭਾਵੇਂ ਲੱਗੇ ਮਾੜਾ। ਉਹਦਾ ਕਾਰਨ ਕੀ ਹੈ ਮੈਂ ਦੱਸਦਾ। ਕਾਰਨ ਵੀ ਉਹਦੇ ਪਿੱਛੇ ਕਾਰਨ ਇਹ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਹੈ ਨਾ, ਉਹਦੇ ਕਰਕੇ ਇਹ ਹੋਏ ਆ ਤਿਲਮਲਾਏ। ਉੱਤੋਂ ਇਹਨਾਂ ਨੂੰ ਗਵਰਨਰ ਸਾਹਿਬ ਨੂੰ ਆਉਂਦੇ ਆਰਡਰ, ਤੇ ਗਵਰਨਰ ਸਾਹਿਬ ਫਿਰ ਉਹੀ ਕਠਪੁਤਲੀ ਦੀ ਤਰ੍ਹਾਂ ਬਿਹੇਵ ਕਰਦੇ ਆ ਜਿਵੇਂ ਕੇਜਰੀਵਾਲ ਦੇ ਸਾਹਮਣੇ
ਭਗਵੰਤ ਮਾਨ ਸਾਹਿਬ ਕਰ ਰਹੇ ਨੇ। ਮੈਂ ਭਗਵੰਤ ਮਾਨ ਨੂੰ ਆਪਣੇ ਤੌਰ ਤੇ ਇਮਾਨਦਾਰ ਆਦਮੀ ਸਮਝਦਾ, ਲੇਕਿਨ ਕੇਜਰੀਵਾਲ ਦੇ ਸਾਹਮਣੇ ਉਹ ਕਠਪੁਤਲੀ ਬਣੇ ਹੋਏ ਆ। ਜੇਕਰ ਇੰਡੀਪੈਂਡੈਂਟਲੀ ਉਹ ਆਪਣੇ ਤੌਰ ਤੇ ਡਿਸੀਜਨ ਲੈ ਕੇ ਆਪ ਕੰਮ ਕਰਨ ਤੇ ਮੈਂ ਸਮਝਦਾ ਹੁਣ ਨਾਲੋਂ ਵਧੀਆ ਰਿਜ਼ਲਟ ਪ੍ਰੋਡਿਊਸ ਕਰ ਸਕਦੇ ਨੇ। ਲੇਕਿਨ ਉਧਰੋਂ ਗਵਰਨਰ ਦੇਖੋ, ਮਸਲਾ ਇਹ ਹੈ ਬਜਟ ਸੈਸ਼ਨ ਦੀ ਗੱਲ ਹੈ, ਕਿੰਨਾ ਇੰਪੋਰਟੈਂਟ ਮੁੱਦਾ ਹੈ। ਪਿਛਲੇ ਸਾਲ ਦਾ ਲੇਖਾ ਜੋਖਾ, ਅਗਲੇ ਸਾਲ ਦੇ ਐਲਾਨ, ਪੰਜਾਬੀਆਂ ਦੇ ਤਾਂ ਸਾਹ ਸੁੱਕੇ ਪਏ ਨੇ ਵੀ ਹੋਣਾ ਕੀ ਹੈ। ਤੇ ਇਹ ਉਧਰ ਗਵਰਨਰ ਸਾਹਿਬ ਜਿਹੜੇ ਆਪਣੇ ਗਵਰਨਰ ਹਾਊਸ ਦੇ ਵਿੱਚ ਏਸੀ ਛੱਡ ਕੇ ਸੁੱਤੇ ਪਏ ਨੇ ਤੇ ਭਗਵੰਤ ਮਾਨ ਸਾਹਿਬ ਆਪਦੀ ਐਸ਼ ਪ੍ਰਸਤੀ ਦੇ ਵਿੱਚ ਬਿਜ਼ੀ ਨੇ। ਲੋਕਾਂ ਦਾ ਕੌਣ ਸੋਚੇਗਾ? ਜਿਹੜੀਆਂ ਗੱਲਾਂ ਕਰਕੇ ਆਏ ਸੀ, ਜਿਹੜੇ ਵਾਅਦੇ, ਜਿਹੜੀਆਂ ਗਰੰਟੀਆਂ, ਉਹਨਾਂ ਚੋਂ ਤਾਂ ਕੁਝ ਵੀ ਪੂਰਾ ਨਹੀਂ ਹੋਇਆ। ਅਖੇ ਜੀ ਬਿਜਲੀ ਦੇ 12-12 ਘੰਟੇ ਦੇ ਕੱਟ ਲੱਗਦੇ ਪਏ ਨੇ, ਪੈਸੇ ਦੇ ਕੇ ਬਿਜਲੀ ਨਹੀਂ ਮਿਲਦੀ। ਇਹ ਕਹਿੰਦੇ ਸੀ ਫ੍ਰੀ ਦੇਵਾਂਗੇ। ਉਹ ਮੁਹੱਲਾ ਕਲੀਨਿਕਾਂ ਦੇ ਹਾਲ ਤੁਸੀਂ ਦੇਖ ਲਏ, 2 ਲੀਟਰ ਰੰਗ ਮਾਰ ਕੇ ਬੋਰਡ ਲਾ ਕੇ ਅਖੇ ਜੀ ਅਸੀਂ ਮੁਹੱਲਾ ਕਲੀਨਿਕ ਉਸਾਰਤੇ ਨੇ। ਉਹ ਪੁਰਾਣੇ ਜਿਹੜੇ ਸਾਡੇ ਪ੍ਰਾਇਮਰੀ ਹੈਲਥ ਸੈਂਟਰ ਸੀਗੇ ਜਾਂ ਸੇਵਾ ਕੇਂਦਰ ਬਣੇ ਹੋਏ ਸੀਗੇ, ਉਹਨਾਂ ਦੀਆਂ ਬਿਲਡਿੰਗਾਂ ਨੂੰ ਇਹਨਾਂ ਨੇ ਮੁਹੱਲਾ ਕਲੀਨਿਕਾਂ 'ਚ ਤਬਦੀਲ ਕਰਤਾ। ਮੁਹੱਲਾ ਕਲੀਨਿਕ ਵੀ ਨਹੀਂ, ਸੇਵਾ ਕਿਹੜਾ ਉਹ ਕੀ ਨਾਂ ਰੱਖਿਆ ਜੀ, ਆਮ ਆਦਮੀ ਕਲੀਨਿਕ। ਉਹ ਸ਼ਰਮ ਕਰੋ ਯਾਰ, ਕਿੰਨਾ ਗੈਰ ਸੰਵਿਧਾਨਕ ਹੈ ਇਹ, ਇਹਨਾਂ ਨੂੰ ਪਤਾ ਹੀ ਨਹੀਂ। ਗੈਰ ਤਜਰਬੇਕਾਰ ਜੋ ਮੈਂ ਪਹਿਲਾਂ ਕਹਿ ਰਿਹਾ। ਮਸਲਾ ਹੈ ਵੀ ਪਬਲਿਕ ਦੇ ਪੈਸੇ ਨਾਲ ਤੁਸੀਂ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਹੋ ਤੇ ਇਸ ਹਿਸਾਬ ਨਾਲ ਤੇ ਕਾਂਗਰਸ ਨੇ ਬਹੁਤ ਕੁਝ ਕੀਤਾ। ਭਾਖੜਾ ਡੈਮ ਦਾ ਨਾਂ ਕਾਂਗਰਸ ਡੈਮ ਰੱਖ ਦਿੰਦੇ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦਾ ਨਾਂ ਕਾਂਗਰਸ ਇੰਸਟੀਚਿਊਟ ਰੱਖ ਦਿੰਦੇ, IIT ਖੜਗਪੁਰ ਦਾ ਨਾਂ ਜੇ ਅਸੀਂ ਫਿਰ ਕਾਂਗਰਸ IIT ਰੱਖ ਦਿੰਦੇ, ਫਿਰ ਤਾਂ ਇਹ ਹੋਣਾ ਚਾਹੀਦਾ ਸੀ। ਤੁਸੀਂ ਇੱਕ 2 ਲੀਟਰ ਰੰਗ ਮਾਰ ਕੇ ਪੁਰਾਣੀਆਂ ਬਿਲਡਿੰਗਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਤੁਸੀਂ ਬੋਰਡ ਲਵਾ ਰਹੇ ਹੋ। ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਫੋਟੋਆਂ ਲਵਾ ਲੈਂਦੇ ਜੀ, ਐਂਬੂਲੈਂਸਾਂ ਤੇ ਲਵਾ ਲੈਂਦੇ ਆ ਜੀ, ਫਤਿਹ ਕਿੱਟਾਂ ਤੇ ਮੁੱਖ ਮੰਤਰੀ ਨੇ ਫੋਟੋਆਂ ਲੱਗੀਆਂ, ਤੁਸੀਂ ਤਾਂ ਖਾਲੀ ਲਿਫਾਫਿਆਂ ਤੇ ਲਾਤੀਆਂ। ਚਲੋ ਠੀਕ ਹੈ, ਜਿਹਦਾ ਜਿੰਨਾ ਜ਼ੋਰ ਚੱਲਿਆ ਉਹਨਾਂ ਕੀਤਾ ਹੀ, ਚਾਹੇ ਨਹਿਰੂ ਮੈਮੋਰੀਅਲ ਦੀ ਗੱਲ ਹੋਵੇ, ਚਾਹੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੀ ਗੱਲ ਹੋਵੇ, ਜਿੰਨਾ ਕੁ ਹੋਇਆ ਸਮੇਂ ਨਾਲ ਸਾਰਾ ਕੋਈ ਆਪਦੀ ਡੋਗੀ ਬਚਾਉਂਦੇ, ਪਰ ਕੁਝ ਬਣਾਇਆ ਨਾ ਮਿਸਯੂਜ਼ ਕਰਕੇ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ। ਸਵਾਲ ਇਹ ਹੈ ਵੀ ਚਲੋ ਤੁਸੀਂ ਮੁਹੱਲਾ ਕਲੀਨਿਕ ਬਣਾ ਲਓ, ਹੋਰ ਬਣਾ ਲਓ, ਉੱਤੇ ਫੋਟੋ ਭਗਵੰਤ ਮਾਨ ਦੀ, ਉੱਤੇ ਨਾਮ ਹੀ ਆਮ ਆਦਮੀ ਕਲੀਨਿਕ, ਆਪਣੀ ਪਾਰਟੀ ਦਾ ਨਾਮ ਦਾ ਪ੍ਰਚਾਰ ਲੋਕਾਂ ਦੇ ਪੈਸੇ ਨਾਲ ਕਰੋਗੇ ਔਰ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਸਾਰੇ ਦੇਸ਼ 'ਚ ਪ੍ਰਚਾਰ ਕਰ ਰਹੇ ਆ। ਇਹ ਸਵਾਲ ਤਾਂ ਬਣਦਾ ਹੈ ਨਾ। ਇੱਕ ਮਿੰਟ, ਮੈਂ ਗਵਰਨਰ ਦੀ ਵਕਾਲਤ ਨਹੀਂ ਕਰ ਰਿਹਾ, ਮੈਂ ਫੇਰ ਕਹਿਣਾ ਗਵਰਨਰ ਸਾਹਿਬ ਕਠਪੁਤਲੀ ਦੀ ਤਰ੍ਹਾਂ ਬਿਹੇਵ ਕਰ ਰਿਹਾ, ਲੇਕਿਨ ਇਹ ਸਵਾਲ ਵੀ ਉਹਨਾਂ ਦਾ ਜਾਇਜ਼ ਹੈ ਕਿ ਭਾਈ ਜਿਹੜਾ ਤੁਸੀਂ ਪ੍ਰਚਾਰ ਕਰ ਰਹੇ ਹੋ ਉਹਦੇ ਕੀ ਸੋਰਸਸ ਨੇ, ਕਿੰਨਾ ਪ੍ਰਚਾਰ ਕਿਉਂ ਕਰ ਰਹੇ ਹੋ, ਔਰ ਜਿਹੜੇ ਤੁਸੀਂ ਟੀਚਰਸ ਦਾ ਉਹਨਾਂ ਨੇ ਸਵਾਲ ਪੁੱਛਿਆ ਸੀਗਾ ਕਿ ਉਹਨਾਂ ਦੇ ਕੀ ਤੁਸੀਂ ਮੈਰਿਟ ਦੇ ਆਧਾਰ ਤੇ ਭੇਜੇ, ਜਿਹੜੇ ਸਿੰਗਾਪੁਰ ਭੇਜੇ ਕਿ ਨਹੀਂ ਭੇਜੇ। ਫਿਰ ਉਹਨਾਂ ਨੇ ਕੁਲਦੀਪ ਸਿੰਘ ਚਾਹਲ ਦੇ ਮੁੱਦੇ ਤੇ ਸਵਾਲ ਪੁੱਛਿਆ ਕਿ ਭਾਈ ਇੱਕ ਬੰਦਾ ਅਸੀਂ ਉਹਦੀ ਸ਼ਿਕਾਇਤ ਕਰਕੇ ਉਹਨੂੰ ਡਿਸਮਿਸ ਕਰਕੇ ਭੇਜਿਆ, ਤੁਸੀਂ ਉਹਨੂੰ ਜਾ ਕੇ ਉੱਤੇ ਪ੍ਰਮੋਟ ਕਰ ਦਿੱਤਾ, ਤੇ ਸਵਾਲ ਤੇ ਜਾਇਜ਼ ਨੇ, ਤੇ ਜਵਾਬ ਦੇ ਦੇਣਾ ਯਾਰ, ਕੀ ਦਿੱਕਤ ਹੈ? ਇੱਥੇ ਤੱਕ ਗੱਲ ਹੀ ਨਾ ਪਹੁੰਚੇ। ਇਹ ਸਮਝੋ, ਗੱਲ ਵਧਾਈ ਗਈ ਆਮ ਆਦਮੀ ਪਾਰਟੀ ਦੀ ਸਰਕਾਰ, ਗੱਲ ਵਧਾਈ ਇਸ ਕਰਕੇ ਗਈ ਹੈ ਕਿ ਸਾਨੂੰ ਜਿਹੜਾ ਕਿਸੇ ਨੇ ਸਵਾਲ ਕਿਵੇਂ ਪੁੱਛ ਲਿਆ, ਅਸੀਂ ਲੋਕਾਂ ਦੀ ਨਜ਼ਰ ਦੇ ਵਿੱਚ ਕਿਵੇਂ ਸਿੰਪਥੀ ਵਿਨ ਕਰ ਲਈਏ, ਕਿਉਂਕਿ ਜਵਾਬ ਹੈ ਨਹੀਂ, ਇਸ ਕਰਕੇ ਰੌਲਾ ਪਾਇਆ ਜਾ ਰਿਹਾ। ਉਸ ਰੌਲੇ ਦੇ ਵਿੱਚ ਮੈਂ ਧਾਲੀਵਾਲ ਸਾਹਿਬ ਸਾਫ਼ ਤੌਰ ਤੇ ਕਹੂੰਗਾ ਨੁਕਸਾਨ ਪੰਜਾਬ ਦਾ ਕੀਤਾ ਜਾ ਰਿਹਾ। ਆਪਣੀ ਜਿਹੜੀ ਹੈ ਨਾ ਈਗੋ ਨੂੰ ਇਹ ਕਿਸੇ ਤਰੀਕੇ ਨਾਲ ਹਰਟ ਹੋਣਾ ਬਰਦਾਸ਼ਤ ਨਹੀਂ ਕਰਦੇ। ਠੀਕ ਹੈ, ਪ੍ਰੋਫੈਸਰ ਸਾਹਿਬ ਨੂੰ ਪੁੱਛਣਾ ਚਾਹੁੰਦਾ। ਪ੍ਰੋਫੈਸਰ ਸਾਹਿਬ ਦਾ ਬਹੁਤ ਲੰਮਾ ਤਜਰਬਾ, ਸਾਡੇ ਸਭ ਨਾਲੋਂ ਵੱਧ ਤਜਰਬਾ। ਪ੍ਰੋਫੈਸਰ ਸਾਹਿਬ, ਕੀ ਪਹਿਲਾਂ ਪੰਜਾਬ ਦੇ ਵਿੱਚ ਕਦੇ ਕਿਸੇ ਸਰਕਾਰ ਦੇ ਦਰਮਿਆਨ, ਗਵਰਨਰ ਤੇ ਸਰਕਾਰ ਦੇ ਦਰਮਿਆਨ ਅਜਿਹੀ ਸਥਿਤੀ ਬਣੀ ਹੈ? ਤੇ ਜੇ ਨਹੀਂ ਬਣੀ ਤੇ ਕਿਉਂ ਨਹੀਂ ਬਣੀ, ਤੇ ਜੇ ਹੁਣ ਬਣੀ ਆ ਉਹਦੀ ਕੀ ਖਾਸ ਵਜ੍ਹਾ? ਤੇ ਸਰਕਾਰ ਹੀ ਆਮ ਆਦਮੀ ਪਾਰਟੀ ਦੀ ਪਹਿਲੀ ਹੈ, ਤੇ ਫਿਰ ਨਵੇਂ ਕੰਮ ਹੋਣੇ ਸੀ, ਨਵੇਂ ਇਸ਼ੂ ਹੋਣੇ ਸੀ, ਨਵੀਆਂ ਚੁਣੌਤੀਆਂ ਹੋਣੀਆਂ ਸੀ। ਗੱਲ ਧਾਲੀਵਾਲ ਜੀ ਇਹ ਹੈ, ਲੱਸੀ ਤੇ ਲੜਾਈ ਨੂੰ ਜਿੰਨਾ ਵਧਾਉਣਾ ਵਧਾ ਲਓ। 2 ਬੀਬੀਆਂ ਗਲੀ ਜਾ ਕੇ ਖੜੀਆਂ ਹੋ ਗਈਆਂ, ਇੱਕ ਕਹਿੰਦੀ ਆ ਭੈਣ ਲੜੀਏ, ਉਹ ਕਹਿੰਦਾ ਲੜੇ ਮੇਰੀ ਜੁੱਤੀ, ਉਹ ਕਹਿੰਦੀ ਜੁੱਤੀ ਮਾਰ ਆਪਣੇ ਖਸਮ ਦੇ। ਸ਼ੁਰੂ ਹੋ ਗਈ ਲੜਾਈ। ਤੁਸੀਂ ਮਤਲਬ ਬੜੇ ਇਸ ਕਿਸਮ ਦੀ ਲੜਾਈ ਨੂੰ ਵਧਾਈ ਤੁਰੇ ਜਾਂਦੇ ਆ। ਅਸਲ 'ਚ ਇਹ ਲੜਾਈ ਹੈ ਹੀ ਨਹੀਂ। ਇਹ ਗੱਲ ਤੁਹਾਡੀ ਠੀਕ ਆ, ਮੈਂ ਬਿਲਕੁਲ ਕਾਂਗਰਸ ਦੇ ਪ੍ਰਵਕਤਾ ਨਾਲ ਸਹਿਮਤ ਆ ਕਿ ਗਵਰਨਰ ਆਪਣੇ ਜਿਹੜੇ ਉਹਨਾਂ ਦੇ ਜੁਰਿਸਡਿਕਸ਼ਨ ਆ ਉਹਦੇ ਤੋਂ ਬਾਹਰ ਜਾ ਕੇ ਪੋਲੀਟੀਕਲ ਸਟੈਂਡ ਤੇ ਲੈ ਰਹੇ ਆ, ਪੋਲੀਟੀਕਲ ਪਲਾਏ ਲੈ ਰਹੇ ਆ। ਜਾ ਕੇ ਪਬਲਿਕ ਮੀਟਿੰਗਾਂ ਕਰਨੀਆਂ, DGP ਨੂੰ ਡਾਂਟ ਦੇਣਾ, DGP ਦਾ ਪੁੱਛਦਾ ਤੁਸੀਂ ਜਵਾਬ ਕਿਉਂ ਨਹੀਂ ਦਿੱਤਾ, ਤੁਹਾਡੇ ਤੇ ਦੋਸ਼ ਲਾਇਆ ਨਸ਼ਿਆਂ ਦਾ, ਉਹਨਾਂ ਦਾ। ਕਹਿੰਦੇ ਜੀ ਮੇਰਾ ਗਲਾ ਖਰਾਬ ਤੇ ਗਵਰਨਰ ਸਾਹਮਣੇ ਬਹਿ ਕੇ ਤੇ ਗਲਾ ਹੀ ਖਰਾਬ ਹੋਣਾ ਸੀ। ਕਿਵੇਂ ਬੋਲਣ ਗਵਰਨਰ ਸਾਹਿਬ ਨੂੰ, ਕੌਣ ਕਵੇ? ਹੁਣ ਇਹ ਜਿਹੜਾ ਕੰਮ ਆ ਨਾ, ਇਹ ਤਾਂ ਨਵਾਂ ਆ। ਫਾਰਮਲ ਹੈਡ ਹੈਗੇ ਆ, ਕਨਸਟੀਟਿਊਸ਼ਨਲ ਹੈਡ ਹੈਗੇ ਆ, ਉਹਨਾਂ ਦੀ ਰਿਸਪੈਕਟ ਕਰਨੀ ਬਣਦੀ ਆ, ਕਿਉਂਕਿ ਉਹਨਾਂ ਦੇ ਰਾਹੀਂ ਸਹੁੰ ਚੁੱਕ ਕੇ ਚੀਫ ਮਿਨਿਸਟਰ MLA ਸਾਰੇ ਉਹਨਾਂ ਦੇ ਰਾਹੀਂ ਹੀ ਬਣਦੇ ਆ। ਇਸ ਕਰਕੇ ਜਦੋਂ ਇਹ ਬਣਦੇ ਆ ਉਹਨਾਂ ਦੇ ਰਾਹੀਂ, ਤੇ ਇੱਕ ਫਾਰਮਲ ਹੈਡ ਦੇ ਤੌਰ ਤੇ ਫਾਰਮਲ ਰਿਸਪੈਕਟ ਕਰਨੀ ਬਣਦੀ। ਹੁਣ
ਉਹਨਾਂ ਨੇ ਕੋਈ ਸਵਾਲ ਪੁੱਛੇ, ਜਦ ਪਤਾ ਕਿ ਪਹਿਲਾਂ ਹੀ ਗੱਲ ਤਿੜਕੀ ਹੋਈ ਹੈ ਤੇ ਆਪਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦ ਸਾਨੂੰ ਇਹ ਵੀ ਪਤਾ ਪਾਸੀ ਹੋਣਾ ਦੀ ਪਾਰਟੀ ਨੂੰ, ਪਾਸੀ ਹੋਣਾ ਨੂੰ, ਕਿ ਇਹ ਸਾਨੂੰ ਡੀਸਟੇਬਲਾਈਜ਼ ਕਰਨਾ ਚਾਹੁੰਦੇ ਆ, ਤਾਂ ਵੀ ਸਾਡੇ ਹਿੱਤ 'ਚ ਇਹੀ ਹੈ ਕਿ ਅਸੀਂ ਉਸ ਨੂੰ ਉਹਨੂੰ ਹੋਰ ਅੱਗੇ ਵਧਣ ਨਾ ਦੇਈਏ ਤੇ ਤਰੇੜ ਨੂੰ ਹੋਰ ਪਾੜਾ ਨਾ ਪੈਣ ਦੇਈਏ। ਸਾਡੇ ਹੱਥ 'ਚ ਆ। ਪਰ ਆਪਾਂ ਜੇ ਉਹਦੇ ਤੇ ਹੋਰ ਬਲਦੀ ਤੇ ਮੜ ਜੀ ਤੇਲ ਦੀ ਸ਼ੀਸ਼ੀ ਸੁੱਟ ਦਿਆਂਗੇ ਪੈਟਰੋਲ ਦੀ, ਕੀ ਕੀਤਾ? ਕਿਉਂ ਇਹ ਕਿਹਾ ਕਿ ਮੈਂ ਟਵੀਟ ਤੋਂ ਆਹੀ ਮੇਰਾ ਜਵਾਬ ਸਮਝੋ, ਇਹ ਟਵੀਟ ਹੀ ਮੇਰਾ ਜਵਾਬ ਸਮਝੋ, ਮੈਂ ਪਬਲਿਕ ਨੂੰ ਜਵਾਬ ਦਿਆਂ, ਮੈਂ ਤੁਹਾਨੂੰ ਜਵਾਬ ਦੇ ਨਹੀਂ ਹੈਗਾ, ਆਹ ਕੀ ਗੱਲ ਆ ਫਲਾਨਾ। ਤੁਸੀਂ ਨਹੀਂ ਇੱਥੇ ਹੀ ਨਹੀਂ ਗਿਆ, ਇੰਨਾ ਹੀ ਗਿਆ। ਤੁਸੀਂ ਕਿਵੇਂ ਆਏ ਆ ਉੱਥੋਂ? ਤੁਸੀਂ ਦੱਸੋ ਤੁਹਾਡੀ ਚੋਣ ਕਿਵੇਂ ਹੋਈ ਆ? ਤੁਹਾਨੂੰ ਕਿਵੇਂ, ਕਿਸ ਤਰ੍ਹਾਂ? ਤੁਸੀਂ ਟੀਚਰਾਂ ਬਾਰੇ, ਪ੍ਰਿੰਸੀਪਲਾਂ ਬਾਰੇ ਪੁੱਛਦੇ ਆ, ਆਪਣਾ ਦੱਸੋ ਕਿ ਤੁਹਾਨੂੰ ਕਿਵੇਂ ਚੁਣਿਆ ਗਿਆ। ਯਾਨੀ ਇਹ ਐਨ ਅੱਗ ਲਾਉਣ ਵਾਲੀ ਗੱਲ ਆ ਵੀ ਤਾਂ ਕਿ ਗੱਲ ਠੰਡੀ ਨਾ ਹੋਵੇ। ਇਹਦਾ ਰਾਜਨੀਤਿਕ ਤੌਰ ਤੇ ਪਾਰਟੀ ਨੂੰ, ਭਗਵੰਤ ਮਾਨ ਉਹਨਾਂ ਨੂੰ ਇੱਕ ਫਾਇਦਾ ਹੈ ਕਿ ਮੁੱਦਿਆਂ ਤੋਂ ਗੱਲ ਹਟ ਕੇ ਹੋਰ ਹੀ ਕਿਤੇ ਚਰਚਾ ਚੱਲੀ ਰਹਿੰਦੀ, ਤਾਂ ਹੀ ਅਸੀਂ ਵੀ ਅੱਜ ਟਾਈਮ ਵੇਸਟ ਕਰ ਰਹੇ ਨਹੀਂ ਤੇ ਆਪਾਂ ਕਿਸੇ ਮੁੱਦਿਆਂ ਤੇ ਗੱਲ ਕਰਦੇ। ਪੰਜਾਬ ਦੇ ਕੀ ਕੁਝ ਹੋ ਚੁੱਕਾ, ਕੀ ਕੁਝ ਹੋਣਾ। ਹੁਣ ਕਿਉਂ ਕਰ ਰਹੇ ਆ? ਕਿਉਂਕਿ ਇੱਕ ਵਿੱਚ ਪੇਚ ਪੈ ਗਿਆ। ਉਹਨਾਂ ਨੇ ਕਿਹਾ ਕਿ ਪਹਿਲਾਂ ਮੇਰਾ ਜਵਾਬ ਦਿਓ, ਕਿਉਂਕਿ ਮੈਂ ਕਨਸਟੀਟਿਊਸ਼ਨਲੀ ਜਵਾਬ ਲੈਣ ਦਾ ਹੱਕਦਾਰ ਹੈ। ਆਰਟੀਕਲ 167 ਦੇ ਮੁਤਾਬਕ ਵਟਐਵਰ ਜਿਹੜੇ ਵੀ ਅਲੱਗ-ਅਲੱਗ ਆਰਟੀਕਲ ਹੈਗੇ ਗਵਰਨਰ ਦੇ, ਜਿਹੜੀ ਕੀ ਭੂਮਿਕਾ ਹੈਗੀ ਆ। ਤੁਸੀਂ ਇੱਕ ਫਾਰਮਲ ਜਵਾਬ ਦੇਣ 'ਚ ਕੀ ਹਰਜ ਆ? ਕ੍ਰਾਈਟੇਰੀਆ ਜਿਹੜਾ ਲਾਇਆ ਸੀਗਾ ਤੇ ਉਹ ਉੱਥੇ ਲਿਖ ਕੇ ਦੇ ਦਿੱਤੇ। ਉਹ ਤੁਹਾਨੂੰ CBI ਥੋੜੀ ਹੈ ਗਵਰਨਰ, ED ਨਹੀਂ ਹੈਗੀ, ਕੋਈ ਇਨਵੈਸਟੀਗੇਟਿੰਗ ਏਜੰਸੀ ਨਹੀਂ ਜਿਹੜੀ ਕਿ ਤੁਹਾਨੂੰ ਉੱਥੇ ਫੜ ਲੂਗੀ। ਫਾਰਮਲ ਗੱਲਾਂ ਦੇ ਫਾਰਮਲ ਜਵਾਬ ਦੇ ਕੇ ਗੱਲ ਨੂੰ ਖਤਮ ਰੱਖ ਦੇ, ਹੈ ਨਾ? ਕਿਉਂਕਿ ਜਿਹੜਾ ਹੈਡ ਆ, ਸੈਂਟਰ ਗਵਰਨਮੈਂਟ ਆ, ਉਹ ਜਦੋਂ ਤੁਹਾਨੂੰ ਸਵਾਲ ਪੁੱਛੂਗੀ ਤੇ ਤੁਹਾਨੂੰ ਜਵਾਬ ਤੇ ਦੇਣੇ ਹੀ ਪੈਂਦੇ ਆ ਨਾ, ਕਿਉਂਕਿ ਆਪਾਂ ਉਹਨਾਂ ਤੋਂ ਪੈਸੇ ਲੈਣੇ ਆ, ਅਸੀਂ ਉਹਨਾਂ ਦੇ ਨਾਲ ਰਲ ਕੇ ਚੱਲਣਾ, ਭਾਵੇਂ ਉਹ ਗਲਤ ਹੋਣ ਭਾਵੇਂ ਠੀਕ ਹੋਣ, ਉਹ ਸਾਨੂੰ ਕੁਛ ਨਾ ਕੁਛ ਉਹਦਾ ਓੜ-ਪੋੜ ਕਰਨਾ ਪੈਂਦਾ। ਇਸ ਲਈ ਉਸੇ ਤਰੀਕੇ ਨਾਲ ਸਮਝੋ ਕਿ ਜਿਹੜੀ ਤਾਕਤ ਸੈਂਟਰ ਦੀ ਇੱਥੇ ਰਿਪਰੈਜ਼ੈਂਟ ਕਰ ਰਹੀ ਹੈ, ਤਾਂ ਆਪਾਂ ਉਹਦੇ ਨਾਲ ਇੱਕ ਵਰਕਿੰਗ ਰਿਲੇਸ਼ਨ ਬਣਾ ਕੇ ਰੱਖੀਏ। ਮੇਰਾ ਖਿਆਲ ਹੈ ਕਿ ਇਹ ਦੋਵੇਂ ਪਾਸਿਓਂ ਹੀ ਇਹ ਤਾੜੀ ਵੱਜ ਰਹੀ ਹੈ। ਪਰ ਮਨਜੀਤ ਜੀ, ਇਹ ਗੱਲ ਇਹ ਸਰਕਾਰ ਦੇ ਵੱਲੋਂ ਇੱਕ ਗੱਲ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਬੇਲੋੜਾ ਦਖਲ ਦਿੱਤਾ ਜਾ ਰਿਹਾ ਹੈ, ਲੋੜੋਂ ਵੱਧ ਕਿਸੇ ਦੇ ਇਸ਼ਾਰੇ ਦੇ ਉੱਤੇ ਜਾਣ ਬੁੱਝ ਕੇ। ਇਹ ਤੇ ਦੇਖੋ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਆਪਾਂ ਪੱਛਮੀ ਬੰਗਾਲ ਦਾ ਜਾਂ ਤਾਮਿਲਨਾਡੂ ਦਾ ਜਾਂ ਕੇਰਲਾ ਦਾ ਜਾਂ ਹੋਰ ਦਾ ਇੰਟਰਫੀਰੈਂਸ ਵੱਧ ਰਹੀ ਹੈ, ਕੇਂਦਰੀਕਰਨ ਤੇ ਸੱਤਾ ਦਾ ਹੋ ਰਿਹਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਕੀ ਆਮ ਆਦਮੀ ਪਾਰਟੀ ਜੇ ਇਸ ਤਰ੍ਹਾਂ ਸਮਝਦੀ ਆ ਤੇ ਫੈਡਰਲਿਜ਼ਮ ਦੇ ਹੱਕ ਦੇ ਵਿੱਚ ਕੋਈ ਮੂਵਮੈਂਟ ਛੇੜੂਗੀ? ਇਸ ਗੱਲ ਦੀ ਮੂਵਮੈਂਟ ਛੇੜੂਗੀ ਕਿ ਅਸੀਂ ਗਵਰਨਰ ਦੇ ਅਹੁਦੇ ਨੂੰ ਇਸ ਦੇਸ਼ ਦੇ ਵਿੱਚ ਇਹਦੀ ਕੋਈ ਲੋੜ ਨਹੀਂ, ਅੰਗਰੇਜ਼ਾਂ ਵੇਲੇ ਸੀਗੇ, ਅਸੀਂ ਇਸ ਨੂੰ ਖਤਮ ਕਰਦੇ ਹਾਂ ਕਿਉਂਕਿ ਸੂਬਿਆਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਚੱਲਣ ਦੀ ਦੇਸ਼ ਮੁੱਦੇ ਤੇ ਕਦੀ ਨਹੀਂ ਆਉਣੀ। ਇਸ ਲਈ ਜੇ ਚੱਲਣਾ ਆ ਤਾਂ ਫਿਰ ਕੰਪਰੀਹੈਂਸਿਵ ਇੱਕ ਪਲਾਨ ਬਣਾਓ ਕਿ ਦੇਖੋ ਅਸੀਂ ਚਾਹੁੰਦੇ ਆ ਕਿ ਸੂਬਿਆਂ ਦੇ ਵਾਧੇ ਅਧਿਕਾਰ ਹੋਣ ਤੇ ਕੇਂਦਰ ਦੀ ਘੱਟੋ ਘੱਟ ਇੰਟਰਫੀਰੈਂਸ ਹੋਵੇ। ਉਹ 7 ਮੁੱਦਿਆਂ 'ਚ ਤੇ ਕਿਤੇ ਨਹੀਂ ਜਿਹੜੀਆਂ 7-8 ਗਰੰਟੀਆਂ ਹੈਗੀਆਂ, ਤੇ ਹੈਗਾ ਵਾ ਸੰਘੀ ਢਾਂਚੇ ਨੂੰ ਮਜ਼ਬੂਤ ਕਰਦਾ ਕੋਈ ਮੁੱਦਾ ਕਦੀ ਨਹੀਂ ਕਰਦੇ ਹੈਗੇ, ਕਿਉਂਕਿ ਅਸਲ 'ਚ ਮਾਨਿਆ ਪਲਾਨ ਇਹਨਾਂ ਦੀ ਵੀ ਉਹੀ ਹੈ ਜੋ ਮੋਦੀ ਦੀ ਆ। ਇੱਕ ਤਾਂ ਕੱਲ ਬੁਲਾਰਾ ਇਹਨਾਂ ਦਾ ਕਹਿ ਰਿਹਾ ਸੀਗਾ ਧਾਲੀਵਾਲ ਜੀ, ਉਹ ਤੇ ਕਰਸ ਕਰ ਰਿਹਾ ਸੀ ਵੀ ਸਿਸੋਦੀਆ ਨੂੰ ਫੜ ਲਿਆ, ਇਹਨਾਂ ਨੂੰ ਉਹ ਇੱਕ ਰੱਬ ਦਾ ਰੂਪ ਸੀਗਾ, ਦੇਵਤਾ ਰੂਪੀ ਸੀਗਾ ਬੰਦਾ, ਹੁਣ ਬੀਜੇਪੀ ਦਾ ਕੁਛ ਨਹੀਂ ਬਚਣਾ, ਜਿਵੇਂ ਪਿੰਡਾਂ 'ਚ ਕਹਿੰਦੇ ਹੁੰਦੇ ਆ। ਮੈਨੂੰ ਇਹ ਲੱਗਦਾ ਸੀ ਕਿ ਦੇਖੋ ਕਿੰਨੇ ਬੰਦੇ ਬਲੀਵਰ ਤਕੜੇ ਹੈਗੇ ਆ। ਇਸ ਤਰੀਕੇ ਨਾਲ ਜੇ ਤੁਸੀਂ ਪੋਲਿਟਿਕਸ ਨੂੰ ਕਰੋਗੇ, ਆਈ ਥਿੰਕ ਅਸੀਂ ਤਰਕ ਦੀ ਜਗ੍ਹਾ, ਕਾਨੂੰਨ ਦੀ ਜਗ੍ਹਾ ਤੇ ਆਪਣੀ ਜ਼ਿੰਮੇਵਾਰੀ ਦੀ ਜਗ੍ਹਾ ਕੁਝ ਹੋਰ ਪਾਸੇ ਨੂੰ ਚੱਲ ਰਹੇ। ਬਿਲਕੁਲ ਠੀਕ ਹੈ। ਪਾਸੀ ਸਾਹਿਬ, ਹੁਣ ਆ ਗਈ ਤੁਹਾਡੀ ਵਾਰੀ। ਜਿਹੜਾ ਤੁਹਾਡੇ ਮਨ ਦੇ ਵਿੱਚ ਜੋ ਵੀ ਕੁਝ ਹੋਊਗਾ ਤੁਸੀਂ ਉਹ ਸਾਰਾ ਕੁਝ ਕਹਿਣਾ, ਸਾਰਿਆਂ ਨੂੰ ਜਵਾਬ ਦੇਣਾ। ਪਰ ਮੋਟੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ, ਉਹ ਆ ਰਹੀ ਹੈ ਪਾਰਟੀ ਦੀ, ਸਰਕਾਰ ਦੀ ਐਰੋਗੈਂਸ। ਠੀਕ ਹੈ, ਉਹ ਕਹਿੰਦੇ ਉਹ ਉਸ ਦਖਲ ਨੂੰ ਵੀ ਅਸੀਂ ਗਲਤ ਮੰਨਦੇ ਹਾਂ, ਪਰ ਗੱਲ ਇਹ ਹੈ ਵੀ ਅਜਿਹਾ ਵਤੀਰਾ, ਅਜਿਹਾ ਰੁਖ ਅਪਣਾਉਣ ਦੀ ਕੀ ਲੋੜ ਸੀਗੀ ਤੇ ਜਵਾਬ ਦੇ ਦਿੱਤਾ ਜਾਣਾ ਸੀਗਾ। ਦੇਖੋ, ਸਾਡੇ ਵੱਲੋਂ ਕੋਈ ਐਰੋਗੈਂਸ ਨਹੀਂ। ਪਹਿਲੀ ਚੀਜ਼ ਮੈਂ ਦੱਸਣਾ ਚਾਹ ਰਿਹਾ, ਗਵਰਨਰ ਸਾਹਿਬ ਲਗਾਤਾਰ ਆਪਣੀ ਪਾਵਰਸ ਨੂੰ ਐਕਸੀਡ ਕਰ ਰਹੇ ਆ। ਕਾਉਂਸਲ ਆਫ ਮਿਨਿਸਟਰ ਜਦੋਂ ਐਸਟੈਬਲਿਸ਼ ਹੋ ਜਾਂਦੀ ਹੈ, ਇਸ 'ਚ ਕੋਈ ਸ਼ੱਕ ਨਹੀਂ ਕਿ ਗਵਰਨਰ ਸਾਹਿਬ ਸਹੁੰ ਚੁਕਾਉਂਦੇ ਆ, ਪਰ ਜਦੋਂ ਕਾਉਂਸਲ ਆਫ ਮਿਨਿਸਟਰ ਐਸਟੈਬਲਿਸ਼ ਹੋ ਜਾਂਦੀ ਹੈ ਤਾਂ ਇਹ ਲਾਅ ਹੈਲਡ ਹੋ ਚੁੱਕਿਆ। ਸੁਪਰੀਮ ਕੋਰਟ ਨੇ ਕਿੰਨੀਆਂ ਜਜਮੈਂਟਸ ਇਹਦੇ ਉੱਤੇ ਦੇ ਦਿੱਤੀਆਂ। ਮੇਨ ਚੀਜ਼ ਇਹ ਹੁੰਦੀ ਹੈ ਗਵਰਨਰ ਸਾਹਿਬ ਦੀ ਇਬਾਰਤ ਨਾ ਦੇਖੀ ਜਾਏ, ਉਹਨਾਂ ਦੀ ਪਿੱਛੇ ਮਨਸ਼ਾ ਦੇਖੀ ਜਾਏ। ਮੈਂ ਨਾ ਮੇਰੇ ਕਾਂਗਰਸ ਦੇ ਬੁਲਾਰੇ ਦੇ ਮੈਨੂੰ 2-3 ਲਫ਼ਜ਼ ਸ਼ਰਮ ਕਰੋ, ਪਤੰਦਰੋ ਜਿਹੜੀਆਂ ਗੱਲਾਂ ਕਰ ਰਹੀ ਸੀ, ਤਾਂ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ, ਪਤੰਦਰੋ ਜਦੋਂ ਕਾਂਗਰਸ ਦੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਭਦੌਰੀਆ ਸਾਹਿਬ ਨੇ ਚੀਫ ਸੈਕਟਰੀ ਔਰ DGP ਨੂੰ ਸਿੱਧਾ ਬੁਲਾ ਰਿਹਾ ਸੀ ਤੇ ਤੁਹਾਡੇ ਕਾਂਗਰਸ ਪਾਰਟੀ ਦਾ ਹੀ ਕਹਿਣਾ ਸੀ ਕਿ ਪੈਰਲਲ ਗਵਰਨਮੈਂਟ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਗਵਰਨਰ ਸਾਹਿਬ।
ਔਰ ਦੂਸਰੀ ਚੀਜ਼ ਅਰੁਣਾਚਲ ਔਰ ਉੱਤਰਾਖੰਡ ਦੀ ਜਦੋਂ ਸਰਕਾਰੀਆਂ ਤੋੜੀਆਂ ਕੇਂਦਰ ਦੀ ਸਰਕਾਰ ਬੀਜੇਪੀ ਨੇ, ਤਾਂ ਫਿਰ ਉਹ ਸੁਪਰੀਮ ਕੋਰਟ 'ਚ ਹੀ ਬਹਾਲ ਹੋਈ ਜਾ ਕੇ। ਤੀਸਰੀ ਚੀਜ਼ ਮੈਂ ਪਤੰਦਰੋਂ ਤੁਹਾਨੂੰ ਦੱਸਣਾ ਚਾਹਨਾ ਕਿ ਜੇ ਅਸੀਂ ਸੰਵਿਧਾਨ ਦੀ ਪਾਲਣਾ ਕਰਦੇ ਹਾਂ, ਸੰਵਿਧਾਨ ਨੂੰ ਮੰਨਦੇ ਹਾਂ, ਤਾਂ ਹੀ ਅਸੀਂ ਸੁਪਰੀਮ ਕੋਰਟ ਗਏ ਹਾਂ। ਸੰਵਿਧਾਨ ਦੀ ਰਖਵਾਲੀ ਤਾਂ ਸੁਪਰੀਮ ਕੋਰਟ ਹੈ, ਡਿਸੀਜਨ ਤਾਂ ਸੁਪਰੀਮ ਕੋਰਟ ਦੇ ਮੰਨੇ ਜਾਣੇ ਹੈ। ਔਰ ਇਸ 'ਚ ਕਿਆ ਸ਼ੱਕ ਹੈ? ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਜਦੋਂ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਸੀ ਤਾਂ ਸਤੰਬਰ 2013 ਦੇ ਵਿੱਚ ਉਹਨਾਂ ਨੇ ਦਿੱਲੀ ਆ ਕੇ ਮੋਰਚਾ ਲਾ ਲਿਆ ਸੀ ਕਿ ਕਾਂਗਰਸ ਦੀ ਸਰਕਾਰ ਉਦੋਂ ਐਸੇ ਸਰਕਾਰ ਚਲਾਉਂਦੀ ਸੀ ਸੋਨੀਆ ਗਾਂਧੀ ਜੀ। ਉਹਨਾਂ ਨੇ ਸਤੰਬਰ 2013 ਦੇ ਵਿੱਚ ਮੋਰਚਾ ਲਾ ਲਿਆ ਸੀ ਕਿ ਕਮਲਾ ਬੈਨੀਵਾਲ ਜੋ ਗੁਜਰਾਤ ਦੀ ਗਵਰਨਰ ਹੈ, ਉਹ ਪੈਰਲਰ ਗਵਰਨਮੈਂਟ ਚਲਾ ਰਹੀ ਹੈ, ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਗਵਰਨਰ ਦੀ ਪਾਵਰਾਂ ਦਾ ਮਿਸਯੂਜ਼ ਕਾਂਗਰਸ ਵੀ ਲਗਾਤਾਰ ਕਰਦੀ ਰਹੀ ਹੈ। ਹੁਣ ਬੀਜੇਪੀ ਉਹੀ ਖੇਲ ਖੇਲ ਰਹੀ ਹੈ। 51 ਵਾਰ ਕਾਂਗਰਸ ਨੇ ਚੁਣੀਆਂ ਹੋਈਆਂ ਸਰਕਾਰਾਂ ਤੋੜੀਆਂ। ਜਦੋਂ ਜਨਤਾ ਪਾਰਟੀ ਦੀ ਸਰਕਾਰ ਆਈ 1977 ਦੇ ਦਹਾਕਿਆਂ 'ਚ, ਉਦੋਂ ਉਹਨਾਂ ਨੇ ਕਾਂਗਰਸ ਦੀਆਂ ਸਰਕਾਰਾਂ ਤੋੜੀਆਂ। ਫਿਰ ਵੀਪੀ ਸਿੰਘ ਦੀ ਸਰਕਾਰ ਆਈ, ਉਹਨਾਂ ਨੇ ਕਾਂਗਰਸ ਦੀਆਂ ਸਰਕਾਰਾਂ ਤੋੜੀਆਂ। ਆ ਖੜਗੇ ਜੀ ਨੇ ਹੁਣੇ ਜਨਵਰੀ 2013 'ਚ ਕਹਿ ਕੇ ਹਟੇ ਆ ਇਹ ਕਾਰਜਕਰਤਾਵਾਂ ਦੀ ਤਰ੍ਹਾਂ ਯੂਜ਼ ਹੋ ਰਿਹਾ ਗਵਰਨਰਾਂ ਦਾ। ਇੱਕ ਚੀਜ਼ ਹੋਰ, ਇਹ ਕਹਿੰਦੇ ਆ ਜੀ ਗਵਰਨਰ ਜੀ ਨੇ ਸਵਾਲ ਪੁੱਛੇ, ਉਹਨਾਂ ਦਾ ਤਰੀਕਾ ਤਾਂ ਦੇਖੋ ਤੁਸੀਂ। 6 ਤਰੀਕ ਨੂੰ ਪ੍ਰਿੰਸੀਪਲ ਬਾਹਰ ਜਾ ਰਹੇ ਆ, 11 ਤਰੀਕ ਨੂੰ ਵਾਪਸ ਆ ਰਹੇ ਆ, 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਅਡਾਨੀ ਮੁੱਦੇ ਦੇ ਉੱਤੇ ਖਿਲਾਫ ਅਸੀਂ ਡੈਮੋਨਸਟ੍ਰੇਸ਼ਨ ਕਰਦੇ ਆ। 13 ਨੂੰ ਗਵਰਨਰ ਸਾਹਿਬ ਚਿੱਠੀ ਕੱਢ ਦਿੰਦੇ ਆ। ਪੰਜਾਬ ਦੇ ਵਿੱਚ ਸਮਿਟ ਚੱਲ ਰਹੀ ਹੈ, ਪਹਿਲਾ ਦਿਨ ਬੜਾ ਸਫਲ ਚੱਲਦਾ ਹੈ, ਸ਼ਾਮ ਨੂੰ ਗਵਰਨਰ ਸਾਹਿਬ ਚਿੱਠੀ ਕੱਢ ਦਿੰਦੇ ਆ। ਇਹ ਕਿਆ ਹੈ? ਇਹ ਉਹਨਾਂ ਦੀ ਮਨਸ਼ਾ ਕਿਆ ਦਰਸਾ ਰਹੀ ਹੈ? ਔਰ ਦੂਜੀ ਚੀਜ਼, ਇਹਨਾਂ ਨੇ ਘੁੰਗਣੀਆਂ ਪਾਈਆਂ ਕਾਂਗਰਸ ਦੇ ਲੀਡਰਾਂ ਨੇ। ਅਗਰ ਬਜਟ ਸੈਸ਼ਨ ਆਊਗਾ ਉਹਦੇ 'ਚ ਕੁਐਸਚਨ ਹਾਵਰ ਹੁੰਦਾ, ਉਹਦੇ 'ਚ ਤੁਸੀਂ ਪੁੱਛੋ ਇਹ ਸਾਰੇ ਕੁਐਸਚਨ। ਗਵਰਨਰ ਸਾਹਿਬ ਵਿਰੋਧੀ ਪਾਰਟੀਆਂ ਦਾ ਮਾਊਥਪੀਸ ਕਿਉਂ ਬਣ ਰਹੇ ਆ? ਗਵਰਨਰ ਸਾਹਿਬ ਆਪਣਾ ਜਿਹੜਾ ਹੈ ਸੰਵਿਧਾਨਿਕ ਕਾਰਜ ਕਰਨ, ਡੇ ਟੂ ਡੇ ਵਰਕਿੰਗ ਦੇ ਵਿੱਚ ਇੰਟਰਫੇਅਰ ਕਿਉਂ ਕਰ ਰਹੇ ਆ? ਇਹ ਕੁਐਸਚਨ ਪੁੱਛਣ ਵਿਰੋਧੀ ਪਾਰਟੀਆਂ। 18 ਕਾਂਗਰਸ ਦੇ ਐਮਐਲਏ ਆ, 2-3 ਬੀਜੇਪੀ ਦੇ ਆ, 2-3 ਅਕਾਲੀ ਦਲ ਦੇ ਆ। ਕਿਆ ਗੱਲ ਹੈ ਲੋਲੀਪੌਪ ਆ ਕੇ ਮੂੰਹ ਚਾਣਗੇ? ਪੁੱਛੋ ਕੁਐਸਚਨ ਆ ਕੇ, ਇੱਕ ਇੱਕ ਚੀਜ਼ ਦਾ ਜਵਾਬ ਮਿਲੂਗਾ। ਦੇਣ ਲਈ ਪਾਬੰਦ ਹੈ, ਇੱਕ ਇੱਕ ਹਿਸਾਬ ਦਵਾਂਗੇ। ਚਲੋ ਹੁਣ ਇੱਕ ਚੀਜ਼ ਦਾ ਆਨਸਰ ਹੁਣ ਕੁਝ ਹਰਪ੍ਰੀਤ ਜੀ ਕੁਝ ਕਹਿਣਾ ਚਾਹੁੰਦੇ? ਇੱਕ ਮਿੰਟ ਹਾਂਜੀ, ਇੱਕ ਮਿੰਟ ਦੇਣੇ ਸਰ ਮੈਂ ਸੋਰੀ ਕਿ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਉਹ ਸੰਘਵਾਦ ਨੂੰ ਬਿਲਕੁਲ ਖਤਮ ਕਰ ਰਹੀ ਹੈ, ਜਿਹੜਾ ਉਹ ਲਗਾਤਾਰ ਪਰੇਸ਼ਾਨ ਕਰ ਰਹੀ ਹੈ ਰਾਜ ਸਰਕਾਰਾਂ ਨੂੰ। ਅਗਰ ਸੁਪਰੀਮ ਕੋਰਟ, ਜਿੱਦਾਂ ਹੁਣੇ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਜਦੋਂ ਉਹਨਾਂ ਨੇ ਕਿਹਾ ਸੀ ਅਸੀਂ ਤਾਂ ਜੀ ਜਿਹੜਾ ਹੈ ਇੰਡਨਬਰਗ ਵਾਲੇ ਮਸਲੇ 'ਚ ਅਸੀਂ ਤੁਹਾਨੂੰ ਲਿਫਾਫੇ 'ਚ ਨਾਮ ਦਵਾਂਗੇ, ਸੁਜੈਸ਼ਨ ਦਵਾਂਗੇ, ਸੁਪਰੀਮ ਕੋਰਟ ਨੇ ਕਿਹਾ ਨੋ। ਹੁਣੇ ਕੁਝ ਇਸੇ ਮਹੀਨੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਗਵਰਨਰਸ ਨੂੰ ਜਿਹੜਾ ਹੈ ਆਪਣਾ ਕੰਟਰੋਲ ਰੱਖਣਾ ਚਾਹੀਦਾ। ਸੰਵਿਧਾਨ ਦੀ ਜੇਕਰ ਤੁਸੀਂ ਗੱਲਾਂ ਕਰਦੇ ਹੋ ਤਾਂ ਆਰਟੀਕਲ 141 ਇਹ ਕਹਿੰਦਾ ਹੈ ਕਿ ਸੁਪਰੀਮ ਕੋਰਟ ਦਾ ਬਣਾਇਆ ਲਾਅ ਕੰਟਰੀ ਦਾ ਲਾਅ ਹੈ। ਔਰ ਆਰਟੀਕਲ 163 ਸਪਸ਼ਟ ਕਹਿੰਦਾ ਹੈ ਕਿ ਜਦੋਂ ਕਾਉਂਸਲ ਆਫ ਮਿਨਿਸਟਰਸ ਆ ਗਈ ਗਵਰਨਰ ਸਾਹਿਬ ਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਗਵਰਨਰ ਸਾਹਿਬ ਪਿੰਡਾਂ ਦੇ ਸਰਪੰਚਾਂ ਨੂੰ ਮਿਲਣ ਜਾ ਰਹੇ ਹੈ। ਗਵਰਨਰ ਸਾਹਿਬ ਮੀਡੀਆ ਦੇ ਵਿੱਚ ਚਿੱਠੀ ਨਹੀਂ ਉਹ ਤਾਂ ਨਹੀਂ, ਉਹ ਤੁਹਾਡੀ ਗੱਲਾਂ ਠੀਕ ਹੈ, ਪਰ ਪ੍ਰੈਸ ਸਾਹਿਬ ਕਹਿ ਰਹੇ ਆ, ਉਹ ਕਹਿੰਦੇ ਵੀ ਆਪਾਂ ਨੂੰ ਇਹ ਗੱਲ ਇੰਨੀ ਵਧਾਉਣੀ ਨਹੀਂ ਸੀ ਚਾਹੀਦੀ, ਮਤਲਬ ਗੱਲ ਖਤਮ ਵੀ ਕੀਤੀ ਜਾ ਸਕਦੀ ਸੀ, ਸਿੰਪਲ ਜਵਾਬ ਦਿੱਤਾ ਜਾਂਦਾ। ਜੇ ਉਦੋਂ ਬਾਅਦ ਫੇਰ ਕੋਈ ਗੱਲ ਹੁੰਦੀ ਫੇਰ ਆਹ ਕੋਈ ਅਪਣਾ ਲਿਆ ਜਾਂਦਾ। ਹਰ ਸੁਪਰੀਮ ਕੋਰਟ ਦੇ ਵਿੱਚ ਜਾਣ ਦਾ ਇੱਕ ਰੀਜ਼ਨ ਇਹ ਵੀ ਹੈ ਕਿ ਲਗਾਤਾਰ ਇੰਟਰਫੇਰੈਂਸ ਹੋ ਰਹੀ ਹੈ। ਔਰ ਦੂਸਰੀ ਚੀਜ਼, ਧਾਲੀਵਾਲ ਸਾਹਿਬ ਤੁਸੀਂ ਸੁੱਤੇ ਨੂੰ ਜਗਾ ਸਕਦੇ ਹੋ, ਮਚਲੇ ਨੂੰ ਨਹੀਂ। ਜਿਨ੍ਹਾਂ ਦਾ ਮਕਸਦ ਹੀ ਇੰਟਰਫੇਰੈਂਸ ਕਰਨਾ, ਲਗਾਤਾਰ ਪਰੇਸ਼ਾਨ, ਉਹਨੂੰ ਤਾਂ ਅੱਜ ਤੁਸੀਂ ਕੁਝ ਕਹੋਗੇ, ਕੱਲ ਨੂੰ ਫੇਰ ਨਵਾਂ ਪੰਗਾ। ਇਹ ਤਾਂ ਇਸੇ ਲਈ ਅਸੀਂ ਸੁਪਰੀਮ ਕੋਰਟ ਜਾ ਰਹੇ ਹਾਂ ਕਿ ਜਿਹੜੀ ਇਹ ਗਵਰਨਰ ਸਾਹਿਬ ਆਪਣੀ ਪਾਵਰਸ ਨੂੰ ਐਕਸੀਡ ਕਰ ਰਹੇ ਆ, ਠੀਕ ਹੈ, ਉਹਨੂੰ ਕੰਟਰੋਲ ਕੀਤਾ ਜਾਏ। ਚਲੋ ਠੀਕ ਹੈ। ਹਰਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ, ਤੁਹਾਡੀ ਗੱਲ ਨਾਲ ਇਤਫਾਕ ਨਹੀਂ ਰੱਖਦੇ। ਹਾਂਜੀ ਹਰਪ੍ਰੀਤ ਜੀ। ਗੱਲ ਇਹ ਹੈ, ਦੇਖੋ ਧਾਲੀਵਾਲ ਸਾਹਿਬ ਆਪਾਂ ਦੇਖ ਲਿਆ, ਇਹਨਾਂ ਨੇ ਕਿਸੇ ਗੱਲ ਦਾ ਕੋਈ ਸਿੱਧਾ ਜਵਾਬ, ਜਿਵੇਂ ਮੁੱਖ ਮੰਤਰੀ ਸਾਹਿਬ ਨਹੀਂ ਦਿੰਦੇ ਕਿਸੇ ਗੱਲ ਦਾ, ਇਹਨਾਂ ਨੇ ਵੀ ਨਹੀਂ ਦਿੱਤਾ। ਕਿਉਂਕਿ ਜਦੋਂ ਇਹਨਾਂ ਨੂੰ ਕੋਈ ਸਵਾਲ ਪੁੱਛਿਆ ਜਾਂਦਾ ਹੈ ਉਦੋਂ ਇਹ ਪੁਰਾਣੇ ਕਿਤਾਬਾਂ ਖੋਲ ਕੇ ਬਹਿ ਜਾਂਦੇ ਆ, ਉਦੋਂ ਫਲਾਣੇ ਟਾਈਮ ਤੇ ਆ ਹੋਇਆ, ਆ ਹੋਇਆ, ਆ ਹੋਇਆ। ਬਈ ਅੱਜ ਤੁਸੀਂ ਸਰਕਾਰ ਚੋਂ, ਤੁਸੀਂ ਆਪਣਾ ਜਵਾਬ ਦਿਓ। ਇਹਦੇ ਜੇ ਕਿਸੇ ਸਮੇਂ ਕਿਸੇ ਨੇ ਕੁਝ ਕੀਤਾ, ਉਹਦੇ ਨਾਲ ਤੁਹਾਨੂੰ ਲਾਇਸੈਂਸ ਮਿਲ ਗਿਆ ਵੀ ਤੁਸੀਂ ਜਿਸ ਤਰ੍ਹਾਂ ਦੇ ਇਨਡਿਸਪਲਿਨ ਕ੍ਰੀਏਟ ਕਰ ਰਹੇ ਹੋ, ਜਿਸ ਤਰ੍ਹਾਂ ਦੀ ਅਨਾਰਕੀ ਦਾ ਮਾਹੌਲ ਕ੍ਰੀਏਟ ਹੋ ਰਿਹਾ, ਜਿਸ ਤਰੀਕੇ ਨਾਲ ਇੱਥੇ ਕਨਸਟੀਟਿਊਸ਼ਨਲ ਕ੍ਰਾਈਸਿਸ ਕ੍ਰੀਏਟ ਹੋ ਰਿਹਾ, ਉਹ ਤੁਸੀਂ ਤਾਂ ਕਰ ਰਹੇ ਹੋ ਕਿਉਂਕਿ ਪਿਛਲੇ ਅੱਜ ਤੋਂ 30 ਸਾਲ ਪਹਿਲਾਂ ਹੋਇਆ ਸੀ, 40 ਸਾਲ 50 ਸਾਲ ਪਹਿਲਾਂ ਇਦਾਂ ਸੀ, ਇਸ ਕਰਕੇ ਤੁਸੀਂ ਕਰ ਰਹੇ ਹੋ। ਇੱਕ ਜਵਾਬ ਥੋੜੀ ਯਾਰ, ਤੁਸੀਂ ਦੇਖੋ ਸਰਕਾਰ ਹੋ, ਪਹਿਲਾਂ ਤੁਸੀਂ ਲੋਕਾਂ ਨੂੰ ਸਵਾਲ ਪੁੱਛਦੇ ਰਹੇ ਹੋ, ਲੋਕਾਂ ਨੇ ਤੁਹਾਨੂੰ ਜਵਾਬ ਦਿੱਤੇ ਨੇ। ਅੱਜ ਤੁਹਾਨੂੰ ਸਵਾਲ ਪੁੱਛਿਆ ਜਾ ਰਿਹਾ ਤੇ ਤੁਸੀਂ ਤਕਲੀਫ ਕਿਉਂ ਮੰਨਦੇ ਹੋ? ਨਹੀਂ ਬਣਨੀ ਚਾਹੀਦੀ ਨਾ, ਜਵਾਬ ਦੇਣਾ ਚਾਹੀਦਾ। ਮਸਲਾ ਇਸ ਗੱਲ ਦਾ, ਦੇਖੋ ਇਹਨਾਂ ਨੇ 2-3 ਗੱਲਾਂ ਕਹੀਆਂ, ਮੈਂ ਕਹਿੰਦਾ ਜੋ ਮਰਜ਼ੀ ਹੁੰਦਾ ਰਿਹਾ ਹੋਵੇ, ਬਹੁਤ ਕੁਝ ਠੀਕ ਹੋਇਆ ਹੋਏਗਾ, ਬਹੁਤ ਕੁਝ ਗਲਤ ਹੋਇਆ ਹੋਏਗਾ, ਕਈਆਂ ਸਰਕਾਰਾਂ, ਕਈਆਂ ਪਾਰਟੀਆਂ ਨੇ ਰਾਜ ਕੀਤਾ, ਬਹੁਤ ਕੁਝ
ਮੈਂ ਕਿਸੇ ਗੱਲ ਤੋਂ ਨਹੀਂ ਮੁਨਕਰ ਹੁੰਦਾ। ਮੈਂ ਕਹਿ ਰਿਹਾ ਅੱਜ ਤੱਕ ਕਦੇ ਪੰਜਾਬ ਨੂੰ ਇਸ ਤਰ੍ਹਾਂ ਦੇ ਸੰਵਿਧਾਨਕ ਸੰਕਟ ਦਾ ਕੋਈ ਸਾਹਮਣਾ ਕਰਨਾ ਪਿਆ? ਜੇ ਕਾਂਗਰਸ ਦੇ ਵੀ ਚਲੋ ਤੁਸੀਂ ਕਹਿੰਦੇ ਹੋ ਵੀ ਗਵਰਨਰ ਦੀ ਵਰਕਿੰਗ ਦੇ ਉੱਤੇ ਸਵਾਲ ਉਠਾਏ ਹੋਣਗੇ, ਬਦੌਰੀਆ ਸਾਹਿਬ ਤੇ ਉਠਾਏ ਹੋਣਗੇ, ਹੋਰ ਕਈਆਂ ਤੇ ਕਿਸੇ ਨੇ ਉਠਾਏ ਹੋਣਗੇ, ਲੇਕਿਨ ਪੰਜਾਬ ਦੇ ਲੋਕਾਂ ਦੀ ਟੈਕਸ ਪੇਡ ਮਨੀ ਦਾ ਇਸ ਤਰੀਕੇ ਨਾਲ ਮਿਸਯੂਜ਼ ਕਦੇ ਹੋਇਆ ਵੀ ਅਦਾਲਤਾਂ ਦੇ ਵਿੱਚ ਪਹਿਲਾਂ ਤਾਂ ਸਰਕਾਰ ਜਾਏਗੀ, ਸਰਕਾਰ ਉੱਥੇ ਜਾ ਕੇ ਜਿਹੜਾ ਕੇਸ ਲੜੇਗੀ ਉਹ ਫ੍ਰੀ ਲੜ ਹੋਣਾ, ਉਹਦੇ ਤੇ ਕਰੋੜਾਂ ਰੁਪਏ ਲੱਗਣਾ। ਪੰਜਾਬ ਦੇ ਲੋਕਾਂ ਦਾ ਪੈਸਾ ਤੁਸੀਂ ਆਪਣੀ ਜੇਬ ਚੋਂ ਥੋੜੀ ਦੇਣਾ। ਤੁਸੀਂ ਉਸ ਤਰ੍ਹਾਂ ਦੇ ਹਾਲਾਤ ਕ੍ਰੀਏਟ ਕੀਤੇ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਤੇ ਖਰਚਣ ਦੀ ਬਜਾਏ ਅੱਜ ਉੱਥੇ ਕੋਟਾ 'ਚ ਖਰਚ ਹੋਵੇ, ਟਾਈਮ ਉੱਥੇ, એનર્ਜੀ ਉੱਥੇ ਵੇਸਟ ਹੋਵੇ। ਕਿਉਂ ਹੋਵੇ? ਇਹਦੇ ਪਿੱਛੇ ਕਾਰਨ ਕੌਣ ਹੈ? ਉਹ ਜਿਹੜਾ ਕਾਰਨ ਹੈ ਉਹ ਕਾਰਨ ਨੂੰ ਲੱਭੋ ਔਰ ਉਹਦੇ ਉੱਤੇ ਐਕਸ਼ਨ ਲਿਆ ਜਾਵੇ। ਮੈਂ ਇਹ ਕਹਿੰਦਾ ਅਗਲੀ ਗੱਲ, ਨਿਆਂਪਾਲਕਾ ਜਿਹੜਾ ਨਾ ਧਾਲੀਵਾਲ ਸਾਹਿਬ, ਉਹ ਆਖਰੀ ਹੱਲ ਹੁੰਦਾ ਹੈ। ਜੇ ਅਸੀਂ ਇਸੇ ਤਰ੍ਹਾਂ ਨਿਆਂਪਾਲਕਾ ਦੇ ਉੱਤੇ ਨਿਰਭਰ ਹੋਣਾ ਹੈ ਤੇ ਫਿਰ ਵਿਧਾਨ ਪਰਿਸ਼ਦ ਦੀ ਤਾਂ ਵਿਧਾਨਪਾਲਕਾ ਦੀ ਤਾਂ ਲੋੜ ਹੀ ਨਹੀਂ, ਫਿਰ ਤਾਂ ਅਦਾਲਤਾਂ ਆਪੇ ਚਲਾ ਲੈਣਗੀਆਂ। ਕੇਂਦਰ ਸਰਕਾਰ ਹੋਏਗੀ, ਇੱਥੇ ਗਵਰਨਰ ਹੋਏਗਾ, ਗਵਰਨਰ ਜੋ ਕੁਝ ਕਹੇਗਾ ਆਪਾਂ ਚੱਲ ਜਾਇਆ ਕਰਾਂਗੇ ਕੋਰਟ 'ਚ, ਕੋਰਟ ਫੈਸਲਾ ਦੇ ਦੇਗੀ। ਤੇ ਫਿਰ ਸਮਝਦਾ ਪੰਜਾਬ ਸਰਕਾਰ ਕੀ ਕਰ ਰਹੀ ਹੈ, ਪੰਜਾਬ ਦੇ ਮੁੱਖ ਮੰਤਰੀ ਦਾ ਕੀ ਰੋਲ ਹੈ, ਪੰਜਾਬ ਦੇ ਮੰਤਰੀ ਪਰਿਸ਼ਦ ਦਾ ਕੀ ਰੋਲ ਹੈ? ਤੇ ਜੇ ਇਹ ਕੰਮ ਜਾ ਕੇ ਅਖੀਰ ਕੋਰਟਾਂ 'ਚ ਨਿਬੜਨੇ ਆ ਤੇ ਫਿਰ ਤੁਹਾਡੀ ਤਾਂ ਸਰਕਾਰ ਲੋੜ ਹੀ ਕੋਈ ਨਹੀਂ। ਤੁਸੀਂ ਆਪਣੇ ਆਪ ਨੂੰ ਆਪ ਹੀ ਸਾਬਤ ਕਰ ਰਹੇ ਹੋ ਵੀ ਸਾਡੀ ਕੋਈ ਲੋੜ ਨਹੀਂ, ਅਸੀਂ ਬੇਲੋੜੇ ਜੰਤੂ ਆ, ਅਸੀਂ ਸਿਰਫ ਤੇ ਸਿਰਫ ਜਿਹੜਾ ਹੈਗਾ ਉਹ ਮਸਲੇ ਜਿਹੜੇ ਆ ਵਿਗਾੜ ਤਾਂ ਸਕਦੇ ਆ, ਸੁਧਾਰ ਕੁਛ ਨਹੀਂ ਸਕਦੇ। ਤੁਸੀਂ 1 ਸਾਲ ਤੋਂ ਪਹਿਲਾਂ ਇਹ ਸਾਬਤ ਕਰਤਾ, ਅੱਜ ਤੁਸੀਂ ਕੋਰਟਾਂ 'ਚ ਪਹੁੰਚ ਗਏ ਹੋ। ਬਜਾਏ ਇਸ ਦੇ ਕਿ ਤੁਸੀਂ ਜੋ ਲੋਕਾਂ ਨੇ ਕਿਸੇ ਨੇ ਗਲਤੀਆਂ ਕੀਤੀਆਂ ਪੁਰਾਣੀਆਂ ਸਰਕਾਰਾਂ ਨੇ, ਚਾਹੇ ਕਾਂਗਰਸ, ਚਾਹੇ ਬੀਜੇਪੀ, ਚਾਹੇ ਅਕਾਲੀ ਦਲ, ਚਾਹੇ ਕੋਈ ਹੋਰ, ਉਹਨਾਂ ਤੋਂ ਤੁਸੀਂ ਲੋਕਾਂ ਨੂੰ ਨਿਜਾਤ ਦਿਵਾਉਂਦੇ। ਜੋ ਤੁਸੀਂ ਗੱਲਾਂ ਕਹੀਆਂ ਸੀ ਵੀ ਇਸ ਸਮੇਂ 'ਚ, ਕਿਉਂਕਿ ਪੁਰਾਣੀਆਂ ਇਲੈਕਸ਼ਨ ਦੇ ਸਮੇਂ ਤੋਂ ਪਹਿਲਾਂ ਦੀਆਂ ਸਪੀਚਾਂ ਕੱਢ ਕੇ ਤੁਸੀਂ ਅੱਜ ਵੀ ਬੈਠ ਜਾਂਦੇ ਹੋ, ਇਸ ਕਰਕੇ ਤੁਹਾਡੀ ਉਹ 11 ਮਹੀਨੇ ਦੇ ਵਿੱਚ ਠੀਕ ਹੈ ਵੀ ਤੁਸੀਂ ਤਾਂ ਆਪਣੇ ਆਪ ਨੂੰ ਸਾਰਿਆਂ ਤੋਂ ਵੱਖਰਾ ਰੱਖਿਆ ਸੀਗਾ, ਨਵਾਂ ਦੱਸਿਆ ਸੀ, ਨਰੋਆ ਦੱਸਿਆ ਸੀ, ਲੋਕਾਂ ਨੇ ਵਿਸ਼ਵਾਸ ਆਪਣੀ ਵਿਸ਼ਵਸਨੀਯਤਾ ਖਤਮ ਕਰ ਰਹੇ ਆ ਆਪ। ਤੁਸੀਂ ਤਾਂ ਫਿਰ ਪੁਰਾਣੇ ਹਵਾਲੇ ਦੇ ਕੇ ਫਿਰ ਪੁਰਾਣੀਆਂ ਗੱਲਾਂ ਦੇ, ਇਹਦਾ ਮਤਲਬ ਵੀ ਤੁਸੀਂ ਵੀ ਉਹਨਾਂ ਲੀਹਾਂ ਤੇ ਚੱਲਣਾ ਚਾਹੁੰਦੇ ਹੋ। ਇਹਨਾਂ ਦਾ ਤਾਂ ਉਦੋਂ ਬੁਰਾ ਹਾਲ ਹੈ, ਇਹਨਾਂ ਦਾ ਤਾਂ 11 ਮਹੀਨੇ ਜਲੂਸ ਨਿਕਲ ਗਿਆ। ਸੁਣੋ ਧਾਲੀਵਾਲ ਸੁਣੋ, ਜਲੂਸ ਤਾਂ ਨਿਕਲਿਆ ਕਾਂਗਰਸ ਦਾ, ਬੇਲੜੇ ਜੰਤੂ ਤਾਂ ਬਣ ਗਏ ਸੀਗੇ ਕਾਂਗਰਸ ਵਾਲੇ ਜਿਹੜੇ 4.5 ਸਾਲ ਸੀਸਮਾ ਫਾਰਮ ਬੈਠੇ ਰਹੇ। ਇਹਨਾਂ ਨੂੰ ਪਿੱਛੋਂ ਕਾਂਗਰਸ ਸਰਕਾਰ ਅਦਾਲਤਾਂ ਆਹੀ ਆਉਂਦਾ ਜਨਵਰੀ ਦੇ ਵਿੱਚ, ਸੁਣ ਲਓ ਸਰ, ਜਨਵਰੀ ਦੇ ਵਿੱਚ 2023 ਦੀ ਐਗਜ਼ਾਮਪਲ ਦਿੱਤੀ ਹੈ ਜਦੋਂ ਤੁਹਾਡੇ ਖੜਗੇ ਸਾਹਿਬ ਕਹੇ ਆ। ਮੈਂ ਤਾਂ ਆਪ ਹੈਰਾਨ ਹੁੰਨਾ ਕਿ ਕੇਂਦਰ ਦੀ ਜਿਹੜੀ ਇਹਨਾਂ ਦੀ ਕਾਂਗਰਸ ਦੀ ਯਾਰ ਸਵਾਲ ਇਹ ਹੈ ਵੀ ਕਦੋਂ ਬਜਟ ਸੈਸ਼ਨ, ਸੁਣ ਲਓ ਕਿਹੜਾ ਬਜਟ ਸੈਸ਼ਨ ਰੁਕ ਗਿਆ ਸੀ? ਮੈਨੂੰ ਦੱਸੋ ਨਾ, ਪੰਜਾਬ ਦੇ ਲੋਕਾਂ ਦੇ ਟੈਕਸ ਪੇਡ ਮਨੀ ਦਾ ਨਾ ਕਰੋ, ਇੰਟਰਪਟ ਨਾ ਕਰੋ। ਤੁਸੀਂ ਬੋਲੋ, ਜਵਾਬ ਸੁਣ ਲਓ। ਪਿਛਲਾ ਸੈਸ਼ਨ ਤੁਸੀਂ ਗੁਜਰਾਲ ਸਾਹਿਬ ਇਹਨਾਂ ਨੂੰ ਕਹੋ ਵੀ ਇੰਟਰਪਸ਼ਨ ਬੰਦ ਕਰਨ, ਇਹ ਬੋਲੇ। ਹੁਣ ਮੇਰਾ ਜਵਾਬ ਸੁਣ ਲਓ। ਆ ਜਿਹੜੀ ਮੈਂ ਐਗਜ਼ਾਮਪਲ ਦਿੱਤੀ ਆ ਜਨਵਰੀ 2023 ਦੀ ਦਿੱਤੀ ਆ। ਦੱਸੋ ਨਾ, ਵਿੰਟਰ ਸੈਸ਼ਨ ਤਾਂ ਨਹੀਂ ਹੋਇਆ, ਬਜਟ ਸੈਸ਼ਨ ਤੁਸੀਂ ਆਪਣਾ ਆਪ ਖਰਾਬ ਕਰ ਲਿਆ, ਕਿਉਂਕਿ ਤੁਹਾਨੂੰ ਪਤਾ ਸੀਗਾ ਵਿਧਾਨ ਸਭਾ 'ਚ ਜਾਣਗੇ ਵਿਰੋਧੀ ਪਾਰਟੀਆਂ ਸਾਨੂੰ ਘੇਰਨਗੀਆਂ, ਇਸ ਕਰਕੇ ਤੁਸੀਂ ਬਜਟ ਸੈਸ਼ਨ ਨੂੰ ਤੁਸੀਂ ਪਰਵਾਹ ਹੀ ਨਹੀਂ ਕੀਤੀ ਵੀ ਖਰਾਬ ਹੁੰਦਾ ਹੋ ਜਾਂਦੇ ਹੋ। ਅਸੀਂ ਤੁਹਾਨੂੰ ਵਿਧਾਨ ਸਭਾ 'ਚ ਜਾਣਾ ਨਾ ਪਵੇ, ਉੱਥੇ ਜਾ ਕੇ ਸਵਾਲ ਪੁੱਛੇ ਜਾਣਗੇ, ਸਵਾਲਾਂ ਦੇ ਜਵਾਬ ਹੈ ਨਹੀਂ। ਇਸ ਕਰਕੇ ਤਾਂ ਤੁਸੀਂ ਆਪ ਚਾਹੁੰਦੇ ਹੋ ਵੀ ਬਜਟ ਸੈਸ਼ਨ ਹੋਵੇ ਹੀ ਨਾ, ਇਹ ਤੁਸੀਂ ਖੁਦ ਚਾਹੁੰਦੇ ਹੋ, ਕਿਉਂਕਿ ਸਰਕਾਰ ਦੀ ਤਿਆਰੀ ਕੋਈ ਨਹੀਂ ਬਜਟ ਸੈਸ਼ਨ ਵਾਸਤੇ। ਬਜਟ ਸੈਸ਼ਨ ਲਈ ਸਰਕਾਰ ਤਿਆਰ ਹੀ ਨਹੀਂ ਹੈ, ਸਰਕਾਰ ਪਿੱਟ ਚੁੱਕੀ ਹੈ, ਸਰਕਾਰ ਦਾ ਦਿਵਾਲਾ ਨਿਕਲ ਚੁੱਕਿਆ ਹੈ, ਸਰਕਾਰ ਬਿਲਕੁਲ ਪਿਕ ਚੁੱਕੀ ਹੈ, ਪਿੱਟ ਚੁੱਕੀ ਹੈ, ਸਰੈਂਡਰ ਕਰ ਚੁੱਕੀ ਹੈ ਬੀਜੇਪੀ ਦੇ ਕੋਲੇ। ਤੁਹਾਨੂੰ ਤਾਂ ਬੋਲਣ ਦਾ ਹੀ ਨਹੀਂ ਹੱਕ ਨਹੀਂ, ਅਜੀਬ ਜੰਤੂ ਦਾ ਤੁਸੀਂ ਹੋ। ਉਹ ਜਵਾਬ ਸਰੈਂਡਰ ਕਰ ਚੁੱਕੇ ਆ ਬੀਜੇਪੀ ਦੇ ਕੋਲੇ। ਔਰ ਸੁਣੋ ਜਵਾਬ ਸੈਸ਼ਨ ਹੋਵੇ ਹੀ ਨਾ, ਬਜਟ ਸੈਸ਼ਨ ਰੱਦ ਹੋਣ ਦੇ ਇਹ ਖੁਦ ਹੱਕ 'ਚ ਨੇ, ਇਹ ਖੁਦ ਜ਼ਿੰਮੇਵਾਰ ਨੇ ਬਜਟ ਸੈਸ਼ਨ ਰੱਦ ਹੋਣ ਦੇ। ਕਮੀ ਹੈ ਕਿ ਤੁਸੀਂ ਜੱਦੀ ਪੁਸ਼ਤੀ ਰਾਜ ਸਮਝ ਕੇ ਬੈਠੇ ਹੋਏ ਹੋ। ਬਜਟ ਸੈਸ਼ਨ ਰੱਦ ਕਰਾਉਣਾ ਤੁਹਾਡੀ ਆਪਣੀ ਜ਼ਿੰਮੇਵਾਰੀ, ਤੁਹਾਡੀ ਆਪਣੀ ਚਾਲ ਹੈ, ਤੁਹਾਡੀ ਆਪਣੀ ਚਾਲ ਹੈ ਕਿ ਬਜਟ ਸੈਸ਼ਨ ਰੱਦ ਹੋ ਜਾਵੇ। ਇਹ ਮੱਛੀ ਬਾਜ਼ਾਰ, ਅਸੀਂ ਤਾਂ ਸੁਪਰੀਮ ਕੋਰਟ ਜਾ ਰਹੇ ਹਾਂ ਬਜਟ ਸੈਸ਼ਨ ਲਈ। ਬਜਟ ਸੈਸ਼ਨ ਰੱਦ ਕਰਾ ਰਹੇ ਹੋ ਤੁਸੀਂ, ਜਾਣ ਬੁੱਝ ਕੇ ਇਹ ਚਾਲ ਹੈ ਤੁਹਾਡੀ, ਤੁਹਾਡੇ ਕੋਲ ਜਵਾਬ ਕੋਈ ਨਹੀਂ ਦੇਣ ਨੂੰ। ਸ੍ਰੀ ਸਾਹਿਬ ਨੂੰ ਪੁੱਛਦਾ ਮੈਂ, ਸ੍ਰੀ ਸਾਹਿਬ 1 ਮਿੰਟ ਜੀ, ਧਾਲੀਵਾਲ ਸਾਹਿਬ 1 ਮਿੰਟ ਜੀ। ਹਾਂਜੀ, ਕਮਰ ਹਰਪ੍ਰੀਤ ਸਿੰਘ ਜੀ ਨੇ ਬੜੇ ਅਣਗਲਰ ਗੱਲਾਂ ਕੀਤੀਆਂ, ਇੱਧਰ ਉੱਧਰ ਦੇ ਬੜੇ ਡਰਾਮੇ ਕੀਤੇ। ਕਾਂਗਰਸ ਜੋ ਦੇਸ਼ ਨੂੰ ਲੁੱਟ ਕੇ ਖਾ ਗਈ ਕਰਪਸ਼ਨ ਨਾਲ, ਉਹਦੀ ਵਾਹਵਾਹੀ ਕਰਨ ਦੀ ਕੋਸ਼ਿਸ਼ ਕੀਤੀ। ਐਮਐਲਏ ਇਹਨਾਂ ਦੇ ਅੰਦਰ ਹੈ, ਡਿਪਟੀ ਸੀਐਮ ਇਹਨਾਂ ਦਾ ਅੰਦਰ ਹੈ, ਅਸੀਂ ਖਾ ਕੇ ਲੁੱਟ ਕੇ। ਧਾਲੀਵਾਲ ਸਾਹਿਬ ਕਰਪਸ਼ਨ ਦੇਖ ਰਹੇ ਹੋ, ਕਰਪਸ਼ਨ ਦੇਖ ਰਹੇ ਹੋ। ਕਾਂਗਰਸ ਡਿਪਟੀ ਸੀਐਮ ਇਹਨਾਂ ਦਾ ਅੰਦਰ ਬੈਠਾ, ਸਿਆਣੀ ਬਿੱਲੀ ਸਤਿੰਦਰ ਜੈਨ ਇਹਨਾਂ ਦਾ ਅੰਦਰ ਬੈਠਾ ਹੈ, 2 ਮੰਤਰੀ ਇਹਨਾਂ ਦੇ ਅਸਤੀਫਾ ਦੇ ਚੁੱਕੇ। ਮੈਂ ਧਾਲੀਵਾਲ ਸਾਹਿਬ ਸ਼ਰਮ ਕਰੋ ਯਾਰ। ਇਹ ਜਿਹੜਾ ਤੁਹਾਡਾ ਡਿਬੇਟ ਹੈ, ਜਦੋਂ ਮੈਂ ਜਵਾਬ ਦੇਣ ਲੱਗਾ, ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ, ਜ਼ੀਰੋ ਟੋਲਰੈਂਸ, ਜਲੂਸ ਨਿਕਲ ਗਿਆ ਜ਼ੀਰੋ ਟੋਲਰੈਂਸ ਦਾ। ਕਾਂਗਰਸ ਇਜ਼ ਅ ਕਰਪਸ਼ਨ। ਸੁਣੋ ਹੁਣ ਧਾਲੀਵਾਲ ਸਾਹਿਬ, ਜਦੋਂ ਮੈਂ ਜਵਾਬ ਦੇਣ ਲੱਗਿਆ ਬੜੀ ਪਲਾਨਿੰਗ ਦੇ ਨਾਲ ਹਰਪ੍ਰੀਤ ਜੀ ਲਗਾਤਾਰ ਇੰਟਰਫੇਅਰ ਕਰਦੇ ਰਹੇ, ਆਨਸਰ ਇੱਕ ਨਹੀਂ ਸੁਣਨ ਦਿੱਤਾ। ਹੁਣ ਮੈਂ ਤੁਹਾਡੇ ਡਿਬੇਟ ਤੇ ਕਹਿ ਰਿਹਾ, ਕਵਰ ਜੀ ਬੋਲਣਗੇ, ਮੈਂ ਇੰਟਰਪਟ ਕਰੂੰਗਾ।
ਪਹਿਲੀ ਚੀਜ਼ ਸੁਣ ਲਿਓ, ਤੁਸੀਂ ਦਿਓ ਜਵਾਬ, ਅਸੀਂ ਜਵਾਬ ਸੁਣਨ ਲਈ ਬੈਠੇ, ਤੁਸੀਂ ਬੋਲਦੇ ਹੀ ਨਹੀਂ, ਟਾਈਮ ਵੇਸਟ ਕਰ ਰਹੇ ਹੋ। ਬੋਲੋ, ਜਵਾਬ ਦਿਓ, ਮੈਂ ਚੁੱਪ ਰਹੂੰਗਾ, ਬੋਲੋ। ਚਲੋ ਤੁਸੀਂ ਆਪਣੀ ਗੱਲ ਰੱਖੋ। 2023 ਧਾਲੀਵਾਲ ਸਾਹਿਬ 11 ਜਨਵਰੀ 2023 ਇਹਨਾਂ ਦੇ ਹੀ ਖੜਗੇ ਜੀ ਦਾ ਬਿਆਨ ਹੈ ਕਿ ਗਵਰਨਰ ਨੂੰ ਕਾਰਜਕਰਤਾਵਾਂ ਦੀ ਤਰ੍ਹਾਂ ਬੀਜੇਪੀ ਯੂਜ਼ ਕਰ ਰਹੀ ਹੈ। ਇਹ 30 ਸਾਲ ਪੁਰਾਣੀ ਹੋ ਗਈ। ਹਰ ਸ਼ਹਿਰ ਦੇ ਵਿੱਚ ਕਾਂਗਰਸ ਨੇ ਇੰਦਰਾ ਗਾਂਧੀ, ਨਹਿਰੂ, ਰਾਜੀਵ ਗਾਂਧੀ ਦੇ ਨਾਂ ਤੇ 10-10 ਪ੍ਰੋਜੈਕਟ ਚਲਾਏ ਹੋਏ ਆ। ਇਹ ਮਿਸਯੂਜ਼ ਨਹੀਂ? ਕਾਂਗਰਸ ਕਿੰਨੇ ਕੇਸਾਂ ਦੇ ਵਿੱਚ ਸੁਪਰੀਮ ਕੋਰਟ, ਹਾਈ ਕੋਰਟ ਗਈ ਹੈ ਕਾਂਗਰਸ ਦੀ? ਨਹੀਂ ਪਾਸੀ ਸਾਹਿਬ, ਉਹੀ ਤਾਂ ਮੈਂ ਗੱਲ ਤੁਹਾਨੂੰ ਸਵਾਲ ਇਹੀ ਪੁੱਛਿਆ ਸੀਗਾ ਵੀ ਤੁਹਾਡਾ ਵੱਖਰਾਪਣ ਇਹ ਸੀਗਾ, ਤੁਹਾਡੀ ਆਪਣੀ ਯੂਨੀਕਨੈਸ ਇਹ ਸੀ ਪਾਰਟੀ ਦੀ ਕਿ ਤੁਸੀਂ ਉਹ ਲੋਕ ਜਿਹੜੀਆਂ ਚੀਜ਼ਾਂ ਤੋਂ ਅੱਕੇ ਪਏ ਸੀ, ਥੱਕੇ ਹੋਏ ਸੀਗੇ, ਉਹ ਲੋਕ ਤੁਹਾਡੇ ਵੱਲ ਇੱਕ ਨਵੀਂ ਸੋਚ ਲੈ ਕੇ, ਤੁਹਾਡੇ 'ਚ ਇੱਕ ਨਵਾਂ ਇਮਕਾਨ ਵੇਖ ਕੇ ਤੁਹਾਡੇ ਵੱਲ ਆਏ ਆ ਵੀ ਜੇ ਆਪਾਂ ਉਹਨਾਂ ਚੀਜ਼ਾਂ ਨੂੰ ਕੰਪੈਰੀਜ਼ਨ ਕਰਕੇ ਵੀ ਜੇ ਉਹਨਾਂ ਨੇ ਇਦਾਂ ਕਰ ਲਿਆ ਆਪਾਂ ਵੀ ਇੰਨਾ ਕਰ ਲਈਏ, ਜੇ ਉਹਨਾਂ ਨੇ 10 ਕੁੱਟੇ ਆਪਾਂ 8 ਕੁੱਟ ਲਈਏ, ਜੇ ਉਹਨਾਂ ਨੇ 4 ਮਾਰੇ ਆਪਾਂ, ਇਹ ਤਾਂ ਕੋਈ ਹੱਲ ਨਹੀਂ ਨਾ ਹੋਇਆ। ਸੁਣੋ ਧਾਲੀਵਾਲ ਸਾਹਿਬ, ਇਹਦਾ ਆਨਸਰ ਸੁਣੋ। ਵੈਸੇ ਤੇ ਰਹੂੰਗਾ ਵਿੱਚ, ਕੋਈ ਇੰਟਰਪਟ ਨਾ ਕਰੇ। ਜਿਹੜਾ ਹਿੰਦੁਸਤਾਨ ਹੈ ਨਾ ਜੀ, ਇਹ ਰਾਜਾਂ ਦਾ ਸੰਘ ਹੈ। ਚਾਹੇ ਗੁਜਰਾਤ, ਰਾਜਸਥਾਨ, ਪੰਜਾਬ, ਇਹ ਅਲੱਗ-ਅਲੱਗ ਰਾਜਾਂ ਦਾ ਇੱਕ ਸੰਘ ਹੈ। ਪਹਿਲਾਂ ਕਾਂਗਰਸ ਇਸ ਸੰਘ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਰਹੀ ਗਵਰਨਰ ਦਾ ਮਿਸਯੂਜ਼ ਕਰਕੇ, ਉਸੇ ਲੀਹਾਂ ਤੇ ਬੀਜੇਪੀ ਚੱਲ ਰਹੀ ਹੈ ਕਿਉਂਕਿ ਇਹ ਦੋਨੋਂ ਕਾਰਪੋਰੇਟ ਫਰੈਂਡਲੀ ਪਾਰਟੀ ਹੈ। ਪਹਿਲੀ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ, ਮਤਲਬ ਇਹ ਰਾਜ ਖਤਮ ਕਰਨ ਵੱਲ ਵੱਧਦੇ ਆ ਇਹ ਨਹੀਂ ਰਾਜਾਂ ਦੀ ਭਾਵ, ਇਹ ਰਾਜਾਂ ਦੀ। ਤੁਸੀਂ ਇੱਕ ਚੀਜ਼ ਦੇਖੋ, ਕਾਂਗਰਸ ਦੇ ਸਮੇਂ ਹੀ ਜਿਹੜਾ ਹੈ GST ਦੇ ਉੱਤੇ ਇਹਨਾਂ ਨੇ ਫਿਰ ਪਾਸੀ ਸਾਹਿਬ ਜਦੋਂ ਜੰਮੂ ਕਸ਼ਮੀਰ, ਜਦੋਂ UT ਬਣਾਇਆ, ਜਦੋਂ ਸਟੇਟ ਤੋੜੀ ਹੈ, ਤੁਹਾਡਾ ਵੋਟ ਕਿੱਧਰ ਗਿਆ ਸੀ ਆਮ ਆਦਮੀ ਪਾਰਟੀ ਦਾ? ਉਹਦੇ ਵਿੱਚ ਜੋ ਸਹੀ ਪ੍ਰੋਵੀਜ਼ਨਾਂ ਸੀ ਉਹਨਾਂ ਦੇ ਉੱਤੇ ਅਸੀਂ ਹੱਕ 'ਚ ਬੋਲੇ ਸੀ, ਸਿਰਫ ਜੋ ਸਹੀ ਪ੍ਰੋਵੀਜ਼ਨਾਂ ਸੀ। ਨਹੀਂ, ਲੋਕਾਂ ਨਾਲ ਅਤਿਆਚਾਰ ਹੋਇਆ ਉਹਦੇ ਖਿਲਾਫ। ਜੇ ਤੁਸੀਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦੇ ਹੋ, ਰਾਜਾਂ ਦੇ ਸੰਘ ਦੀ ਗੱਲ ਕਰਦੇ ਹੋ, ਤੁਸੀਂ ਕਨਸਟੀਟਿਊਸ਼ਨ ਦੇ ਇੰਨੀ ਸੋਹਣੀ ਐਗਜ਼ਾਮਪਲ ਦਿੱਤੀ ਹੈ, ਤੇ ਆਮ ਆਦਮੀ ਪਾਰਟੀ ਦਾ ਵੋਟ ਤਾਂ ਬੀਜੇਪੀ ਨੂੰ ਗਿਆ ਸੀ ਉਦੋਂ। ਨਹੀਂ, ਬੀਜੇਪੀ ਨੂੰ ਵੋਟ ਨਹੀਂ ਸੀ ਗਿਆ, ਜਿਹੜੀ ਉਸ ਦੇ ਤਹਿਤ ਉੱਥੋਂ ਦੇ ਲੋਕਾਂ ਦੇ ਨਾਲ ਪਾਵਰ ਦਾ ਮਿਸਯੂਜ਼ ਹੁੰਦਾ ਸੀ, ਜਿਹਦੀ ਉਹਦੇ 'ਚ ਗਲਤ ਪ੍ਰੋਵੀਜ਼ਨ ਸੀਗੀਆਂ। ਲੇਕਿਨ ਉਹਦੇ ਬਾਅਦ ਤੁਸੀਂ ਆਹ ਦੇਖੋ ਕਿੰਨੇ ਸਾਡੀਆਂ ਜਿਹੜੀ ਸਟੇਟਮੈਂਟਸ ਜਾਂ ਸਟੈਂਡ ਦੇਖ ਲਓ ਕਿ ਲੋਕਾਂ ਨਾਲ ਜੋ ਅਤਿਆਚਾਰ ਹੋਇਆ ਉਹਦੇ ਹੱਕ 'ਚ ਖੜੇ ਆ। ਦੂਸਰੀ ਚੀਜ਼ ਜਿਹੜੀ ਮੈਂ ਇਸ ਤੇ ਗਵਰਨਰ ਸਾਹਿਬ ਤੇ ਆਉਣਾ ਚਾਹ ਰਿਹਾ ਸੀਗਾ, ਅਗਰ ਤੁਸੀਂ ਆਪਾਂ ਕਹਿ ਰਹੇ ਹਾਂ ਕਿ ਅਸੀਂ ਚਾਹੁੰਦੇ ਤਾਂ ਚਿੱਠੀ ਦਾ ਜਵਾਬ ਦੇ ਦਿੰਦੇ, ਠੀਕ ਹੈ ਜੀ। ਪਹਿਲੀ ਗੱਲ ਤਾਂ ਗਵਰਨਰ ਸਾਹਿਬ ਨੂੰ ਵੀ ਜਿਹੜਾ ਇੱਕ ਕ੍ਰਾਈਟੇਰੀਆ ਹੈ, ਜਿਸ ਤਰੀਕੇ ਨਾਲ ਇਨਫੋਰਮੇਸ਼ਨ ਚਾਹੀਦੀ ਸੀ, ਉਹਨਾਂ ਨੂੰ ਵਿਰੋਧੀ ਪਾਰਟੀਆਂ ਦਾ ਮੁਖੌਟਾ ਨਹੀਂ ਬਣਨਾ ਚਾਹੀਦਾ ਸੀ। ਉਹ ਉਹਨਾਂ ਨੂੰ ਕਹਿੰਦੇ ਤੁਸੀਂ ਬਜਟ 'ਚ ਪੁੱਛੋ, ਉਹ ਤਾਂ ਬਜਟ ਨੂੰ ਰੋਕ ਰਹੇ ਆ। ਅਸੀਂ ਤਾਂ ਬਜਟ ਸੈਸ਼ਨ ਚਾਹੁੰਦੇ ਆ, ਅਸੀਂ ਤਾਂ ਡੇਟਾਂ ਅਨਾਉਂਸ ਕਰਤੀਆਂ, ਅਸੀਂ ਤਾਂ ਸੁਪਰੀਮ ਕੋਰਟ ਜਾ ਰਹੇ ਆ। ਔਰ ਮੈਂ ਹੈਰਾਨ ਹੋ ਰਿਹਾ, ਪੰਜਾਬ ਦੀ ਕਾਂਗਰਸ ਪੂਰੀ ਤਰ੍ਹਾਂ ਬੀਜੇਪੀ ਨੂੰ ਸਰੈਂਡਰ ਕਰ ਚੁੱਕੀ ਹੈ। ਕਿਉਂ? ਇਹਨਾਂ ਨੂੰ ਲੱਗ ਰਿਹਾ ਵੀ ਕੱਲ ਨੂੰ ਨਹੀਂ ਤਾਂ ਪਰਸੋਂ ਇਹਨਾਂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੇ ਪਿੱਛੇ ਜਾ ਕੇ ਖੜਨਾ ਹੈ। ਮੈਂ ਤੁਹਾਨੂੰ ਕਲੀਅਰ ਦੱਸ ਰਿਹਾ। ਚੌਥੀ ਚੀਜ਼, ਸਾਰੀ ਕਾਂਗਰਸ ਨੂੰ, ਕੱਲੀ ਪੰਜਾਬ ਵਾਲੀ ਕਾਂਗਰਸ ਨੂੰ? ਪੰਜਾਬ ਕਾਂਗਰਸ ਦੀ ਗੱਲ ਕਰ ਰਿਹਾ ਮੈਂ, ਕਿਉਂਕਿ ਪੰਜਾਬ ਕਾਂਗਰਸ ਦਾ ਜੀ ਹਾਲਤ ਇਹ ਹੋ ਚੁੱਕੀ ਹੈ। ਇੱਕ ਮਿੰਟ, ਪ੍ਰੋਫੈਸਰ ਸਾਹਿਬ ਕੁਝ ਕਹਿ ਰਹੇ ਆ, ਪਾਸੀ ਸਾਹਿਬ ਪ੍ਰੋਫੈਸਰ ਸਾਹਿਬ ਕੁਝ ਕਹਿ ਰਹੇ ਨੇ। ਤੁਸੀਂ ਗਵਰਨਰ ਨੂੰ ਇਹੋ ਹੀ ਕੁਝ ਲਿਖ ਦਿੰਦੇ ਮੇਰੇ ਵੀਰ, ਅਸੀਂ ਉੱਥੇ ਫੈਸਲਾ ਦੇਾਂਗੇ, ਤੁਸੀਂ ਇਹ ਸਾਡੀ ਯੂਰਿਸਡਿਕਸ਼ਨ 'ਚ ਨਾ ਕਰੋ, ਚੁੱਪ ਕਰਕੇ ਇੱਕ ਲੈਟਰ ਕੱਢ ਦਿੰਦੇ। ਤੁਸੀਂ ਇਹ ਨਹੀਂ ਨਾ ਕੀਤਾ, ਤੁਸੀਂ ਨੇ ਕਿਹਾ ਕਿ ਤੂੰ ਹੁੰਦਾ ਕੌਣ ਹੈ ਸਾਨੂੰ ਪੁੱਛਣ ਵਾਲਾ। ਇਹ ਗੱਲ ਤੁਹਾਡੀ ਮਾੜੀ ਸੀ ਕਿ ਜਿਹਦੇ ਕਰਕੇ ਰੀਜ਼ਨ ਵਧਿਆ। ਪ੍ਰੋਫੈਸਰ ਸਾਹਿਬ, ਮੈਂ ਇਹਦਾ ਰੀਜ਼ਨ ਦੱਸਦਾ ਕਿ ਗਵਰਨਰ ਸਾਹਿਬ ਨੇ ਜਿਹੜੀ ਟਾਈਮਿੰਗ ਲਿੱਤੀ, ਜੋ ਤਰੀਕਾ ਲਿੱਤਾ, ਉਹ ਕੋਈ ਵੀ ਲੋਕਤਾਂਤਰਿਕ ਚੁਣੀ ਹੋਈ ਸਰਕਾਰ ਉਸ ਨੂੰ ਸਹੀ ਨਹੀਂ ਮੰਨਦੀ। ਇਸੇ ਲਈ ਉਹਨਾਂ ਨੂੰ ਕਿਹਾ, ਹੁਣ ਜਿਹੜੀ ਗਵਰਨਰ ਦੀ ਜਿਹੜੀ ਟਰਮ ਵੀ ਹੁੰਦੀ ਹੈ ਨਾ ਸਰ, ਮੈਂ ਗਵਰਨਰ ਸਾਹਿਬ ਦੀ ਪੋਸਟ ਤੇ ਕਮੈਂਟ ਨਹੀਂ ਕਰ ਰਿਹਾ ਕਿਉਂਕਿ ਮੇਰਾ ਐਡਾ ਕੱਦ ਨਹੀਂ, ਮੈਂ ਸਿਰਫ ਇੱਕ ਸਪੋਕਸਮੈਨ ਹਾਂ। ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਗਵਰਨਰ ਸਾਹਿਬ ਦੀ ਜਿਹੜੀ ਟਰਮ ਹੁੰਦੀ ਆ ਕੋਈ ਫਿਕਸ ਨਹੀਂ ਹੁੰਦੀ। ਉਹ ਰਾਸ਼ਟਰਪਤੀ ਸਾਹਿਬ ਦੀ ਮਰਜ਼ੀ ਹੈ, ਉਹਨੂੰ ਅੱਜ ਇੱਥੇ ਲਾਣ, ਕੱਲ੍ਹ ਨੂੰ ਚੱਕ ਕੇ ਤਾਮਿਲਨਾਡੂ ਲਾ ਦੇਣ, ਪਰਸੋਂ ਘਰੇ ਭੇਜ ਦੇਣ। ਉਹ ਇਹ ਨਹੀਂ ਹੁੰਦਾ ਕਿ ਤੁਸੀਂ 2 ਸਾਲ ਲਈ ਜਾਂ 4 ਸਾਲ ਲਈ ਟਰਮ ਤੁਹਾਡੀ ਫਿਕਸ ਹੋ ਗਈ। ਗਵਰਨਰ ਸਾਹਿਬ ਜਿੱਦਾਂ ਕਹਿੰਦੇ ਨਹੀਂ ਨਾ, ਔਰੰਗਜ਼ੇਬ ਨੇ ਸੂਬੇਦਾਰ ਬਣਾਏ ਸੀ, ਅੰਗਰੇਜ਼ਾਂ ਨੇ ਗਵਰਨਰ ਲਾਤੇ ਸੀ, ਉਹੀ ਟ੍ਰੈਂਡ ਚੱਲਿਆ ਆ ਰਿਹਾ ਹੈ ਤਾਂ ਕਿ ਕੰਟਰੋਲ ਰੱਖਿਆ ਜਾ। ਨਹੀਂ, ਜਵਾਬ ਦੇਣ ਵਾਲੀ ਗੱਲ ਕਿੱਥੇ ਗਈ ਜਿਹੜਾ ਪ੍ਰੋਫੈਸਰ ਸਾਹਿਬ ਨੇ ਸਵਾਲ ਪੁੱਛਿਆ? ਪਾਸ ਸਾਹਿਬ ਉਹ ਭੁੱਲ ਗਏ। ਅੱਛਾ ਠੀਕ ਹੈ, ਉਹਨਾਂ ਦਾ ਰਾਬਤਾ ਸਾਡੇ ਨਾਲ ਟੁੱਟ ਗਿਆ। ਸ੍ਰੀ ਸਾਹਿਬ, ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ, ਵਾਰ-ਵਾਰ ਤੁਹਾਡੇ ਉੱਤੇ ਇਲਜ਼ਾਮ ਲਾ ਰਹੇ ਸੀ ਵੀ ਬੀਜੇਪੀ ਨੇ ਖਰੀਦ ਲਏ ਆ। ਪਹਿਲਾਂ ਤੁਸੀਂ ਆਪ ਵਾਲੇ ਖਰੀਦੇ ਸੀ, ਹੁਣ ਕਾਂਗਰਸ ਵਾਲੇ ਕਿੰਨੇ 'ਚ ਖਰੀਦੇ ਆ? ਦੇਖੋ, ਮੈਂ ਧਾਲੀਵਾਲ ਸਾਹਿਬ ਇਹ ਕਹਾਂ, ਉਹ ਇਲਜ਼ਾਮ ਨਹੀਂ ਲਾ ਰਹੇ, ਉਹ ਹਰ ਪਾਰਟੀ ਦਾ ਸਵਾਲ ਦਾ ਜਵਾਬ ਸਵਾਲ ਨਾਲ ਦੇ ਰਿਹਾ ਹੈ। ਉਹਨਾਂ ਦੇ ਪਾਣੇ ਸਾਰੇ ਗਲਤ ਹੈ। ਖਾਤਾ ਨਾ ਵਹੀ ਜੋ ਹਮ ਕਹੇ ਉਹ ਸਹੀ। ਕੋਈ ਇਸ ਨੀਤੀ ਤੇ ਚੱਲ ਪਿਆ ਹੈ, ਸਵਾਲ ਦਾ ਜਵਾਬ ਸਵਾਲ ਨਾਲ ਦੇ ਰਿਹਾ।
ਜਦੋਂ ਤਾਂ ਪਰਸੋਂ ਬਾਦਲ ਤੇ ਚਲਾਨ ਦਿੱਤਾ ਉਹ ਸਹੀ ਸੀ, ਜਦੋਂ ਕੱਲ ਫੜ ਕੇ ਸਿਸੋਦੀਆ ਅੰਦਰ ਹੋਇਆ ਉਹ ਲੋਕਤੰਤਰ ਦੀ ਹੱਤਿਆ ਹੋ ਗਈ। ਦੇਖੋ ਅਸੀਂ ਇਹ ਜੀਐਸਟੀ ਦੀ ਗੱਲ ਕਰ ਰਹੇ ਸੀ, ਜੀਐਸਟੀ ਦੇ ਪ੍ਰੈਸ ਕਾਨਫਰੰਸ ਕਰਦੇ ਆ ਹਰਪਾਲ ਚੀਮਾ ਜੀ, ਪੰਜਾਬ ਦੀ ਜੀਐਸਟੀ ਦਾ ਜਿਹੜੀ ਇਨਕਮ ਹੈ ਉਹ ਵੱਧ ਗਈ ਹੈ। ਜੀਐਸਟੀ ਮਾੜੀ ਹੈ ਤੇ ਤੁਸੀਂ ਇਨਕਮ ਵਧੀ ਕਿਉਂ ਦੱਸਦੇ ਹੋ ਲੋਕਾਂ ਨੂੰ, ਉਹਦੀ ਵਾਹਵਾਹੀ ਕਿਉਂ ਲੈਂਦੇ ਹੋ? ਤੁਸੀਂ ਆਪਣਾ ਰੈਵਨਿਊ ਉਹਦੇ ਤੇ ਦੱਸਦੇ ਹੋ ਔਰ ਐਡਮਿਟ ਕਰ ਗਏ। ਅੱਛਾ ਸਰੀਨ ਸਾਹਿਬ ਇੱਕ ਗੱਲ ਹੈ, ਇੱਕ ਗੱਲ ਇਹ ਹੈਗੀ ਹੈ, ਮੈਂ ਸਰੀਨ ਸਾਹਿਬ ਮੈਂ ਪੁੱਛਦਾ, ਇੱਕ ਸਵਾਲ ਹੈ ਮੇਰੇ ਜ਼ਿਹਨ ਦੇ ਵਿੱਚ। ਠੀਕ ਹੈ, ਉਹਨਾਂ ਨੂੰ ਤਾਂ ਆਪਾਂ ਸਾਰਿਆਂ ਨੇ ਪੁੱਛਿਆ, ਗੱਲਬਾਤ ਵੀ ਉਹਨਾਂ ਤੋਂ ਕੀਤੀ, ਆਪਾਂ ਸਾਰੇ ਇੱਕੋ ਗੱਲ ਪੁੱਛ ਰਹੇ ਵੀ ਜਵਾਬ ਦੇ ਦੇਣਾ ਚਾਹੀਦਾ, ਪਰ ਗੱਲ ਇਹ ਹੈ ਵੀ ਜੋ ਗਵਰਨਰ ਸਾਹਿਬ ਕਰ ਰਹੇ ਹੈ ਕੀ ਉਹ ਸਹੀ ਕਰ ਰਹੇ ਆ? ਗਵਰਨਰ ਸਾਹਿਬ ਨੂੰ ਕਿਆ ਪੁੱਛਣਾ? ਦੇਖੋ ਜਿੱਦਾਂ ਹੁਣ ਇੱਕ ਕਾਂਗਰਸ ਦੇ ਪ੍ਰਵਕਤਾ ਨੇ ਕਿਹਾ, ਜੇ ਇਹਨਾਂ ਨੂੰ ਕਾਂਗਰਸ ਪੁੱਛਦੀ ਹੈ ਉਹਨੂੰ ਅਧਿਕਾਰ ਨਹੀਂ ਹੈ, ਜੇ ਕੋਈ ਦੂਸਰਾ ਬੰਦਾ ਪੁੱਛਦਾ ਉਹਨੂੰ ਅਧਿਕਾਰ ਨਹੀਂ, ਜਿਹਦੇ ਕੋਲ ਅਧਿਕਾਰ ਹੈ ਜੇ ਉਹਨੂੰ ਪੁੱਛਦੇ ਤੂੰ ਉਹਨੂੰ ਕਹਿੰਦੇ ਤੂੰ ਹੈ ਕੌਣ? ਫੇਰ ਤਾਂ ਬੇਲਗਾਮ ਹੈ ਨਾ ਜੀ। ਇਹਦਾ ਮਤਲਬ ਇਹ ਹੈ ਇਹ ਪ੍ਰੋਪਗੈਂਡਾ ਪੋਲਿਟਿਕਸ ਕਰਨ, ਇਸ਼ਤਿਹਾਰ ਜਿਹਦੇ ਨਹੀਂ ਸਰੀਨ ਸਾਹਿਬ, ਮੈਂ ਨਾ ਮੁੱਦੇ ਤੇ ਆਉਣਾ ਚਾਹੁੰਦਾ। ਠੀਕ ਹੈ, ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਗਵਰਨਰ ਦੀ ਚਿੰਤਾ ਕਰਨਾ ਕੋਈ ਜ਼ਾਇਆ, ਉਹਨਾਂ ਦੀ ਚਿੰਤਾ ਕਰਨੀ ਠੀਕ ਹੈ, ਵਾਜਬ ਹੈ, ਪਰ ਜੇ ਕੁਝ ਨਹੀਂ ਕਰ ਰਹੇ ਤਾਂ ਉਸ ਤੋਂ ਅੱਗੇ ਵੀ ਵਧਣਾ ਚਾਹੀਦਾ, ਕੇਂਦਰ ਨੂੰ ਅੱਗੇ ਵੀ ਕੋਈ ਕਦਮ ਪੁੱਟਣੇ ਚਾਹੀਦੇ ਆ। ਜੇ ਉਹ ਨਸ਼ਾ ਨਹੀਂ ਮੈਂ ਨਹੀਂ ਕਹਿ ਰਿਹਾ ਸਰਕਾਰ ਭੰਗ ਕਰ ਦੇਣ, ਕੇਂਦਰ ਸਰਕਾਰ ਨੂੰ ਕੁਝ ਲਿਖ ਕੇ ਦੇ ਦੇਣਾ, ਰਾਸ਼ਟਰਪਤੀ ਨੂੰ ਲਿਖ ਕੇ ਦੇ ਦੇਣਾ, ਹਾਲਾਤ ਜਿਹੜੇ ਉਹਨਾਂ ਬਾਰੇ ਕਦੇ ਲਿਖਤੀ ਰੂਪ ਦੇ ਵਿੱਚ ਕਦੇ ਦਿੱਤਾ, ਜਿਹੜੀ ਉਹ ਨਸ਼ਿਆਂ ਦੀ ਗੱਲ ਕਰ ਧਾਲੀਵਾਲ ਜੀ ਹੱਲੇ ਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਲਿਖ ਕੇ ਦਿੱਤਾ ਤੇ ਡਿਬੇਟਾਂ ਸ਼ੁਰੂ ਹੋ ਗਈਆਂ, ਕੱਲ ਨੂੰ ਪ੍ਰਧਾਨ ਮੰਤਰੀ ਨੂੰ ਲਿਖ ਕੇ ਦੇਤਾ, ਉਹਨਾਂ ਨੇ ਕੀ ਕਹਿ ਦੇਣਾ? ਨਹੀਂ ਦੌਰੇ ਬਹੁਤ ਚਿਰ ਦੇ ਕਰ ਰਹੇ ਆ, ਨਹੀਂ ਗੱਲ ਦੌਰੇ ਬਹੁਤ ਚਿਰ ਦੇ ਕਰ ਰਹੇ ਆ। ਮੈਂ ਚਲੋ ਆਪਾਂ ਇੱਕ ਪਤਾ ਗੱਲ ਕੀ ਹੈ, ਇਦਾਂ ਦਾ ਗੱਲ ਦਾ ਖਲਾਰਾ ਪੈ ਜਾਊਗਾ, ਆਪਾਂ ਪਾਰਟੀਕੂਲਰ ਗੱਲ ਦੀ ਗੱਲ ਕਰ ਲੈਂਦੇ। ਮੈਂ ਫਿਰ ਇਸ ਤੋਂ ਬਾਅਦ ਨਾ ਪ੍ਰੈਸ ਸਾਹਿਬ ਕੋਲੇ ਜਾਊਂਗਾ। ਜਿਵੇਂ ਉਹ ਗੱਲ ਕਰਦੇ ਆ ਕਿ ਸਰਹੱਦੀ ਖੇਤਰਾਂ ਦੇ ਵਿੱਚ ਨੌਜਵਾਨਾਂ ਦੀ ਗੱਲ ਕਰਦੇ ਆ, ਨਸ਼ਿਆਂ ਦੀ ਗੱਲ ਕਰਦੇ ਆ, ਦੋਨੋਂ ਇੱਕ ਦੂਜੇ ਦੇ ਨਾਲ ਚੀਜ਼ਾਂ ਜੁੜੀਆਂ ਹੋਈਆਂ ਨੇ। ਆਪਾਂ 2 ਕਰੋੜ ਨੌਕਰੀ ਦੇਣ ਦਾ ਵਾਅਦਾ ਕੀਤਾ ਸੀਗਾ ਜਦੋਂ ਸੱਤਾ ਦੇ ਵਿੱਚ ਆਏ ਸੀ 2014 ਦੇ ਵਿੱਚ, ਕਿੰਨੀਆਂ ਕੁ ਨੌਕਰੀਆਂ ਦੇਤੀਆਂ? ਅਸੀਂ ਕਿਸਾਨ ਦੀ ਆਮਦਨੀ ਦੁੱਗਣੀ ਕਰਨ ਦੀ ਗੱਲ ਕੀਤੀ ਸੀਗੀ, ਰॉ ਮਟੀਰੀਅਲ ਸਸਤਾ ਕਰਨ ਦੀ ਗੱਲ ਕੀਤੀ ਸੀਗੀ, ਹੋ ਸਾਰਾ ਕੁਝ ਉਲਟ ਰਿਹਾ ਤੇ ਫਿਰ ਅਸੀਂ ਉਹਦੇ ਉੱਤੇ ਚਿੰਤਾ ਜ਼ਾਹਰ ਕਰਕੇ ਕੀ ਸਿਰਫ ਸਿਆਸੀ ਰੋਟੀਆਂ ਸਿੱਖਣੇ ਚਾਹੁੰਦੇ ਹਾਂ? ਕਿੰਨੀ ਵੱਧ ਗਈ ਐਮਐਸਪੀ? ਕਈ ਫਸਲਾਂ ਦੇ ਉੱਤੇ ਕਿੰਨੀ ਵੱਧ ਗਈ? 100 ਗੁਣਾ ਵੱਧ ਗਈ। ਫਸਲਾਂ ਤੇ ਵੱਧ ਗਈ, ਕਿਸੇ ਫਸਲ ਦੇ ਉੱਤੇ 100 ਗੁਣਾ ਵੀ ਵਧੀ ਹੈ। ਤੇ ਮਿਲਦੀ ਕਿੰਨੇ ਤੇ? ਜਿਹੜੀਆਂ ਫਸਲਾਂ ਕਰ ਰਹੇ ਆ ਅੱਗੇ ਦੇ ਨਾਲੋਂ ਵੱਧ ਫਸਲਾਂ ਤੇ ਮੈਨੂੰ ਦੱਸਿਓ, ਮੈਨੂੰ ਇੱਕ ਗੱਲ ਦੱਸਿਓ ਸਰੀਨ ਸਾਹਿਬ, ਤਾਰਾ ਮੀਰਾ ਜਿਹੜਾ ਹੈ ਉਹ ਸੁਣਦਾ ਲੋ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਦੀ ਤਰ੍ਹਾਂ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਕਰੋ। ਨਹੀਂ ਮੈਂ ਤਾਂ ਆਊਟ ਹੋ ਗਿਆ ਤੇ ਤੁਸੀਂ ਆਮ ਆਦਮੀ ਪਾਰਟੀ ਦੀ ਪ੍ਰਵਕਤਾ ਦੀ ਤਰ੍ਹਾਂ ਗੱਲ ਕਰਨਾ ਚਾਹੁੰਦੇ ਹੋ। ਨਹੀਂ ਮੈਂ ਤਾਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਦੇ ਤੌਰ ਤੇ ਨਹੀਂ ਗੱਲ ਕਰਨਾ ਚਾਹੁੰਦਾ, ਮੈਂ ਆਮ ਆਦਮੀ ਦੀ ਗੱਲ ਕਰਨਾ ਚਾਹੁੰਦਾ, ਜਿਹੜੀ ਆਮ ਆਦਮੀ ਦੇ ਪ੍ਰਤੀ ਤੁਸੀਂ ਬਹੁਤ ਵਫਾਦਾਰ ਬਣ ਕੇ ਆਏ ਸੀ, ਮੈਂ ਉਹਦੀ ਗੱਲ ਕਰਨਾ ਚਾਹੁੰਦਾ। ਮੈਂ ਆਮ ਆਦਮੀ ਪਾਰਟੀ ਦਾ ਪ੍ਰਵਕਤਾ ਬਣ ਕੇ ਨਹੀਂ ਗੱਲ ਕਰ ਰਹੇ ਸੀ ਨਾ, ਮੈਂ ਇਸ ਲਈ ਤੁਹਾਨੂੰ ਸਵਾਲ ਕੀਤਾ। ਤੁਸੀਂ ਉਸ ਤਰ੍ਹਾਂ ਦੇ ਆ ਗਏ ਤਾਂ ਕਿਹਾ ਮੈਂ ਨਹੀਂ ਤੁਸੀਂ ਕਹਿ ਰਹੇ ਹੋ ਨਾ 100 ਗੁਣਾ ਐਮਐਸਪੀ ਦੇ ਰੇਟ ਵੱਧ ਕੇ, ਮੈਂ ਕਹਿੰਦਾ ਮਿਲ ਕੀ ਤੇਰੇ? ਤੁਸੀਂ ਏਦਾਂ ਕਰ ਲਓ ਨਾ, ਡਿਬੇਟ ਰੱਖ ਲਓ ਉਹਦੇ ਤੇ, ਕੱਲ ਦੀ ਡਿਬੇਟ ਹੋਣੀ। ਇੱਕ ਫਸਲ ਦੱਸ ਦਿਓ ਨਾ, ਇਹਦੇ ਕੋਈ ਮੈਂ ਇੱਕ ਫਸਲ ਦੱਸ ਦਿਓ, ਕੋਈ ਦੱਸ ਦਿਓ ਵੀ ਸਾਰੀਆਂ ਫਸਲਾਂ ਤੇ ਵਧੀਆ। ਇੱਕ ਦੱਸ ਦਿਓ ਨਾ ਜਿੱਤੇ 100 ਗੁਣਾ ਵਧੀਆ। ਚਲੋ ਪ੍ਰੈਸ ਸਾਹਿਬ ਮੈਂ ਤੁਹਾਡੇ ਕੋਲੇ ਧਾਲੀਵਾਲ ਸਾਹਿਬ ਆਵਾਜ਼ ਆ ਰਹੀ ਹੈ? ਆ ਰਹੀ ਹੈ ਜੀ, ਤੁਹਾਡੀ ਗੈਰ ਆਵਾਜ਼ ਦੇ ਵਿੱਚ ਮੈਂ ਤੁਹਾਡੇ ਵੱਲੋਂ ਬੋਲ ਦਿੱਤਾ, ਸਾਰਾ ਕੁਝ ਮੈਂ ਕਹਿ ਦਿੱਤਾ ਤੇ ਮੈਂ ਮੀਣਾ ਵੀ ਖੱਟ ਲਿਆ। ਠੀਕ ਹੈ, ਕੋਈ ਗੱਲ ਨਹੀਂ। ਪ੍ਰੋਫੈਸਰ ਮਨਜੀਤ ਜੀ, ਮੈਂ ਗੱਲ ਪੁੱਛਣੀ ਚਾਹੁੰਦਾ ਵੀ ਜੇ ਤਾਂ ਸਵਾਲ ਕੇਂਦਰ ਸਰਕਾਰ ਨੂੰ ਪੁੱਛ ਲਓ ਫਿਰ ਤਾਂ ਸੂਬਾ ਸਰਕਾਰ ਦੇ ਬੁਲਾਰੇ ਹੋ ਜਾਂਦੇ ਆ, ਜੇ ਸੂਬਾ ਸਰਕਾਰ ਨੂੰ ਪੁੱਛ ਲਈਏ ਫਿਰ ਕੇਂਦਰ ਸਰਕਾਰ ਦੇ ਬੁਲਾਰੇ ਹੋ ਜਾਂਦੇ ਆ, ਤੇ ਅਸੀਂ ਜਾਈਏ ਕਿੱਥੇ ਹੁਣ? ਪੱਤਰਕਾਰ ਜੇਲ੍ਹਾਂ 'ਚ? ਅੱਛਾ, ਮੈਂ ਇਹ ਗੱਲ ਕਹਿਣਾ ਕਿ ਦੇਖੋ ਕੰਮ ਤੇ ਸਾਰਿਆਂ ਨੂੰ ਆਪੋ ਆਪਣਾ ਕਰਨਾ ਚਾਹੀਦਾ। ਜੋ ਮੀਡੀਆ ਦਾ ਬੁਰਾ ਹਾਲ ਇੱਥੇ ਕਾਰਪੋਰੇਟ ਕਲਚਰ ਨੇ ਕਰਤਾ ਉਹ ਤੇ ਆਪਾਂ ਜਾਣਦੇ ਆ। ਪੋਲੀਟੀਕਲ ਪਾਰਟੀਆਂ ਦੀ ਇਸ ਕਿਸਮ ਦਾ ਇੱਕ ਹੋ ਗਿਆ ਕਿ ਜਿਵੇਂ ਲੋਕ ਉਹਨਾਂ ਤੋਂ ਡਰਦੇ ਹੁਣ, ਕਿਸੇ ਵੇਲੇ ਪੁਲਿਸ ਤੋਂ ਡਰਦੇ ਸੀ ਲੋਕ, ਹੁਣ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਬੰਦੇ ਇਹਨਾਂ ਨੇ ਕਹਿਣਾ ਕੁਛ ਆ ਕਰਨਾ ਕੁਛ ਆ, ਪਤਾ ਨਹੀਂ ਮੈਂ ਜੇ ਇਹਦੇ ਨਾਲ ਵਿਗਾੜ ਲਈ ਮੇਰਾ ਘਰ ਨੂੰ ਉਜਾੜ ਦੇਣਗੇ। ਇਹ ਸਾਰਾ ਕੁਝ ਇਹ ਬੜੀ ਜਾਨੀ ਜਦੋਂ ਦੇਸ਼ ਨੂੰ ਸਾਂਭਣਾ, ਜਿਹੜਾ ਇੱਕ ਕਾਨੂੰਨ ਦਾ ਰਾਜ ਹੋਣਾ, ਲੋਕਾਂ ਦੇ ਵਿੱਚ ਇੱਕ ਸ਼ਾਂਤੀ ਹੋਣੀ, ਭਾਈਚਾਰਾ ਹੋਣਾ, ਉਹਨਾਂ ਦੀਆਂ ਆਮ ਲੋੜਾਂ ਦੀ
ਕਿਤੇ ਨਾ ਕਿਤੇ ਉਮੀਦ ਬਣਾਉਣੀ, ਮੈਂ ਤੇ ਇਹ ਨਹੀਂ ਕਹਿੰਦਾ ਪੂਰੀਆਂ ਕਰ ਦੇਣਗੇ, ਉਮੀਦ ਬਣਾਉਣੀ, ਉਹ ਤੁਸੀਂ ਕਿਤੇ ਦੇਖਦੇ ਆ, ਕਿਤੇ ਡਿਬੇਟ 'ਚ ਦੇਖਦੇ ਆ, ਕਿਤੇ ਕਿਸੇ ਪੋਲੀਟੀਕਲ ਪਾਰਟੀ ਦੀ ਚਿੰਤਾ ਦੇਖਦੇ ਆ, ਕੀ ਚਿੰਤਾ ਹੁੰਦੀ ਆ ਵੀ ਕਿੱਥੇ ਅੱਗ ਲਾਈ ਜਾਏ, ਕਿੱਥੇ ਟੁੱਟਿਆ ਜਾਏ, ਕਿੱਥੇ ਗਵਰਨਰ ਨੂੰ ਭੇਜਦਾ ਜਾਏ, ਕਿੱਥੇ ਬਲਾਨੇ ਨੂੰ ਭੇਜਦਾ ਜਾਏ, ਕਿੱਥੇ ਪਾਕਿਸਤਾਨ ਦਾ ਨਾਂ ਲੈਤਾ ਜਾਏ, ਕਿੱਥੇ ਹੋਰ ਰੌਲਾ ਰੱਪਾ ਪਾ ਕੇ ਸਾਰੇ ਸਾਲ ਜਾਣੀ ਪੋਲੀਟੀਕਲ ਪਾਰਟੀਆਂ ਦਾ ਪ੍ਰੀ ਆਕੂਪੇਸ਼ਨ ਇਹ ਹੋ ਗਿਆ ਕਿ ਮੁੱਦੇ ਤੇ ਗੱਲ ਨਾ ਹੋਵੇ ਕੋਈ। ਉਸੇ ਕਰਕੇ ਤੁਹਾਨੂੰ ਜਿਹੜੇ ਤੁਸੀਂ ਜਰਨਲਿਸਟ ਭਾਈ ਹੈਗੇ ਆ, ਜਿਹੜੇ ਕਮਿਟਡ ਬੰਦੇ ਆ, ਦੇਖੋ ਕੁਰਬਾਨੀ ਤੇ ਹਮੇਸ਼ਾ ਇਮਾਨਦਾਰ ਬੰਦੇ ਨੂੰ ਦੇਣੀ ਪੈਂਦੀ ਆ। ਉਹ ਭਾਵੇਂ ਕਬੀਰ ਸੀ, ਕੁੱਟ ਨੂੰ ਵੀ ਪਈ, ਜਾਂ ਕੋਈ ਹੋਰ ਵੀ ਸੀਗੇ, ਕੁੱਟਾਂ ਤੇ ਖਾਣੀਆਂ ਹੀ ਪੈਂਦੀਆਂ, ਮਾੜੀ ਮੋਟੀ ਚੱਕੀ ਗੁਰੂ ਨਾਨਕ ਨੂੰ ਵੀ ਪੀਣੀ ਪਈ। ਤੇ ਜੇ ਤੁਸੀਂ ਸੱਚ ਨਾਲ ਖੜੇ ਹੋਵੋਗੇ ਤਾਂ ਕੁਝ ਤਕਲੀਫ ਵੀ ਤੁਹਾਨੂੰ ਸਹਿਣੀ ਪਊਗੀ, ਪਰ ਜੇ ਆਪਾਂ ਸੱਚ ਨਾਲ ਬਿਲਕੁਲ ਨਹੀਂ ਖੜੇ ਹੋਵਾਂਗੇ ਤਾਂ ਜਦੋਂ ਅੱਗ ਲੱਗੂਗੀ ਤੇ ਉਹਦੇ ਵਿੱਚ ਆਪਾਂ ਵੀ ਜਲਾਂਗੇ। ਹੁਣ ਜੇ ਹੋ ਸਕਦਾ ਕਿ ਅਸੀਂ ਕੁਛ ਨਾ ਕੁਛ ਬਚਾ ਸਕੀਏ। ਹਾਲਾਤ ਬਹੁਤ ਖਰਾਬ ਆ, ਮੈਂ ਵਿਸ਼ੇ ਤੋਂ ਪਰਾਂ ਨਹੀਂ ਜਾਣਾ ਚਾਹੁੰਦਾ। ਅੱਜ 125 ਤੋਂ ਉੱਪਰ ਰੁਪਏ ਜਿਹੜਾ ਅਡਾਨੀ ਐਂਟਰਪ੍ਰਾਈਜ਼ਸ ਦੇ ਉੱਡ ਗਏ ਆ, 125 ਤੋਂ ਥੱਲੇ ਆ ਗਏ ਸ਼ੇਅਰ, ਉਹ ਜਾਣੀ 1190, 88, 80 ਇੱਥੇ ਤੱਕ ਪਹੁੰਚ ਰਹੇ ਆ ਜਾਣੀ। ਮਤਲਬ ਇਹ ਹੋ ਗਿਆ ਕਿ ਲੱਖਾਂ ਕਰੋੜਾਂ ਹਜ਼ਾਰਾਂ ਰੁਪਏ ਕਿੰਨੇ ਲੋਕਾਂ ਦੇ ਡੁੱਬ ਗਏ ਹੋਣਗੇ, ਤੇ ਵਿੱਚ ਹੀ ਸਾਡੇ ਪਬਲਿਕ ਸੈਕਟਰ ਦੇ। ਇਹ ਕਿਸੇ ਦੀ ਕੋਈ ਡਿਬੇਟ ਦਾ ਨਹੀਂ, ਕੋਈ ਐਡੀ ਚਿੰਤਾ ਨਹੀਂ। ਇਹ ਸਾਰੀਆਂ ਚਿੰਤਾਵਾਂ ਸਾਡੀਆਂ ਇੱਕ ਜਿਹੜੇ ਸਟੇਟਸਮੈਨ ਆ, ਜਰਨਲਿਸਟ ਹੈਗੇ, ਉਹਨਾਂ ਦੀਆਂ ਹੋਣੀਆਂ ਜਿਹੜੀਆਂ ਦੋਸ਼ ਲੱਗਦੇ ਰਹਿਣਗੇ, ਲੱਗੀ ਜਾਣ। ਤੁਸੀਂ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖੋ। ਠੀਕ ਹੈ, ਥੈਂਕ ਯੂ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਰਪ੍ਰੀਤ ਜੀ ਕੁਝ ਕਹਿਣਾ ਚਾਹੁੰਦੇ, ਉਸ ਤੋਂ ਬਾਅਦ ਅਖੀਰ ਚ ਪਾਸੇ ਆਪ ਦਾ ਰਿਐਕਸ਼ਨ ਲਵਾਂਗਾ। ਕੀ ਕਹਿ ਰਹੇ ਸੀ ਹਰਪ੍ਰੀਤ ਜੀ ਤੁਸੀਂ? ਵੇਖੋ ਗੱਲ ਪਤਾ ਕੀ ਹੈ, ਕਿਉਂਕਿ ਮਸਲਾ ਇਸ ਗੱਲ ਦਾ ਹੈ ਕਿ ਜਿਹੜੀ ਸਾਰੀ ਮੋਰਲ ਆਫ ਦੀ ਸਟੋਰੀ ਇਹ ਹੈ ਕਿ ਜਿਸ ਤਰੀਕੇ ਨਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਿੰਦ ਕੇ ਜਿਨ੍ਹਾਂ ਨੇ ਸਰਕਾਰ ਬਣਾਈ, ਔਰ ਲੋਕਾਂ ਨੇ, ਕਿਉਂਕਿ ਇਹ ਲੋਕ ਹੈਗੇ ਨੇ ਉਮੀਦਾਂ ਦੇ ਵਪਾਰੀ, ਤੇ ਉਮੀਦਾਂ ਦਾ ਖਰੀਦਦਾਰ ਉਹ ਹੁੰਦਾ ਜਿਹੜਾ ਜ਼ਰੂਰਤਮੰਦ, ਲੋੜਵੰਦ, ਗਰੀਬ, ਪਛੜਿਆ ਉਹ ਹੁੰਦਾ। ਉਹਨਾਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ, ਸਰਕਾਰ ਬਣਾਈ, ਹਜ਼ਾਰ ਰੁਪਏ ਪੰਜਾਬ ਦੀ ਹਰੇਕ ਔਰਤ ਨੂੰ ਦੇਾਂਗੇ, ਸਾਰੀਆਂ ਫਸਲਾਂ ਤੇ 5 ਮਿੰਟ 'ਚ ਚੁਟਕੀਆਂ ਵਜਾ ਕੇ MSP ਦੇਣ ਦੀਆਂ ਗੱਲਾਂ ਸਾਰੀਆਂ ਆਪਾਂ ਨੂੰ ਯਾਦ ਹੈ, ਅਜੇ ਸਾਲ ਨਹੀਂ ਹੋਇਆ। ਹੁਣ ਕਿਉਂਕਿ ਇਹ ਉਮੀਦਾਂ ਦੇ ਵਪਾਰੀ ਨੇ, ਲੋਕਾਂ ਨੂੰ ਉਮੀਦਾਂ ਇਹਨਾਂ ਨੇ ਵੇਚੀਆਂ ਤੇ ਲੋਕਾਂ ਨੇ ਬੜੇ ਹੁੱਬ ਕੇ ਖਰੀਦੀਆਂ, ਲੇਕਿਨ ਉਹਨਾਂ ਦੀਆਂ ਆਸਾਂ ਦੇ ਉੱਤੇ ਬੂਰ ਪੈਂਦਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਸਭ ਤੋਂ ਵੱਡੀ ਗੱਲ, ਇਹਨਾਂ ਨੂੰ ਆਪ ਪਤਾ ਲੱਗ ਗਿਆ ਕਿ ਅਸੀਂ ਹਰ ਮਾਮਲੇ ਦੇ ਵਿੱਚ, ਚਾਹੇ ਲਾਅ ਐਂਡ ਆਰਡਰ ਦਾ ਮਾਮਲਾ, ਚਾਹੇ ਇਨਫਰਾਸਟ੍ਰਕਚਰ ਦਾ ਮਾਮਲਾ, ਚਾਹੇ ਇਨਵਾਇਰਨਮੈਂਟ ਦਾ ਮਾਮਲਾ, ਹਰ ਮਾਮਲੇ ਦੇ ਉੱਤੇ, ਕਿਉਂਕਿ ਇਹ ਕਹਿੰਦੇ ਅਸੀਂ ਬਾਹਰੋਂ ਇੱਥੇ ਲੈ ਕੇ ਆਵਾਂਗੇ ਜੀ, ਇਨਵੈਸਟਮੈਂਟ ਲੈ ਕੇ ਆਵਾਂਗੇ, ਉਹਦੇ ਲਈ ਭਾਈ ਇਨਫਰਾਸਟ੍ਰਕਚਰ, ਇਨਵਾਇਰਨਮੈਂਟ, ਲਾਅ ਐਂਡ ਆਰਡਰ, ਇਹ ਸਾਰੇ ਕਾਸੇ ਦੀ ਲੋੜ ਪੈਂਦੀ ਹੈ। ਸਾਰੇ ਮਾਮਲੇ ਸਰਕਾਰ ਫੇਲ ਹੈ। ਕਿਹੜੀ ਇਹ ਜਿੰਨੀ ਮਰਜ਼ੀ ਸਬਮਿਟ ਕਰ ਲੈਣ, ਜੋ ਮਰਜ਼ੀ ਕਰ ਲੈਣ। ਕਦੇ ਭਗਵੰਤ ਮਾਨ ਸਾਹਿਬ ਜਰਮਨੀ ਜਾ ਕੇ ਆਉਂਦੇ ਆ, ਉੱਥੋਂ ਖਬਰਾਂ ਆਉਂਦੀਆਂ BMW ਆ ਰਹੀ ਹੈ, ਫਿਰ BMW ਅਗਲੇ ਦਿਨ ਇਨਕਾਰ ਕਰ ਦਿੰਦੀ ਹੈ। ਫਿਰ ਇਹ ਆ ਕੇ ਕਹਿੰਦੇ ਨੇ ਜੀ ਅਸੀਂ ਫਾਰਮੀਓ ਇੰਡੀਆ ਇੱਕ ਕੰਪਨੀ ਹੈ ਜਿਹੜੀ ਲਹਿਰੇ ਦੇ ਵਿੱਚ, ਮੈਂ ਤੁਹਾਨੂੰ ਦੱਸ ਦਿਆਂ, 1.5-2 ਸਾਲ ਤੋਂ ਪਲਾਂਟ ਚੱਲ ਰਿਹਾ ਹੈ। ਭਗਵੰਤ ਮਾਨ ਸਾਹਿਬ ਔਨ ਸਟੇਜ ਅੱਜ ਵੀ ਔਨ ਰਿਕਾਰਡ ਹੈ, ਕਹਿੰਦੇ ਜੀ ਮੈਂ ਉੱਥੇ ਉਦਘਾਟਨ ਕਰਨ ਜਾ ਰਿਹਾ। ਜਿਹੜੀ 1.5 ਸਾਲ ਤੋਂ ਇੱਕ ਫੈਕਟਰੀ ਚੱਲ ਰਹੀ ਹੈ ਜਿਹੜੀ ਸਟਬਲ ਤੋਂ ਗੈਸ ਬਣਾਉਂਦੀ ਹੈ, ਇੱਥੇ ਇਹਨਾਂ ਨੇ ਝੂਠ ਬੋਲਿਆ, ਫੜੇ ਗਏ। ਉਸ ਤੋਂ ਬਾਅਦ ਕਈ ਚੀਜ਼ਾਂ ਹੋਈਆਂ, ਉੱਥੇ ਗਏ, ਜਿਹੜੇ ਬੰਬੇ ਸਟਾਕ ਐਕਸਚੇਂਜ ਗਏ, ਉੱਥੇ ਵੀ ਜਾ ਕੇ ਇਹਨਾਂ ਨੇ ਕਾਫੀ ਪ੍ਰਚਾਰ ਕਰਨ ਦਾ ਯਤਨ ਕੀਤਾ, ਕੋਈ ਇਨਵੈਸਟਮੈਂਟ ਨਹੀਂ ਆਈ। ਮੈਂ ਕਹਿੰਦਾ ਕਿ ਕੋਸ਼ਿਸ਼ ਕਰਨ, ਯਤਨ ਕਰਨ, ਅਸੀਂ ਇਹਨਾਂ ਦੇ ਨਾਲ ਖੜੇ ਹਾਂ, ਅਸੀਂ ਸਵਾਗਤ ਕਰਾਂਗੇ ਜੇ ਕੋਈ ਰਿਜ਼ਲਟ ਪ੍ਰੋਡਿਊਸ ਕਰਕੇ ਦੇਣਗੇ, ਲੇਕਿਨ ਨਹੀਂ ਦੇ ਪਾ ਰਹੇ। ਔਰ ਇਸੇ ਕਰਕੇ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਪੰਜਾਬ ਦੇ ਲੋਕਾਂ ਨੂੰ ਵੀ ਤੁਹਾਡੇ ਰਾਹੀਂ ਮੈਸੇਜ ਦੇਣਾ ਚਾਹੁੰਦਾ। ਚਲੋ ਸਲਾਹ ਹੀ ਦੇ ਦਿਆ ਕਰੋ, ਜੇ ਨਹੀਂ ਕਰਦੇ ਸਲਾਹ ਲੈ ਲਿਆ ਕਰਨਗੇ। ਸਲਾਹ ਓਹੋ, ਮੈਂ ਕਹਿੰਦਾ ਹਰ ਮੁੱਦੇ ਤੇ ਹਰ ਵਾਰੀ ਹਮੇਸ਼ਾ ਹਰ ਪਾਰਟੀ ਨੇ ਇਹ ਗੱਲ ਕਹੀ ਕਿ ਭਾਈ ਆਲ ਪਾਰਟੀ ਮੀਟਿੰਗ ਬੁਲਾਓ। ਅਗਰ ਇਹ ਆਲ ਪਾਰਟੀ ਮੀਟਿੰਗ ਬੁਲਾਉਂਦੇ ਆ, ਧਾਲੀਵਾਲ ਸਾਹਿਬ ਅਪੋਜੀਸ਼ਨ ਬੋਲਣ ਜੋਗੀ ਨਹੀਂ ਹੈ, ਇਹਨਾਂ ਦਾ ਫਾਇਦਾ, ਲੇਕਿਨ ਨਹੀਂ ਸਮਝ ਆਉਂਦੀ ਗੱਲ, ਕਿਉਂਕਿ ਤਜਰਬਾ ਨਹੀਂ ਹੈ। ਮੈਂ ਫਿਰ ਇੱਕ ਗੱਲ ਜਿਹੜੀ ਮੁੱਦੇ ਦੀ ਉਹ ਕਿਤੇ ਆਪਣੀ ਰਹਿ ਨਾ ਜਾਵੇ, ਮਸਲਾ ਇਹ ਹੈ ਵੀ ਬਜਟ ਸੈਸ਼ਨ ਜਿਹੜਾ ਰੱਦ ਹੋਣ ਦਾ ਜਿਹੜਾ ਹਾਲਾਤ ਆ ਗਏ ਨੇ ਨਾ, ਇਹ ਆਮ ਆਦਮੀ ਪਾਰਟੀ ਖੁਦ ਚਾਹੁੰਦੀ ਹੈ ਵੀ ਇਹ ਹੋ ਜਾਵੇ। ਕਿਉਂ ਚਾਹੁੰਦੀ ਹੈ? ਕਿਉਂਕਿ ਬਜਟ ਸੈਸ਼ਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਣਗੇ, ਉਹਨਾਂ ਸਵਾਲਾਂ ਦੇ ਜਵਾਬ ਨਹੀਂ ਹੈ। ਅਨਲਿਮਿਟਿਡ ਖਰਚਾ ਜਿਹੜਾ ਪ੍ਰਚਾਰ ਲਈ ਕੀਤਾ ਗਿਆ, ਉਹਦੇ ਤੇ ਵੀ ਸਵਾਲ ਉੱਠਣਾ। ਇਹ ਵੀ ਸਵਾਲ ਉੱਠਣਾ ਕਿ ਅਗਲੀ ਵਾਰ ਲਈ ਤੁਸੀਂ ਕਿੰਨਾ ਪ੍ਰਚਾਰ ਦੇ ਲਈ ਬਜਟ ਰੱਖ ਰਹੇ ਹੋ, ਇਹ ਵੀ ਸਵਾਲ ਉੱਠਣਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ, ਔਰ ਅਸਲ ਗੱਲ ਤੇ ਇਹ ਹੈ ਵੀ ਉਹ ਆਪ ਹੀ ਚਾਹੁੰਦੇ ਆ ਕਿ ਇਹ ਜਿਹੜਾ ਹੈ ਬਜਟ ਸੈਸ਼ਨ ਹੋਵੇ ਹੀ ਨਾ। 40,000 ਕਰੋੜ ਰੁਪਇਆ 11 ਮਹੀਨਿਆਂ ਚ ਇਹਨਾਂ ਨੇ ਚੱਕ ਲਿਆ ਕਰਜ਼ਾ। ਜਿਹੜੇ ਕਹਿੰਦੇ ਸੀ 3 ਲੱਖ ਕਰੋੜ ਰੁਪਇਆ ਚੱਕ ਲਿਆ, ਬਾਕੀ ਸਰਕਾਰਾਂ ਨੇ ਇਹ ਕੀਤਾ ਉਹ ਕੀਤਾ, ਤੇ ਜੇ 40,000 ਕਰੋੜ ਰੁਪਇਆ ਇੱਕ ਸਾਲ ਦੇ ਵਿੱਚ ਬਾਕੀ ਸਰਕਾਰਾਂ ਨੇ ਚੱਕਿਆ ਹੁੰਦੇ ਤੇ ਅੱਜ ਕਿੰਨਾ ਕਰਜ਼ਾ ਹੋ ਜਾਣਾ ਸੀ। ਅੱਜ ਇਹ ਜਿਹੜੇ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ, ਇਹ ਤਾਂ ਕਰਜ਼ਾ ਹੋਰ ਵਧਾ ਰਹੇ ਆ। ਨਹੀਂ, ਇਹਦਾ ਮਤਲਬ ਇਹ ਹੋਇਆ ਪਾਸੀ ਸਾਹਿਬ, ਤੁਸੀਂ ਗਵਰਨਰ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਨਹੀਂ ਭੱਜ ਰਹੇ, ਯਾਨੀ ਕਿ ਜਿਹੜੇ ਉੱਠਣ ਵਾਲੇ ਵਿਰੋਧੀਆਂ ਦੇ ਸਵਾਲ ਹੈ ਉਹ ਸਵਾਲਾਂ ਤੋਂ ਭੱਜ ਰਹੇ ਹੋ, ਵੀ ਚਾਹੁੰਦੇ ਹੋ ਵੀ ਸੈਸ਼ਨ ਹੀ ਨਾ ਹੋਵੇ।
ਆਵਾਜ਼ ਨਹੀਂ ਆ ਰਹੀ ਤੁਹਾਡੇ ਵਾਲੇ ਪਾਸੇ ਪਾਸ ਸਾਹਿਬ। ਹਾਸੋ ਹੀ ਨਹੀਂ ਗੱਲ ਕਰ ਰਹੇ ਆ ਕਾਂਗਰਸ ਵਾਲੇ। ਅਸੀਂ ਤਾਂ ਬਜਟ ਦੀਆਂ ਡੇਟਸ ਰੱਖ ਰਹੇ ਆ, ਸੈਸ਼ਨ ਦੀ ਡੇਟਸ ਰੱਖ ਰਹੇ ਆ, ਔਰ ਗਵਰਨਰ ਸਾਹਿਬ ਉਸ ਤੇ ਅੜਿੱਕਾ ਅੜਾ ਰਹੇ ਆ। ਔਰ ਕਾਂਗਰਸ ਦੀ ਹਾਲਤ ਫਰਸਟ੍ਰੇਸ਼ਨ ਇੱਥੋਂ ਤੱਕ ਗਿਰ ਚੁੱਕੀ ਹੈ ਕਿ ਜੋ ਗਵਰਨਰ ਸਾਹਿਬ ਗਲਤ ਕਰ ਰਹੇ ਆ ਉਹ ਵੀ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਕਰ ਰਹੀ ਹੈ। ਅਸੀਂ ਤਾਂ ਸੁਪਰੀਮ ਕੋਰਟ ਜਾ ਰਹੇ ਹਾਂ ਕਿ ਸਾਡਾ ਬਜਟ ਸੈਸ਼ਨ ਹੋਣਾ ਚਾਹੀਦਾ। ਅਸੀਂ ਤਾਂ ਤੁਹਾਨੂੰ ਕਹਿੰਦੇ ਆ ਜੰਮ ਸਵਾਲ ਕਰੋ, ਜੰਮ ਸਵਾਲ ਕਰੋ, ਜੰਮ ਜਵਾਬ ਮਿਲੇਗਾ। ਔਰ ਦੂਜੀ ਚੀਜ਼ ਸਵਾਲ ਤੁਹਾਨੂੰ ਵੀ ਹੈ ਤੇ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਕਿ ਕਾਂਗਰਸ ਏਦਾਂ ਕਾਂਗਰਸ ਉਦਾਂ, ਮੈਂ ਪਹਿਲੀ ਚੀਜ਼ ਦੱਸ ਦਿੰਦਾ ਕਿ ਮੇਰੇ ਬੀਜੇਪੀ ਦੇ ਬੁਲਾਰੇ ਕਹਿ ਰਹੇ ਸੀ ਉਹ ਆਊਟ ਹੋ ਗਏ। ਭਾਈ ਸਾਹਿਬ ਲਿੰਕ ਤੁਹਾਡਾ ਵੀ ਟੁੱਟ ਸਕਦਾ, ਤੁਹਾਡੀਆਂ ਹੀ ਟੈਲੀਕਾਮ ਕੰਪਨੀਆਂ ਦੇ ਇਹ ਦਿੱਤੇ ਹੋਏ ਆ 2G 3G 5G। ਦੂਸਰੀ ਚੀਜ਼ ਸੁਣ ਲਓ, ਅਸੀਂ ਤਾਂ ਚਾਹੁੰਦੇ ਆ ਬਜਟ ਸੈਸ਼ਨ ਹੋਵੇ, ਕੱਲੀ ਚੀਜ਼ ਦਾ ਜਵਾਬ ਦੇਣ ਨੂੰ ਤਿਆਰ ਹੈ। ਔਰ ਹਲੇ ਤਾਂ ਸਾਡਾ 20% ਵੀ ਟਰਮ ਪੂਰੀ ਨਹੀਂ ਹੋਈ, 1 ਸਾਲ ਵੀ ਪੂਰਾ ਨਹੀਂ ਹੋਇਆ, ਹਲੇ ਸਾਡੇ ਕੋਲ 4 ਸਾਲ ਪਏ ਆ। ਅਸੀਂ ਇੱਕ ਗਾਰੰਟੀ ਪੂਰੀ ਕਰਾਂਗੇ। ਤੁਹਾਡੀ ਤਰ੍ਹਾਂ ਘਰ ਨੌਕਰੀ ਦੇ ਝੂਠੇ ਵਾਅਦੇ ਨਹੀਂ ਕਰਾਂਗੇ। ਤੁਹਾਡੀ ਤਰ੍ਹਾਂ ਕੁੜੀਆਂ ਨੂੰ ਸਕੂਟੀਆਂ, ਬੱਚਿਆਂ ਨੂੰ ਮੋਬਾਈਲ, ਇਹ ਕਾਂਗਰਸ ਦੇ ਦਿਖਾਏ ਹੋਏ ਸੁਪਨੇ। 2 ਕਰੋੜ ਨੌਕਰੀਆਂ, 15 ਲੱਖ ਘਰ ਕੱਲੇ ਬੰਦੇ ਨੂੰ, ਇਹ ਬੀਜੇਪੀ ਦੇ ਸਮਾਰਟ ਸਿਟੀ, ਇਹ ਇਦਾਂ ਦੇ ਅਸੀਂ ਲਾਰੇ ਨਹੀਂ ਲਾਉਂਦੇ। ਤਾਂ ਹੀ ਤਾਂ ਘਰੇ ਬਿਠਾਤੇ, ਤਾਂ ਹੀ ਤਾਂ ਘਰੇ ਬਿਠਾਤੇ, ਚਰਚੇ ਹੀ ਹੈ ਨਾ, ਉਹ ਤਾਂ ਹੀ ਤਾਂ ਵਿਹਲੇ ਕਰਤੇ। ਸਾਡੇ ਕੋਲ ਹਲੇ 4 ਸਾਲ ਪਏ ਆ ਧਾਲੀਵਾਲ ਸਾਹਿਬ, 4 ਸਾਲ ਹੋਰ ਪਏ ਆ, 4.25 ਸਾਲ ਸਾਡੇ ਕੋਲ। ਇੱਕ ਚੀਜ਼ ਦੇਖੋ ਵੀ ਦੋਗੇ ਤਰਸਾ ਕੇ ਦੋਗੇ ਦਾ ਮਤਲਬ ਇਹ ਹੈ। ਨਹੀਂ ਸਰ, ਤੇ ਇੱਕ ਮਿੰਟ, ਬਿਜਲੀ ਦੇ ਬਿੱਲ ਜ਼ੀਰੋ ਕਰਤੇ ਪਹਿਲੇ ਸਾਲ ਚ। ਕਿਹੜੀ ਸਰਕਾਰ ਹੈ ਜਿਹੜੀ ਪਹਿਲੇ ਸਾਲ ਦੇ ਵਿੱਚ ਇੰਨਾ ਕੁਝ ਡਿਲੀਵਰ ਕਰ ਗਈ? ਅਸੀਂ ਬਿਜਲੀ ਦੇ ਬਿੱਲ ਜ਼ੀਰੋ ਕੀਤੇ, 26,000 ਤੋਂ ਉੱਪਰ ਨੌਕਰੀਆਂ ਦੇ ਦਿੱਤੀਆਂ। ਤੁਸੀਂ ਦੇਖੋ, ਅਸੀਂ ਮੁਹੱਲਾ ਕਲੀਨਿਕ ਕਹਿੰਦੇ ਆ ਕਿ ਉਹ ਸ੍ਰੀ ਸਾਹਿਬ ਪੁੱਛ ਰਹੇ ਆ ਕਰਜ਼ਾ ਕਿੰਨਾ ਲਿਆ? ਕਬਜ਼ੇ ਹੋਏ ਸੀ। ਕਰਜ਼ਾ ਨਹੀਂ ਲਿਆ ਕੋਈ ਸਰ, ਕਰਜ਼ੇ ਦੀ ਸੁਣ ਲਓ 2002 ਦੇ ਵਿੱਚ, ਸੁਣ ਲਿਓ, ਹੁਣ ਇੰਟਰਪਟ ਨਾ ਕਰਿਓ। ਉਹ ਸਰ 52,000 ਕਰੋੜ ਕਰਜ਼ਾ ਸੀ। ਬੀਜੇਪੀ ਕਾਂਗਰਸ ਦੀ ਸਰਕਾਰ 1,52,000 ਛੱਡ ਕੇ ਗਈ। 2017 ਤੋਂ 2022 ਦੇ ਵਿੱਚ 2,84,000 ਕਰੋੜ ਤੋਂ ਉੱਪਰ ਤੁਸੀਂ ਕਰਜ਼ਾ ਕਰਤਾ। ਅਸੀਂ ਜਿਹੜਾ ਕਰਜ਼ਾ ਤੁਸੀਂ ਕਹਿ ਰਹੇ ਹੋ ਨਾ, ਉਹ ਤੁਹਾਡੇ ਕੀਤੇ ਹੋਏ ਪੀਪੇ ਖਾਲੀ ਐ। ਅਸੀਂ ਪੰਜਾਬ ਨੂੰ ਚਲਾਉਣ ਦੇ ਲਈ ਚਲੋ ਠੀਕ ਹੈ। ਉਹ ਗੱਲ ਇਹ ਆ, ਕਹਿੰਦੇ ਵੀ ਡੁੱਬੀ ਦਾ ਤਾਂ ਜੇ ਸਾਹਨ ਆਇਆ, ਮਤਲਬ ਗੱਲ ਉੱਥੇ ਆ ਕੇ ਫੇਰ ਖੜੀ ਹੋ ਜਾਂਦੀ ਹੈ। ਮੈਨੂੰ ਇਹ ਦੱਸੋ, ਇੰਨੀ ਸਪੀਡ ਦੇ ਨਾਲ ਕਿਹੜੀ ਤੁਸੀਂ ਇਹ ਦੱਸੋ ਘਰ ਨੌਕਰੀ ਕਿੱਥੇ ਹੈ? ਤੁਸੀਂ ਦੱਸੋ 2 ਕਰੋੜ ਕਿਹੜੀ ਸਰਕਾਰ ਨੇ ਇੰਨੀ ਸਪੀਡ? ਤੁਸੀਂ ਇਹ ਦੱਸੋ ਬੀਜੇਪੀ ਇਹ ਇਲੈਕਸ਼ਨ ਤੋਂ ਪਹਿਲਾਂ ਵਾਲੀਆਂ ਸਪੀਚਾਂ ਕੱਢੀ ਫਿਰਦੇ ਆ, ਇਹਨਾਂ ਕੋਲ ਉਸ ਤੋਂ ਬਿਨਾਂ ਹੋਰ ਕੁਝ ਹੈ ਨਹੀਂ। ਚੋਣਾਂ ਤੋਂ ਪਹਿਲਾਂ ਵਾਲੇ ਜਿਹੜੇ ਭਾਸ਼ਣ ਸੀਗੇ। ਪਰ ਮੈਂ ਤਾਂ ਅਖੀਰ ਦੇ ਵਿੱਚ ਇਹ ਗੱਲ ਕਹੂੰਗਾ ਕਿ ਜੇਕਰ ਵਾਕਈ ਹੀ ਸਰਕਾਰਾਂ, ਸਰਕਾਰੀ ਲੋਕ, ਪਾਰਟੀਆਂ ਦੇ ਲੋਕ ਅਮਨ ਚਾਹੁੰਦੇ ਆ ਔਰ ਵਾਕਈ ਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਪਸੰਦ ਕਰਦੇ ਆ, ਤੇ ਦੋਵਾਂ ਨੂੰ ਬਰਾਬਰ ਦਾ ਰੋਲ ਅਦਾ ਕਰਨਾ ਪਵੇਗਾ, ਤਾਂ ਹੀ ਬਿਹਤਰ ਤਰੀਕੇ ਦੇ ਨਾਲ ਸਟੇਟ ਚੱਲ ਸਕਦੀਆਂ। ਅਦਰਵਾਈਜ਼ ਤਾਂ ਜੇਕਰ ਅਸੀਂ ਇੱਕ ਦੂਜੇ ਦੇ ਕੰਮ 'ਚ ਲੱਤ ਫਸਾਵਾਂਗੇ ਤੇ ਜਵਾਬ ਦੇਣ ਤੋਂ ਇਨਕਾਰੀ ਮੁਨਕਰ ਹੋਵਾਂਗੇ, ਸਥਿਤੀਆਂ ਅਜਿਹੀਆਂ ਬਣਨਗੀਆਂ, ਲੋਕਾਂ ਦੇ ਟੈਕਸ ਦੇ ਪੈਸੇ ਬਰਬਾਦ ਹੋਣਗੇ ਤੇ ਅਸੀਂ ਇਹ ਚੀਜ਼ਾਂ ਨੂੰ ਬਰਬਾਦ ਹੋਣੋਂ ਬਚਾ ਨਹੀਂ ਸਕਦੇ। ਪਰ ਜੇਕਰ ਤਾਲਮੇਲ ਨਾਲ ਚੱਲੀ, ਮੈਨੂੰ ਲੱਗਦਾ ਬਿਹਤਰ ਹੋ ਸਕਦਾ। ਸੋ ਇਸੇ ਤਾਲਮੇਲ ਨੂੰ ਬਿਠਾਉਣ ਲਈ ਇੱਕ ਚਰਚਾ ਜਿਹੜੀ ਹੈ ਉਹ ਮੁਨੱਕਦ ਕੀਤੀ ਸੀ। ਉਮੀਦ ਕਰਦੇ ਹਾਂ ਇਹਦੇ ਵਿੱਚੋਂ ਕੁਝ ਨਿਕਲੂਗਾ। ਆਪੋ ਆਪਣੀ ਘਰੇ ਜਾ ਕੇ ਸਲਾਹ ਮਸ਼ਵਰਾ ਹੋਊਗਾ। ਤੁਸੀਂ ਆਏ, ਸਮਾਂ ਕੱਢਿਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।